हेलो हाँ मन वीरे आवाज नहीं आ रही, साइड ते आके गल करो। एक मिनट मैं आया, एक मिनट हेलो हाँ हुण बोल वीरे वीरे कित्थे हो तुसी? ओ वीरे ते लगदे आ तू पार्टी ते नहीं आया? आ गया, बाहर ही खड़ा। बाहर खड़ा के अंडे दिंदा चल अंदर आ। वीरे समझिया करो, अंदर नहीं आ सकदा। ਤੁਹਾਡੇ ਲਈ ਇੱਕ ਸਰਪ੍ਰਾਈਜ਼ ਆ। ਉਹ ਸਰਪ੍ਰਾਈਜ਼ ਤਾਂ ਲੱਗਦਾ ਤੂੰ ਅੰਦਰ ਆ। ਸਰਪ੍ਰਾਈਜ਼ ਹੀ ਬਹੁਤ ਵੱਡਾ, ਤੁਹਾਨੂੰ ਹੀ ਬਾਹਰ ਆਉਣਾ ਪੈਣਾ। ਚੰਗਾ ਆਉਣਾ। ਇੱਥੇ ਹੈ ਮੀਟਿੰਗ? ਨਾ ਮੀਟਿੰਗ 'ਚ ਗਾਣੇ ਵੀ ਵੱਜਦੇ ਹੁੰਦੇ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ, ਮੈਨੂੰ ਤਾਂ ਸਮਝ ਨਹੀਂ ਆ ਰਹੀ। ਹਾਏ ਮੈਂ ਮਰ ਗਈ। ਆ ਮੂੰਹ ਤੇ ਕੀ ਮਲਿਆ? ਲੋਕਾਂ ਨੇ ਲਾਹਣਤ ਮਲੀ ਹੋਣੀ ਆ ਬਈ ਨਿਰੰਜਨ ਸਿੰਘ ਨੇ ਜੰਮ ਕੇ ਖੁੱਲੇ ਛੱਡਤੇ। ਡੈਡੀ ਇੱਥੇ ਆਇਆ ਨਾ ਬੋਲੋ, ਮੇਰੀ ਬਹੁਤ ਇੱਜ਼ਤ ਬਣੀ ਹੋਈ ਹੈ। ਇਹ ਕਿਵੇਂ ਬਣ ਗਈ? ਤੁਸੀਂ ਮੈਨੂੰ ਜਨਮ ਦਿਨ ਦੀਆਂ ਵਧਾਈਆਂ ਤਾਂ ਕੀ ਦੇਣੀਆਂ ਸੀ, ਉਤੋਂ ਲਾਹਣਤ ਪਾਈ ਜਾਂਦੇ ਹੋ। ਲੈ ਪੁੱਤ, ਸੁੱਖ ਨਾਲ ਤੇਰੇ ਜਨਮ ਦਿਨ ਕਰਕੇ ਤਾਂ ਆਏ ਆ। ਮੈਂ ਤਾਂ ਪ੍ਰਸ਼ਾਦ ਵੀ ਲੈ ਕੇ ਆਈ ਆ ਤੇਰੇ ਲਈ। ਲੱਖ ਲੱਖ ਵਧਾਈਆਂ ਹੋਣ ਮੇਰੇ ਪੁੱਤ ਨੂੰ। ਆ ਮੇਰਾ ਪੁੱਤ ਮੂੰਹ ਮਿੱਠਾ ਕਰ। ਜਿਉਂਦਾ ਰਹਿ ਪੁੱਤ। ਇੱਕ ਮਿੰਟ ਨਾ, ਮੈਂ ਇੰਨੇ ਫੋਨ ਕੀਤੇ ਸੀ, ਚੱਕਿਆ ਕਿਉਂ ਨਹੀਂ? ਹੈ ਉਹ ਫੋਨ ਦਾ ਚੱਕਣ ਵਾਲਾ ਬਟਨ ਖਰਾਬ ਹੋ ਗਿਆ। ਲੱਖ ਲੱਖ ਦੇ ਫੋਨ ਚੱਕੀ ਫਿਰਦੇ ਤੇ ਚੱਕਣ ਵਾਲੇ ਬਟਨ ਤੁਹਾਡੇ ਚੱਲਦੇ ਨਹੀਂ। ਦੱਸਿਆ ਨਹੀਂ, ਮੂੰਹ ਤੇ ਕੀ ਮਲਿਆ? ਜਨਮ ਦਿਨ ਦਾ ਕੇਕ ਹੈ। ਤੂੰ ਤਾਂ ਕਹਿੰਦਾ ਸੀ ਵੀਰਾ ਮੀਟਿੰਗ 'ਚ ਆ, ਇਹ ਤਾਂ ਇੱਥੇ ਬਰਥਡੇ ਮਨਾਉਂਦਾ ਫਿਰਦਾ। ਉਹ ਨਹੀਂ ਉਹ ਸਟਾਫ ਵਾਲੇ ਨਾਲ ਕੇਕ ਲਾਇਆ, ਉਹਨਾਂ ਨੇ ਮੂੰਹ ਤੇ ਮਲਤਾ। ਸਾਡੇ ਤਾਂ ਭਾਈ ਪਿੰਡਾਂ 'ਚ ਕੇਕ ਖਾਂਦੇ ਹੁੰਦੇ ਆ ਤੁਹਾਡੇ ਸ਼ਹਿਰਾਂ 'ਚ ਹੀ ਰਿਵਾਜ ਹੋਣਾ ਮੂੰਹ ਤੇ ਪਿੰਡ ਤੇ ਮਲਣ ਦਾ। ਆਪੋ ਆਪਣੇ ਰਿਵਾਜ ਨੇ, ਤੁਸੀਂ ਘਰੇ ਚਲੋ। ਚਲੋ ਪਰ ਤੂੰ ਪੁੱਤ? ਉਹ ਆ ਕਲੱਬ ਦਾ ਮੈਂ ਸੌਦਾ ਜਾ ਕਰਾਇਆ, ਕਲਾਇੰਟ ਤੋਂ ਪੈਸੇ ਲੈ ਕੇ ਮੈਂ ਆ ਗਿਆ। ਚਲੋ ਤੁਸੀਂ ਘਰੇ ਚਲੋ। ਚਲੋ ਤੈਨੂੰ ਤਾਂ ਪੁੱਤ ਮੈਂ ਕਰਦਾ ਨੋਟ। ਹੈਪੀ ਬਰਥਡੇ ਵਾਂਸ ਅਗੇਨ। ਮੈਂ ਤਾਂ ਕਦੇ ਦੇਖੀ ਨਹੀਂ ਏਦਾਂ ਦੀ ਮੀਟਿੰਗ। ਕਦੇ ਖੁੱਲਾ ਟਾਈਮ ਕੱਢ ਕੇ ਆਇਓ, ਦਿਖਾ ਦੇਾਂਗੇ। ਤੇ ਹੁਣ ਦਿਖਾ ਦੇ, ਹੁਣ ਕਿਹੜਾ ਭੀੜਾ ਟਾਈਮ ਹੈ? ਹੁਣ ਆ ਜਾਓ ਤੁਸੀਂ। ਆਖੇ ਮੀਟਿੰਗ 'ਚ ਬਿਜ਼ੀ ਹੈ ਵੱਡਾ ਮਿਨਿਸਟਰ। ਐਵੇਂ ਨਾ ਕੋਲ ਪੈ ਜਾ ਕਰੋ ਨਿਆਣਾ ਦੀ। ਬਹਾਦਰ ਹਟ, ਮੈਂ ਬਣਾਉਣੀ ਆ। ਤੁਸੀਂ ਰਹਿਣ ਦੋ, ਮੈਂ ਓਏ ਆਪਣੇ ਪੁੱਤਾਂ ਲਈ ਮੈਂ ਅੱਜ ਆਪ ਬਣਾਉਂ ਆਲੂ ਦੇ ਪਰੌਂਠੇ। ਆ ਪੋਣੇ ਚ ਲਪੇਟ ਦੇ ਚੰਗੀ ਤਰ੍ਹਾਂ। ਆ ਲਓ ਜੀ, ਆ ਲਓ। सत श्री अंकल जी। ਸਤਿ ਸ਼੍ਰੀ ਅਕਾਲ ਪੁੱਤਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। आज नाश्ता करके जाए। ना बस लेट हो जाएंगे जी, चल दें। ठीक है पुत्र। गुड मॉर्निंग। ਜਿਉਂਦਾ ਰਹਿ। ਜਿਉਂਦਾ ਰਹਿ ਪੁੱਤ। ਅੱਜ ਗਰਮਾ ਗਰਮ ਪਰੌਂਠੇ ਖਾ। ਨਹੀਂ ਮੰਮੀ ਮੈਂ ਨਹੀਂ ਖਾਣੇ, ਮੈਂ ਲੇਟ ਹੋ ਜਾਣਾ। ਕਲਾਇੰਟ ਵੇਟ ਕਰਦੇ ਹੋਣੇ। ਯਾਰ ਕਿੱਦਾਂ ਦੇ ਕਲਾਇੰਟ ਆ ਜਿਹੜੇ ਰਾਤ ਨੂੰ 2 ਵਜੇ ਛੱਡਦੇ ਆ ਤੇ ਸਵੇਰੇ 9 ਵਜੇ ਫੇਰ ਬੁਲਾ ਲੈਂਦੇ ਆ? ਡੈਡੀਆਂ ਦਿਨ ਰਾਤ ਘਰੋਂ ਬਾਹਰ ਰਹਿ ਕੇ ਕਮਾਈਆਂ ਹੁੰਦੀਆਂ ਨੇ। चल कोई ना पुत्र, तू कर आपदा काम, पर मां दे हथों एक बुरकी तक खा जा। ਮੈਂ ਬ੍ਰਸ਼ ਕੀਤਾ ਹੁਣੇ। कोई ना पुत्र। ਬਹਾਦਰ ਜੀ ਭਈਆ। ਉਹ ਮੇਰੇ ਪੇਪਰ ਕਿੱਥੇ ਸਤਿ ਸ਼੍ਰੀ ਅਕਾਲ ਮੰਮੀ। सत श्री अकाल पुत्र। ਸਤਿ ਸ਼੍ਰੀ ਅਕਾਲ ਡੈਡੀ। ਸਤਿ ਸ਼੍ਰੀ ਅਕਾਲ। बैठ जा, परोंठे खा। ਉਹ ਮੰਮੀ ਮੇਰੀ ਕਲਾਸ ਦਾ ਟਾਈਮ ਹੋ ਗਿਆ, ਮੈਂ ਜਾਣਾ। ले भुखे ढिड जाएगा। बहादुर इनू टिफिन पैक कर दे। ਹਾਂਜੀ। ਮੰਮੀ ਉੱਥੇ ਕੰਟੀਨ 'ਚ ਸਾਰਾ ਕੁਝ ਮਿਲਦਾ, ਮੈਂ ਚੱਲਦਾ। ਚੰਗਾ ਡੈਡੀ। चंगा पुत्र, करो पढ़ाइयां। ਚੰਗਾ ਜੀ, ਹੱਥ ਨਹੀਂ ਮਿਲਦੇ ਫਿਰ। बे खड़ खड़ खड़। हाँ? मैं तेरे नाल बह के जरूरी गल भी करनी है। एक कुड़ी देखी है नाल दे पिंड च तेरे लिए। ਉਹ ਜਦੋਂ ਮੈਂ ਵਿਆਹ ਕਰਾਉਣਾ ਹੋਊਗਾ ਉਦੋਂ ਆਪੇ ਦੇਖ ਲੂੰਗਾ। ਚੰਗਾ ਮੈਂ ते ਚੱਲਦਾ। सुन, कुड़ी बैंक च भी लगी है। ਲੱਗੀ ਰਹੇ। मम्मी ये पराठे पैक करते। ਮੈਂ ਖਾ ਲੈਣਾ। ਸਾਨੂੰ ਇੱਥੇ ਆਉਂਦਿਆਂ ਨੂੰ 5 ਘੰਟੇ ਲੱਗ ਗਏ ਤੇ ਇਹਨਾਂ ਕੋਲ 5 ਮਿੰਟ ਵੀ ਨਹੀਂ ਸਾਡੇ ਕੋਲ ਬੈਠਣ ਲਈ। कोई ना जी, कोई जरूरी काम होणगे जवाकां नूं। ਬਸ ਅਸੀਂ ਨਹੀਂ ਜ਼ਰੂਰੀ। गुड मॉर्निंग सर। ਗੁੱਡ ਮਾਰਨਿੰਗ। ਉਹ ਕਿੱਥੇ ਸੀ ਤੂੰ? ਕਲਾਇੰਟ ਤੇਰੀ ਕਦੋਂ ਦੀ ਵੇਟ ਕਰ ਰਹੇ ਨੇ।
ਉਹ ਰਾਤ ਮੰਮੀ ਡੈਡੀ ਆ ਗਏ ਯਾਰ, ਉਹਨਾਂ ਕੋਲੇ ਬੈਠਣਾ ਪੈ ਗਿਆ ਤਾਂ ਕਰਕੇ ਲੇਟ ਹੋ ਗਿਆ। ਕਲਾਇੰਟ ਕਿੱਥੇ ਹੈ? ਅੰਦਰ ਕਾਨਫਰੰਸ ਰੂਮ 'ਚ ਚੱਲ। ਯਾਰ ਇੱਕ ਤਾਂ ਤੇਰੇ ਚੱਕਰਾਂ 'ਚ ਮੈਨੂੰ ਇੰਨੇ ਬੰਕ ਮਾਰਨੇ ਪੈਂਦੇ ਆ ਨਾ। मेरे चक्कर च ਤੇ ਹੋਰ तेनू ज्यादा ही पता है कुछ। मेरे चक्कर च कोई बंक नहीं मारे तू। ਅੱਛਾ ਮੇਰੀ ਗੱਲ ਤਾਂ ਸੁਣ, ਮੈਂ ਕੀ ਕਹਿ ਰਿਹਾ ਸੀਗਾ, ਆਪਾਂ ਫਿਲਮ ਦੇਖਣ ਨਾ ਚੱਲੀਏ? ओ माय गॉड, नो फिल्म बाय। ਉਹ ਖੜ ਜਾ, ਐਡੀ ਵੀ ਕੀ ਕਾਹਲੀ ਆ ਤੈਨੂੰ ਘਰ ਜਾਣ ਦੀ? ਥੋੜੀ ਦੇਰ ਬਹਿਨੇ ਆ ਨਾ। ओके। ਮੰਮੀ ਆ ਗਿਆ ਪੁੱਤ? ਹਾਂ ਕੀ ਗੱਲ, ਸੋਫੇ ਤੇ ਸੌਂ ਗਏ, ਅੰਦਰ ਜਾ ਕੇ ਸੌਂ ਜਾਓ। ਉਹ ਬਸ ਪੁੱਤ ਤੈਨੂੰ ਉਡੀਕਦੇ ਅੱਖ ਜੀ ਲੱਗ ਗਈ ਸੀ। ਛੋਟਾ ਆ ਗਿਆ? ਹਾਂ ਆ ਗਿਆ ਸੀ, ਉਹ ਵੀ ਥੱਕਿਆ ਜਾ ਸੀ, ਜਾ ਕੇ ਸੌਂ ਗਿਆ। ਚਲ ਤੂੰ ਵੀ ਪੈ ਜਾ ਮੰਮੀ। ਕੋਈ ਨਾ ਪੁੱਤ ਪੈ ਜਾਊਂਗੀ, ਰੋਟੀ ਪਾ ਦੇ। ਨਹੀਂ ਨਹੀਂ, ਮੈਂ ਆਫਿਸ 'ਚ ਖਾ ਲਿਆ ਸੀਗਾ ਕੁਛ। ਤੂੰ ਰੋਟੀ ਖਾ ਲਈ ਸੀ? ਨਾ ਪੁੱਤ ਮੈਂ ਤਾਂ ਤੈਨੂੰ ਉਡੀਕਦੀ ਸੀ। ਲੈ ਦੱਸ, ਰੋਟੀ ਨਹੀਂ ਖਾਧੀ? ਬਹਾਦਰ ਨੂੰ ਕਹਿੰਦੇ ਉਹ ਪਾ ਕੇ ਦਿੰਦਾ। ਉਹ ਬਹਾਦਰ ਪੁੱਤ, ਬਹਾਦਰ ਸੌਂ ਗਿਆ, ਤੂੰ ਮੇਰੀ ਫਿਕਰ ਨਾ ਕਰ, ਮੈਂ ਆਪੇ ਪਾ ਕੇ ਖਾ ਲੂ। ਤੂੰ ਵੀ ਰਾਤੀ ਲੇਟ ਆਇਆ, ਸਵੇਰੇ ਛੇਤੀ ਚਲਾ ਗਿਆ, ਥੱਕ ਗਿਆ ਹੋਏਗਾ। ਹਾਂ ਮੰਮੀ, ਸਵੇਰੇ ਕੰਮ ਤੇ ਵੀ ਜਾਣਾ, ਥੱਕਿਆ ਤਾਂ ਹੋਇਆ। ਮੈਂ ਸੌਣਾ ਫਿਰ, ਠੀਕ ਹੈ? ਚੱਲ ਤੂੰ ਵੀ ਸੌ ਜਾ। ਚੱਲ ਬਿੰਦੇ ਪੁੱਤ, ਤੇਲ ਚ ਹੱਸਦਾ। ਨਹੀਂ ਮੰਮੀ, ਮੈਨੂੰ ਸੌਣ ਲੈਣ ਦੇ, ਠੀਕ ਹੈ? ਚੰਗਾ ਪੁੱਤ। ਸੌਇਆ ਤੂੰ ਵੀ ਸੌਇਆ। मम्मी गरम गरम ਨਾ 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 ਬਸ ਨਾ, ਮੈਂ ਨਹੀਂ ਲੈਣਾ, ਇਹਨਾਂ ਨੂੰ ਪੁੱਛ ਲੈ। ਉਹ ਬਸ ਵੇ ਡੈਡੀ, ਉਹ ਲੈ ਲਓ। ਬਸ ਵੀ ਬਸ ਥੈਂਕ ਯੂ। ਗੁੱਡ ਮਾਰਨਿੰਗ ਮੰਮੀ। ਜਿਉਂਦਾ ਰਹਿ ਪੁੱਤ, ਜਿਉਂਦਾ ਰਹਿ। ਗੁੱਡ ਮਾਰਨਿੰਗ ਡੈਡੀ। ਜਿਉਂਦਾ ਰਹਿ ਪੁੱਤ। ਆ ਤੁਸੀਂ ਬੈਗ 'ਚ ਕਿਵੇਂ ਕੱਢੇ ਨੇ? ਹੁਣ ਘਰ ਵੀ ਜਾਣਾ, ਇੱਥੇ ਹੀ ਥੋੜਾ ਬੈਠੇ ਰਹਿਣਾ। 2 ਤਾਂ ਦਿਨ ਹੋਏ ਨੇ ਇਹਦੇ, ਕਹਿ ਕੇ ਤੁਸੀਂ ਹਫਤਾ ਆਏ ਸੀ। ਕੀ ਕਰਾਂਗੇ ਇੱਥੇ ਰਹਿ ਕੇ? ਤੁਸੀਂ ਤਾਂ 2 ਹਫ਼ਤਾ ਬਿਜ਼ੀ ਰਹਿੰਦੇ ਹੋ, ਅਸੀਂ ਇੱਥੇ ਬਹਾਦਰ ਨੂੰ ਥੋੜਾ ਮਿਲਣਾ ਆ। ਨਹੀਂ ਪੁੱਤ, ਇਹੋ ਜੀ ਕੋਈ ਗੱਲ ਨਹੀਂ, ਘਰੇ ਬੇਬੇ ਬਾਪੂ ਜੀ ਇਕੱਲੇ ਐ। ਜੱਗੀ ਤੇ ਸੁੰਡੀ ਹੈਗੇ ਤਾਂ ਹੈਗੇ ਨੇ ਮੰਮੀ ਉਹਨਾਂ ਕੋਲੇ, ਕੱਲੇ ਕਿੱਥੇ ਨੇ ਉਹ? ਮੈਨੂੰ ਪਤਾ ਤੁਸੀਂ ਘਰੇ ਬੈਠੇ ਬੋਰ ਹੋਈ ਜਾਂਦੇ ਹੋ। ਕੀ ਕਰੀਏ ਮੰਮੀ, ਅੱਜ ਕੱਲ ਕੰਮ ਕਾਰ ਸੈੱਟ ਕਰਨੇ ਕਿਹੜਾ ਸੌਖੇ ਪਏ ਨੇ। ਮੈਨੂੰ ਪਤਾ ਪੁੱਤ। ਫਿਰ ਜਾਈ ਕਰਨ ਜਾਂਦੇ ਹੋ? ਐਵੇਂ ਪਿੰਡ 'ਚ ਲੋਕ ਗੱਲਾਂ ਕਰਨਗੇ ਵੀ ਪੁੱਤਾਂ ਕੋਲ ਗਏ ਸੀ ਹਫਤੇ ਲਈ, 2 ਦਿਨ ਨਹੀਂ ਰੱਖੋਏ। ਉਹ ਸਾਨੂੰ ਜਾਣਦੇ ਯਾਰ, ਮੇਰੇ ਮਾਮੇ ਦੀ ਕੁੜੀ ਨਹੀਂ ਹੈ ਕੁਲਜੀਤ, ਤੁਹਾਡੀ ਰੋਪੜ ਵਾਲੀ ਭੂਆ, ਉਹਦੇ ਮੁੰਡੇ ਦਾ ਅਗਲੇ ਹਫਤੇ ਵਿਆਹ, ਨਾਲੇ ਜਾ ਕੇ ਮਾੜੀ ਮੋਟੀ ਤਿਆਰੀ ਵੀ ਕਰਨੀ ਆ ਅਸੀਂ। ਉਹ ਡੈਡੀ ਕਮਾਲ ਕਰਦੇ ਹੋ ਤੁਸੀਂ, ਇੰਨੀ ਦੂਰ ਦੀਆਂ ਰਿਸ਼ਤੇਦਾਰੀਆਂ ਕੌਣ ਨਿਭਾਉਂਦਾ ਹੁੰਦਾ ਹੈ? ਤੁਸੀਂ ਐ ਕਰੋ, ਮਾਲ ਗੇੜਾ ਮਾਰ ਕੇ ਆਓ। ਅਮਨ, ਉਹ ਅਸੀਂ ਨਹੀਂ ਜਾਣਾ। ਉਹ ਅਮਨ, ਉਹ ਯਾਰ ਨਹੀਂ, ਇੱਕ ਮਿੰਟ। ਉਹ ਅਮਨ, ਮੈਂ ਕਿਹਾ ਨਹੀਂ ਜਾਣਾ। ਉਹ ਤੁਸੀਂ ਬੈਠੇ ਰਹੋ। ਯਾਰ ਬੈਠੇ ਤਾਂ ਹੈਗੇ, ਹੋਰ ਪੁੰਜੇ ਬਹਿ ਜੀਏ। ਅਮਨ ਉਰੇ ਆ ਯਾਰ, ਉਹ ਤੂੰ ਛੇਤੀ ਆ। ਕੀ ਗੱਲ ਹੋ ਗਈ? ਇੱਧਰ ਆ, ਇਹਨਾਂ ਨੂੰ ਮਾਲ ਲੈ ਕੇ ਜਾ। ਵੀਰੇ ਮੇਰੀ ਬਹੁਤ ਜ਼ਰੂਰੀ ਕਲਾਸ ਅੱਜ ਇੱਕ। ਕਲਾਸ ਨੂੰ ਕਹਿ ਅੱਜ ਦਾ ਦਿਨ ਐਡਜਸਟ ਕਰੇ। ਓਏ ਨਾ ਪੁੱਤ, ਇਹਨੂੰ ਪੜਨ ਦੇ। ਹਾਂ ਚਲੋ ਐਂ ਕਰਦੇ ਆ, ਜਾਂਦਾ ਹੋਇਆ ਇਹਨਾਂ ਨੂੰ ਮੈਂ ਮਾਲ ਛੱਡ ਜੂੰਗਾ, ਵਾਪਸੀ ਤੇ ਲੈ ਆਉਂਗਾ। ਉਹ ਪੁੱਤ ਅਸੀਂ ਕੀ ਕਰਾਂਗੇ ਉੱਥੇ? ਉੱਥੇ ਬਿਜਲੀ ਵਾਲੀਆਂ ਪੌੜੀਆਂ ਵੀ ਲੱਗੀਆਂ ਹੋਈਆਂ ਨੇ, ਜੇ ਉੱਤੇ ਐਂ ਖੜ ਜਾਓ ਨਾ, ਆਪਣੇ ਆਪ ਹੀ ਉੱਤੇ ਲੈ ਜਾਂਦੀਆਂ ਨੇ, ਆਪਣੇ ਆਪ ਹੀ ਥੱਲੇ ਲੈ ਆਉਂਦੀਆਂ ਨੇ। ਉਹ ਤਾਂ ਯਾਰ ਜਿਨ੍ਹਾਂ ਦੇ ਗੋਡੇ ਨਹੀਂ ਚੱਲਦੇ ਉਹਨਾਂ ਲਈ ਹੋਣੀਆਂ। ਕੀ ਗੋਡਿਆਂ ਵਾਲੇ ਜਿਆਦਾ ਚੜਦੇ ਨੇ? ਤੂੰ ਐਂ ਕਰ ਯਾਰ, ਇਹਨਾਂ ਲਈ ਫਿਲਮ ਦੀ ਟਿਕਟ ਬੁੱਕ ਕਰਾ। ਪਰ ਅਸੀਂ ਕੱਲਿਆਂ ਨੇ ਨਹੀਂ ਜਾਣਾ। ਕੱਲੇ ਕਿੱਥੇ ਹੋ, ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਵੀ ਆ ਜਾਾਂਗੇ। ਚੰਗਾ ਜੀ, ਮੈਂ ਚੱਲਦਾ। ਉਹ ਯਾਰ ਗੱਲ ਤਾਂ
ਦੱਸੋ ਫਿਰ ਕਿਹੜੀ ਫਿਲਮ ਦੇਖਣੀ ਆ? ਉਹ ਯਾਰ ਸਾਨੂੰ ਘਰ ਨੂੰ ਜਾਣ ਦੇ, ਅਸੀਂ ਅਗਲੇ ਗੇੜੇ ਦੇਖ ਲਾਂਗੇ। ਉਹ ਵੀਰੇ ਨੇ ਮੈਨੂੰ ਬਹੁਤ ਗਾਲਾਂ ਕੱਢਣੀਆਂ, ਪਲੀਜ਼ ਵੇਖ ਲਓ, ਅਸੀਂ ਵੀ ਪੱਕਾ ਟਾਈਮ ਨਾਲ ਪਹੁੰਚ ਜਾਾਂਗੇ। ਚੰਗਾ ਫਿਰ ਉੱਚਾ ਦਰ ਬਾਬੇ ਨਾਨਕ ਦਾ ਦਿਖਾ ਦੇ। ਇਹ ਨਹੀਂ ਲੱਗੀ। ਧਿਆਨੂ ਭਗਤ ਉਹ ਇਹ ਵੀ ਨਹੀਂ ਲੱਗੀ। ਕੋਈ ਤਾਂ ਪਰਿਵਾਰਕ ਫਿਲਮ ਹੋਊ। ਇੱਕ ਆ ਹਿੰਦੀ ਪਰਿਵਾਰਕ ਫਿਲਮ ਲੱਗੀ ਹੋਈ ਆ, ਵਧਾਈ ਹੋ, ਇਹਦੀਆਂ ਟਿਕਟਾਂ ਕਰਾ ਦੇ। ਸਾਲੀ ਕਾਹਦੀ ਵਧਾਈ ਹੋਊ। ਕਦੇ ਤਾਂ ਜਵਾਕਾਂ ਦਾ ਜੀ ਰੱਖ ਲਿਆ ਕਰੋ ਜੀ। ਕਰਾ ਦੇ ਪੁੱਤ, ਨਾਲੇ ਪੌੜੀਆਂ ਵੀ ਵੇਖ ਆਵਾਂਗੇ। ਕਿਉਂ, ਹਰ ਕੀ ਪੌੜੀ ਹੈ? ਉਹ ਬਹਾਦਰ जी भैया। ਚੱਲ ਤੈਨੂੰ ਫਿਲਮ ਦਿਖਾ ਲਿਆਈਏ। कम इन। हाय मिस्टर बरिंदर। बानी अपनी फोन ते गल हुई सी। हाँ जी हाँ जी हाँ जी। आओ आओ बैठो। थैंक्स। ਆਪਾਂ फ्लैट देखने का तो जा सकते हैं। फ्लैट ਆਪਾਂ ਇੱਥੇ ਮੰਗਾ ਲੈਨੇ ਆ। हाँ जी। ਮੇਰਾ ਮਤਲਬ ਆਪਣੇ ਕੋਲ ਫਲੈਟ ਹੀ ਫਲੈਟ ਨੇ ਜੀ। ਹੁਕਮ ਕਰੋ ਤਾਂ ਆਪਾਂ ਹੁਣੀ ਦੇਖ ਲੈਨੇ ਆ। आप पर्स चेक कराओ जी। क्यों? पर्स दिखा दो, देखना मार के चेक करना बस। ਇਹ ਪੱਥਰ ਦਾ ਕਿ ਬੋਲਦਾ? ये नहीं बोलता डैडी, आ जाओ चलो। आज ये नहीं बोलता। अच्छा सत श्री अकाल जी। ਕੀ ਗੱਲ ਮਹਿੰਗਾ? ਛੱਡ ਪਰੇ। नहीं नहीं डैडी ने मिलाओ, डैडी ने ये बोल रहा है। बस बहुत हो गया, चलो चलो। आने ऑटोमेटिक पौड़ियाँ। ਅੱਛਾ हाँ आए पौड़ियां। चलो चलो, मैं तुम्हें जाके दसना। ए आ देखो, आ जाओ आ जाओ आ जाओ आ जाओ, कुछ नहीं होता मम्मी, आ जाओ, कुछ नहीं होता। रुक जा, पुट्ठे चढ़ ओ, आ के जाओ। थल्ले आ। आ गया। ओ सच तुम क्या है? ना पढ़ना। हाँ जी डैडी। ਪਹਿਲਾਂ ਫੋਟੋ ਖਿੱਚ। हाँ ਭਾਈ ਫੋਟੋ ਖਿੱਚ। फोटो ਚੱਲ ਹੁਣ। आओ जी आओ 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 प्लीज। तुसी पहला। ਤੁਸੀਂ ਆਓ। ਲੇਡੀਜ਼, ਉਹ ਮੇਰਾ ਮਤਲਬ ਗਰਲਸ ਫਰਸਟ। ਆਓ ਪਲੀਜ਼। ਸੋ ਇਹ ਹੈ ਪ੍ਰੀਮੀਅਮ ਐਕਸਕਲੂਸਿਵ 3 VHK ਫਲੈਟ। बहुत सोना है। ਬਿਲਡਰ ਦੀ ਸ਼ਰਤ ਹੀ ਪਹਿਲੇ ਇਹ ਸੀਗੀ, ਕਹਿੰਦਾ ਇਹ ਸੋਹਣਾ ਹੈ ਫਲੈਟ ਕਿਸੇ ਸੋਹਣੇ ਬੰਦੇ ਨੂੰ ਦੇਣਾ। कित्थे तक गल बन सकती है ਇਹ ਤਾਂ ਤੁਸੀਂ ਦੱਸੋ। जी। ਮੇਰਾ ਮਤਲਬ ਤੁਸੀਂ ਮੁੱਲ ਪਾਓ, ਮਾਲਕਾਂ ਨੂੰ ਆਪਾਂ ਆਪ ਹੀ ਬਣਾ ਲਾਂਗੇ। ਆਪ ਪਲੀਜ਼ ਇੱਧਰ ਆ ਜਾਓ, ਕਮ ਆ ਜਾਓ, ਦੇਖੋ ਦੇਖੋ। वेरी नाइस। ਵੈਸੇ ਤੁਸੀਂ ਮਹਾਲੀ ਚ ਨਵੇਂ ਆਏ ਹੋ? हाँ जी, पहला मैं डेली जॉब करती सी। डैडी की तबीयत ठीक नहीं रहती सी, इस करके पंजाब वापस मुड़ा है। ਡੈਡੀ ਮਤਲਬ ਸੋਹਰਾ ਸਾਹਿਬ? नहीं जी, मेरे डैडी। मेरा तो हाले ब्याह ही नहीं होया। ਜਗਾ ਚਟਨੀ ਕਿਸੇ ਨੇ ਬਣ ਜਾਣਾ। दरअसल पिंडों इत्थे दवाई लेन आंदे जांदे रहीदा, इस करके फ्लैट लेना पै रहा। कई बारी राती भी रुकना पै जांदा है। ਜੇ ਏਡੀ ਗੱਲ ਹੈ ਜੀ, ਮੇਰਾ ਘਰ ਹੈਗਾ, ਤੁਸੀਂ ਅੰਕਲ ਆਂਟੀ ਨਾਲ ਆ ਕੇ ਕਦੇ ਵੀ ਉੱਥੇ ਰਹਿ ਸਕਦੇ ਹੋ। थैंक यू, पर तुसी यह डील फाइनल करा दियो। ਇਹ ਤਾਂ ਤੁਸੀਂ कहता ਸਮਝੋ ਹੋਗੀ ਜੀ। थैंक यू सो मच। Pleasure is all mine। हाँ मैं की क्या? प्लेजर इज ऑल माइन। वाओ बिंदिया, बिना पीते अंग्रेजी कितनी। ਹੋਰ ਕਿੰਨਾ ਕੁ ਚਿਰ ਖੜਨਾ ਇੱਥੇ? ਬਿੰਦੇ ਹੋਣੇ ਆਉਂਦੇ ਹੀ ਹੋਣੇ ਆ ਜੀ। ਕੁੜੀ ਸੋਹਣੀ ਆ ਨਾ? ਹਾਂ। ਤੇਰੇ ਬਿੰਦੇ ਲਈ ਕਿਵੇਂ ਰਹੂਗੀ? डैडी फिल्म शुरू होने वाली है, चलिए। ਚੱਲੀਏ ਹੁਣ। ਨਿਆਣਿਆਂ ਨੂੰ ਆ ਜਾਣ ਦਿਓ ਜੀ, ਇਕੱਠੇ ਹੀ ਚੱਲਦੇ ਯਾਰ ਮੇਰੀ ਪਿੱਠ 'ਚ ਦਰਦ ਆ, ਮੈਥੋਂ ਨਹੀਂ ਖੜਿਆ ਜਾਂਦਾ ਬਹੁਤਾ ਚਿਰ। ਆ। ਤੁਸੀਂ ਬਹਾਦਰ ਨਾਲ ਚੱਲੋ, ਮੈਂ ਜਵਾਕਾਂ ਨਾਲ ਆਉਣੀ ਆ। आ जाओ आ जाओ आ जाओ आ जाओ। बधाइयां बीबी तेनू, बधाइयां नी। This movie downloaded from 7hit movies. सुनो, ये बात मम्मी और बच्चों को कैसे बताएं? वो मुझे नहीं पता, मेरी तो हिम्मत ना हो रही। आप जानो। ਆਈ ਨਹੀਂ ਤੇਰੇ ਲਾਡਲੇ? घर पे कोई खास आने वाला है। खास पापा, मैं अपना कमरा किसी के साथ शेयर नहीं करने वाला। तेरा छोटा भाई आने वाला है। ये क्या सुन रही हूँ मैं? आप दादी बनने वाले हो। ये सब करने का टाइम कब मिला तुझे? ਇਹ ਕਹੋ ਜੀ ਫਿਲਮ ਹੈ
ਤੁਸੀਂ ਤਾਂ ਕਹਿੰਦੇ ਸੀ ਪਰਿਵਾਰਕ ਫਿਲਮ ਹੈ। भगवान ਪਰਿਵਾਰ ਹੀ ਤਾਂ ਵਧਾ ਰਿਹਾ। ਕੀ ਹੋਇਆ? ਨੀਂਦ ਨਹੀਂ ਆਉਂਦੀ? ਕੀ ਸੋਚੀ ਜਾਂਦੇ ਹੋ? ਕਿੰਨੇ ਇਕੱਲੇ ਹੋ ਗਏ ਸਤਵੰਤ ਆਪਾਂ। ਇਹਨਾਂ ਬੱਚਿਆਂ ਨੇ ਆਪਣੇ ਕੋਲ ਉੱਠਣਾ ਬੈਠਣਾ ਜਮਾਂ ਹੀ ਛੱਡਤਾ। ਹਾਂ, ਨਿਆਣਿਆਂ ਦੇ ਕਿਹੜਾ ਬਸ ਹੈ ਜੀ, ਉਹਨਾਂ ਦੇ ਆਪਦੇ ਕੰਮ ਨਹੀਂ ਮੁੱਕਦੇ। ਯਾਰ ਆਪਣੇ ਵੇਲਿਆਂ 'ਚ ਕੰਮਕਾਰ ਤਾਂ ਅਸੀਂ ਵੀ ਬਥੇਰੇ ਕੀਤੇ ਆ, ਪਰ ਅਸੀਂ ਤਾਂ ਨਹੀਂ ਕਦੇ ਮਾਂ-ਬਾਪ ਛੱਡੇ। ਸਤਵੰਤ, ਭਲਾ ਆਪਣੇ ਬੱਚੇ ਕਿੰਨੇ ਕੁ ਸਾਲ ਆਪਣੇ ਕੋਲ ਰਹੇ ਨੇ? ਹਾਂ ਹੀ ਕੋਈ 14-15 ਸਾਲ ਦੇ ਹੋਣ ਤੱਕ। ਉਸ ਤੋਂ ਬਾਅਦ ਤਾਂ ਨੇੜੇ ਲੱਗਣੋਂ ਵੀ ਗਏ। ਤੇਰਾ ਕੀ ਖਿਆਲ ਹੈ, ਆਪਾਂ ਹੋਰ ਕਿੰਨੇ ਕੁ ਸਾਲ ਜੀ ਪਾਵਾਂਗੇ? ਇਹ ਕਿਹੋ ਜਿਹੀਆਂ ਕਮਲੀਆਂ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਹੈ? ਵਾਹਿਗੁਰੂ ਭਲੇ ਕਰੇ। ਬੇਬੇ ਬਾਪੂ ਜੀ ਵਾਂਗੂ ਵਧੀਆ ਹੀ ਕੱਟਾਂਗੇ। ਬੇਬੇ ਬਾਪੂ ਵਧੀਆ ਤਾਂ ਕੱਟ ਗਏ ਕਿਉਂਕਿ ਉਹਨਾਂ ਦੇ ਜਵਾਕ ਉਹਨਾਂ ਨੂੰ ਪੁੱਛਦੇ ਸੀ। ਆਪਾਂ ਏਡੀ ਉਮਰ ਕੱਲਿਆਂ ਕਿਵੇਂ ਕੱਟਾਂਗੇ? ਜਿਵੇਂ ਪਹਿਲੇ ਹੀ ਲੰਘ ਗਏ, ਔਖੇ ਸੌਖੇ ਇਹ ਵੀ ਲੰਘ ਜਾ। ਆਪਾਂ ਔਖੇ ਹੋਣਾ ਹੀ ਕਿਉਂ? ਜੇ ਸੌਖੇ ਕੱਟ ਲਈਏ ਤਾਂ ਚੰਗੀ ਗੱਲ ਨਹੀਂ। ਉਹ ਕਿਵੇਂ? ਅੱਜ ਆਪਾਂ ਫਿਲਮ ਨਹੀਂ ਦੇਖੀ? ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ। ਜੇ ਇੱਕ ਨਵਾਂ ਜਵਾਕ ਆ ਗਿਆ, ਆਪਣੇ 10-12 ਸਾਲ ਵਧੀਆ ਲੰਘ ਜਾਣਗੇ। ਵਧਾਈਆਂ ਬੀਬੀ ਤੈਨੂੰ ਰਿਕੁਐਸਟ ਹੀ ਆ। ਵਧਾਈਆਂ ਨੀ, ਵਧਾਈਆਂ ਨੀ। ਵਧਾਈਆਂ ਤੇਰੇ ਔਤ ਨੂੰ, ਤੇਰੇ ਪੋਤ ਨੂੰ, ਤੇਰੇ ਬਾਪ ਬਣਤੇ ਗੋਤ ਨੂੰ। ਵਧਾਈਆਂ ਨੀ। ਸਤਵੰਤ, ਬੂਆ ਖੋਲ। ਮੈਂ ਨਹੀਂ ਖੋਲਣਾ, ਮੈਨੂੰ ਤੁਹਾਡੇ ਤੋਂ ਡਰ ਲੱਗਦਾ। ਦੱਸ, ਡਰਨ ਵਾਲੀ ਉਮਰ 'ਚ ਡਰ ਹੀ ਨਹੀਂ ਹੋਣਾ, ਇਸ ਉਮਰੇ ਕਾਹਦਾ ਡਰ? ਬੂਆ ਖੋਲ। ਮੈਨੂੰ ਤੰਗ ਨਾ ਕਰੋ, ਮੇਰਾ ਸਿਰ ਦੁਖਦਾ ਹੈ। ਯਾਰ ਮੈਂ ਕਿਹੜਾ ਕਹਿਤਾ ਮੈਨੂੰ ਹੁਣੇ ਜਵਾਕ ਚਾਹੀਦਾ? ਬੂਆ ਖੋਲ। ਤੁਸੀਂ ਜਾਓ, ਜਵਾਕ ਉੱਠ ਜਾਣਗੇ। ਕੋਈ ਸਾਲਾ ਨਹੀਂ ਉੱਠਦਾ, ਚਾਹੇ ਅਸੀਂ ਮਰਦੇ ਹੋਈਏ। ਗੱਲ ਤਾਂ ਸੁਣ ਲੈ, ਮੈਂ ਕਹਿਣਾ ਕੀ ਚਾਹੁੰਦਾ। ਪਲੀਜ਼। ਸਤਵੰਤ, ਐਵੇਂ ਮੂੰਹ ਨਾ ਲਕੋ। ਮੈਂ ਕੋਈ ਗਲਤ ਗੱਲ ਨਹੀਂ ਕੀਤੀ। ਤੂੰ ਦੇਖ ਆਪਾਂ ਕਿੱਦਾਂ ਦੀ ਜ਼ਿੰਦਗੀ ਜੀ ਰਹੇ ਹਾਂ। ਜੇ ਤੂੰ ਚਾਹੁੰਦੀ ਆ ਸਾਡੀ ਆਉਣ ਵਾਲੀ ਜ਼ਿੰਦਗੀ ਨਹੀਂ ਰਸਨਾ ਹੋਵੇ ਤਾਂ ਇੱਕ ਵਾਰੀ ਜ਼ਰੂਰ ਸੋਚ, ਨਹੀਂ ਤਾਂ ਇਦਾਂ ਹੀ ਕੁੱਟ-ਕੁੱਟ ਕੇ ਮਰ ਜਾਵਾਂਗੇ। ਤੂੰ ਵੇਖੀ, ਇਹ ਬੱਚਾ ਸਾਡੀਆਂ ਗਵਾਚੀਆਂ ਖੁਸ਼ੀਆਂ ਜ਼ਰੂਰ ਵਾਪਸ ਲੈ ਆਏਗਾ। ਇਸ ਗੱਲ ਦੀ ਕੀ ਗਾਰੰਟੀ ਹੈ? ਚੱਲ ਯਾਰ, ਮੰਨਿਆ ਉਹ ਮਾੜਾ ਨਿਕਲੂਗਾ, ਪਰ ਘੱਟੋ ਘੱਟ 10-12 ਸਾਲ ਤਾਂ ਸਾਡੇ ਲੜ ਲੱਗਿਆ ਰਹੂ। ਐਤਕੀ ਆਪਾਂ ਉਹਨੂੰ ਬਾਹਲਾ ਪੜਾਉਣਾ ਹੀ ਨਹੀਂ, ਬਸ ਇਹੀ ਪੜਾਉਣਾ ਕਿ ਮਾਂ-ਬਾਪ ਦੀ ਸੇਵਾ ਕਿਵੇਂ ਕਰਨੀ। ਪਰ ਲੋਕ ਕੀ ਕਹਿਣਗੇ? ਯਾਰ ਲੋਕਾਂ ਦਾ ਕੀ ਹੈ, ਲੋਕ ਤਾਂ ਕਹਿੰਦੇ ਰਹਿੰਦੇ ਆ। ਫਿਲਮ ਵਿੱਚ ਵੀ ਤਾਂ ਬੋਲਦੇ ਹੀ ਸੀ, ਆਪੇ ਬੋਲ-ਬੋਲ ਕੇ ਚੁੱਪ ਕਰ ਗਏ। ਡੈਡੀ ਕੀ ਹੋ ਗਿਆ ਜੀ? ਕੁਛ ਨਹੀਂ ਹੋਇਆ ਯਾਰ। ਜੇ ਤੁਹਾਨੂੰ ਕੁਝ ਚਾਹੀਦਾ ਮੈਨੂੰ ਦੱਸ ਦਿਓ। ਯਾਰ ਤੇਰੇ ਕੋਲੋਂ ਕੁਛ ਨਹੀਂ ਚਾਹੀਦਾ। ਸਤਵੰਤ, ਤੂੰ ਜਾ ਯਾਰ, ਅਸੀਂ ਕੋਈ ਗੱਲ ਕਰਨੀ ਹੈ। ਬੋਲ ਸਤਵੰਤ, ਬੋਲ। ਮੈਨੂੰ ਸੋਚਣ ਦਾ ਵਕਤ ਤਾਂ ਦਿਓ। ਯਾਰ ਅੱਗੇ ਸੋਚ ਕੇ ਤੂੰ ਬੜੇ ਸੂਰਮੇ ਜੰਮ ਲੈ। ਮੈਂ ਆਪਣੀ ਉਮਰ ਪੱਖੋਂ ਕਹਿਨੀ ਆ, ਜੋ ਵੀ ਕੰਮ ਕਰਨਾ ਹੈ ਸੋਚ ਸਮਝ ਕੇ ਕਰਨਾ ਪਊ। ਤੂੰ ਉਹਦੀ ਚਿੰਤਾ ਨਾ ਕਰ, ਆਪਾਂ ਕੱਲ ਹੀ ਡਾਕਟਰ ਨਾਲ ਮਿਲ ਕੇ ਗੱਲ ਕਰਦੇ ਹਾਂ। ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ
ਕਿ ਸਾਡੀ ਪਾਰਟੀ ਸਾਡੇ ਬਹੁਤ ਹੀ ਹੋਣਹਾਰ ਕਾਰਜਕਰਤਾ ਜਗਦੀਪ ਸਿੰਘ ਜੱਗੀ ਨੂੰ ਜ਼ਿਲ੍ਹੇ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਚੇਅਰਮੈਨ ਬਣਾ ਰਹੀ ਹੈ। ਵਧਾਈਆਂ ਬੀਬੀ ਤੈਨੂੰ ਵਧਾਈਆਂ ਨੀ। ਸਭ ਤੋਂ ਪਹਿਲਾਂ ਤਾਂ ਮੈਂ ਮਾਨਯੋਗ ਐਮਐਲਏ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰੇ ਤੇ ਭਰੋਸਾ ਕਰਕੇ ਏਡੀ ਵੱਡੀ ਜ਼ਿੰਮੇਵਾਰੀ ਸੌਂਪੀ ਤੇ ਮੈਂ ਐਮਐਲਏ ਸਾਹਿਬ ਨੂੰ ਤੇ ਸਾਡੇ ਜ਼ਿਲ੍ਹੇ ਦੇ ਲੋਕਾਂ ਨੂੰ ਇਹ ਵਾਅਦਾ ਕਰਦਾ ਕਿ ਮੈਂ ਤੁਹਾਡੀ ਸਿਹਤ ਤੇ ਪਰਿਵਾਰ ਦੀ ਭਲਾਈ ਲਈ ਕੱਲੇ-ਕੱਲੇ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗਾ। ਜੱਗੀ ਜੀ, ਤੁਹਾਨੂੰ ਇੱਕ ਬਹੁਤ ਹੀ ਵੱਡਾ ਅਹੁਦਾ ਦਿੱਤਾ ਗਿਆ ਹੈ ਤੇ ਤੁਸੀਂ ਜ਼ਰੂਰ ਸੋਚਿਆ ਹੋਣਾ ਕਿ ਇਸ ਵੱਡੇ ਅਹੁਦੇ ਨੂੰ, ਇਸ ਵੱਡੀ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਕਿਹੜੇ-ਕਿਹੜੇ ਨਵੇਂ ਕਦਮ ਚੱਕੇ ਜਾਣ ਦੀ ਲੋੜ ਹੈ। ਦੇਖੋ ਜੀ, ਸਭ ਤੋਂ ਵੱਡੀ ਸਮੱਸਿਆ ਹੈ ਅੱਜ ਦੀ ਵੱਧਦੀ ਜਨਸੰਖਿਆ। ਜੇ ਉਹ ਕੰਟਰੋਲ 'ਚ ਆ ਜਾਏ ਤਾਂ ਬਾਕੀ ਸਾਰੀ ਸਮੱਸਿਆਵਾਂ ਆਪਣੇ ਆਪ ਠੀਕ ਹੋ ਜਾਣਗੀਆਂ। ਮੈਂ ਸਾਡੇ ਜ਼ਿਲ੍ਹੇ ਦੇ ਲੋਕਾਂ ਨੂੰ ਜਨਸੰਖਿਆ ਨੂੰ ਵਧਾਉਣ ਤੋਂ ਰੋਕਣ ਬਾਰੇ ਜਾਗਰੂਕ ਕਰਾਂਗਾ। ਹੁਣ ਤੱਕ ਨਾਰਾ ਸੀ ਅਸੀਂ 2 ਸਾਡੇ 2। ਮੈਂ ਲੋਕਾਂ ਨੂੰ ਸਮਝਾਵਾਂਗਾ ਜੇ ਅਸੀਂ 2 ਤੇ ਸਾਡਾ 1 ਹੋ ਜਾਏ ਤਾਂ ਹੋਰ ਵੀ ਚੰਗਾ ਹੈ। ਚਲੋ ਬਈ, ਪਟਿਆਲਾ ਬਠਿੰਡਾ, ਪਟਿਆਲਾ ਬਠਿੰਡਾ। ਚੰਗਾ ਭਲਾ ਹੁਣ ਤੁਹਾਡਾ ਜੀ ਲੱਗਿਆ ਹੋਇਆ ਸੀ, ਐਡੀ ਵੀ ਕੀ ਗੱਲ ਪੈ ਗਈ ਸੀ ਜਾਣ ਦੀ? ਉਹ ਅਚਾਨਕ ਪਿੰਡ ਕੰਮ ਪੈ ਗਿਆ। ਇਹੋ ਜਿਹਾ ਕੀ ਕੰਮ ਪੈ ਗਿਆ? ਉਹ ਯਾਰ ਹੈ ਕੋਈ ਕੰਮ, ਹੁਣ ਤੈਨੂੰ ਕੀ ਦੱਸਾਂ? ਉਹ ਡੈਡੀ ਜੇ ਮੈਨੂੰ ਦੱਸ ਦੋਗੇ ਆਪਾਂ ਫੋਨ ਕਰਕੇ ਕਰਾ ਲਾਂਗੇ। ਨਹੀਂ, ਇਹ ਕੰਮ ਫੋਨ ਤੇ ਨਹੀਂ ਹੋਣ ਵਾਲਾ, ਆਪ ਹੀ ਹਿੰਮਤ ਮਾਰਨੀ ਪੈਣੀ ਹੈ। ਡੈਡੀ ਤੁਸੀਂ ਸਾਨੂੰ ਸੱਚੀ ਦੱਸੋ, ਸਾਡੇ ਤੋਂ ਗੁੱਸੇ ਹੋ ਕੇ ਤਾਂ ਨਹੀਂ ਚੱਲੇ? ਨਹੀਂ ਬੇਟੇ, ਅਸੀਂ ਤਾਂ ਉਲਟਾ ਸ਼ਾਂਤ ਹੋ ਕੇ ਚੱਲੇ। ਕਮਲਿਓ ਤੁਸੀਂ ਕੋਈ ਆਪਣੀ ਔਲਾਦ ਤੋਂ ਵੀ ਦੁਖੀ ਹੁੰਦਾ ਹੈ? ਸਗੋਂ ਸਾਡਾ ਤਾਂ ਇੱਥੇ ਜੀ ਲੱਗਿਆ ਹੋਇਆ ਸੀ। ਤੇਰੇ ਡੈਡੀ ਨੂੰ ਬੈਠੇ ਬਿਠਾਏ ਜੇ ਕੰਮ ਯਾਦ ਨਾ ਹੁੰਦਾ ਤਾਂ ਅਸੀਂ ਕਾਹਨੂੰ ਜਾਣਾ ਸੀ? ਚਲੋ ਛੇਤੀ ਕਿਹੜਾ ਮਾਰੇ ਸਾਡੇ ਕੋਲੇ, ਹੈ ਨਾ? ਸੁੱਖ ਨਾਲ 4 ਤਾਂ ਪੁੱਤਾਂ ਤੁਹਾਡੇ, ਵਾਰੀ ਵਾਰੀ ਸਾਰੇ ਕੋਲੇ ਟਾਈਮ ਲਾ ਲਿਆ ਕਰੋ, ਠੀਕ ਹੈ? ਚੰਗਾ ਪੁੱਤ। ਚਲੋ ਸਰਦਾਰ ਜੀ, ਚਲੋ ਠੀਕ ਹੈ ਡੈਡੀ, ਨਿਬੇੜ ਲਓ ਆਪਣਾ ਜ਼ਰੂਰੀ ਕੰਮ, ਛੇਤੀ ਕਿਹੜਾ ਮਾਰਿਓ, ਹੈ? ਚੰਗਾ ਮੰਮੀ, ਚੰਗਾ ਡੈਡੀ। ਅੱਛਾ। ਆ ਲੈ ਯਾਰ, ਰੱਖ ਆ ਜਾਓ ਆ ਜਾਓ। ਸਤਵੰਤ ਕੌਰ। ਹਾਂਜੀ ਬਾਪੂ ਜੀ, ਕੀ ਪ੍ਰੋਬਲਮ ਆ? ਸਾਡੇ ਜਵਾਕ ਸਾਨੂੰ ਪੁੱਛਦੇ ਨਹੀਂ। ਫਿਰ ਇੱਥੇ ਹੀ ਕਰਨਾ ਹੈ, ਥਾਣੇ ਜਾਓ। ਮੇਰਾ ਮਤਲਬ ਅਸੀਂ ਇੱਕ ਹੋਰ ਜਵਾਕ ਕਰਨਾ ਚਾਹੁੰਦੇ ਹਾਂ। ਆਪਾਂ ਥਾਣੇ ਵਾਲਿਆਂ ਨੂੰ ਕਾਹਨੂੰ ਵਿੱਚ ਪਾਉਣਾ? ਆਓ ਜੀ। ਵਧਾਈਆਂ ਨੀ। ਆਜੋ। ਇਸ ਉਮਰ 'ਚ ਬੱਚਾ, ਤੁਸੀਂ ਪਹਿਲਾਂ ਟਰਾਈ ਨਹੀਂ ਕੀਤਾ? ਬਸ ਜੀ, ਟਰਾਈਆਂ ਗਲਤ ਵੱਜ ਗਈਆਂ। ਮਤਲਬ? ਬੱਚੇ ਤੇ 4 ਨੇ ਪਰ ਨਾ ਹੋਇਆ ਬਰਾਬਰ। ਸਾਨੂੰ ਪੁੱਛਦੇ ਨੇ। ਓ ਅੰਕਲ, ਤੁਹਾਡੀ ਉਮਰ ਕੀ ਹੈ? 62 ਸਾਲ। ਤੇ ਆਂਟੀ 58। ਹਾਂਜੀ। ਤੁਸੀਂ ਬਹੁਤਾ ਲੇਟ ਨਹੀਂ ਸੋਚਿਆ ਇਸ ਬਾਰੇ? ਪਰ ਪੁਰਾਣੇ ਵੇਲਿਆਂ 'ਚ ਤਾਂ ਇਸ ਉਮਰ ਤੱਕ ਵੀ ਬੱਚੇ ਹੋ ਜਾਂਦੇ ਸੀ। ਅੱਜ ਕੱਲ ਵੀ ਕੇਸਿਸ ਹੈਗੇ ਨੇ। ਕੁਝ ਚਿਰ ਪਹਿਲਾਂ ਇੱਕ 70 ਸਾਲ ਦੀ ਲੇਡੀ ਨੇ ਆਪ ਦੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਬਸ ਵੱਧਦੀ ਉਮਰ ਦੇ ਨਾਲ ਥੋੜੀਆਂ ਦਿੱਕਤਾਂ ਵੱਧ ਜਾਂਦੀਆਂ ਨੇ। ਕੀ ਪਤਾ ਥੋੜੀ ਦਿੱਕਤ ਸਹਿ ਕੇ ਸਾਡੀਆਂ ਬਾਕੀ ਦੀਆਂ ਦਿੱਕਤਾਂ ਦੂਰ ਹੋ ਜਾਣ। ਆਂਟੀ, ਕੀ ਤੁਸੀਂ ਦਿਮਾਗੀ ਤੌਰ ਤੇ ਤਿਆਰ ਹੈਗੇ ਹੋ? ਡਰ ਜਾ ਲੱਗਦਾ ਹੈ ਜੀ, ਇਸ ਉਮਰੇ ਕੋਈ 19-21 ਨਾ ਹੋ ਜੇ। ਉਹ ਤੁਸੀਂ ਮੇਰੇ ਤੇ ਛੱਡ ਦੋ। ਆਂਟੀ ਦੇ ਕੁਝ ਟੈਸਟ ਨੇ, ਇਹ ਕਰਾ ਲਿਓ, ਫਿਰ ਮੈਂ ਦੱਸ ਸਕਾਂਗੀ ਕਿ ਬੱਚਾ ਹੋਣ ਦੇ ਕਿੰਨੇ ਚਾਂਸਸ ਹੈਗੇ ਨੇ। ਲੋ। ਮਤਲਬ ਗਾਰੰਟੀ ਕੋਈ ਨਹੀਂ? ਤੁਸੀਂ ਟੈਨਸ਼ਨ ਨਾ ਲਓ, ਮੈਂ ਸਿਰਫ ਆ ਚੈੱਕ ਕਰਨਾ ਹੈ ਕਿ ਨੈਚੁਰਲ ਤਰੀਕੇ ਦੇ ਨਾਲ ਬੱਚਾ ਹੋਣ ਦੇ ਕਿੰਨੇ ਚਾਂਸਸ ਹੈਗੇ ਨੇ। ਨਹੀਂ ਤਾਂ ਅੱਜਕੱਲ ਹੋਰ ਵੀ ਬਹੁਤ ਤਰੀਕੇ ਨੇ। ਬਹੁਤ ਬਹੁਤ ਧੰਨਵਾਦ ਕੋਈ ਜੀ। ਨਹੀਂ ਜੀ। ਡਾਕਟਰ ਨੇ ਤਾਂ ਸੁਣੀ ਹੈ, ਆਪਣੇ ਬਿੰਦੇ ਲਈ ਕਿਵੇਂ ਦੀ ਰਹੂ? ਬਿੰਦੇ ਨੂੰ ਛੱਡ, ਹੁਣ ਆਪਣਾ ਦੇਖੀਏ। ਆ ਟੈਸਟ ਲਿਖੇ ਸੀਗੇ, ਕਿੱਥੇ ਚੱਲ ਸ਼ੁਕਰ ਹੈ ਪਹੁੰਚ ਗਏ ਟਾਈਮ ਤੇ। ਡਾਕਟਰ ਹਲੇ ਬੈਠੀ ਹੈ। ਸੁਖੀ, ਆਪਣੇ ਭਲਾ ਤਾਇਆ ਤਾਂ ਹੀ ਨਹੀਂ ਹੈਗੇ। ਇਹ ਭਲਾ ਇੱਥੇ ਕੀ ਕਰ ਰਹੇ ਨੇ? ਤੁਸੀਂ ਏਦਾਂ ਕਰੋ, ਇਹਨਾਂ ਨੂੰ ਰੋਕ ਲਓ, ਘਰ ਇਕੱਠੇ ਚੱਲਾਂਗੇ। ਇਹ ਬਾਹਰੋਂ ਹੋਣਗੇ ਜੀ। ਸ਼ੁਕਰ ਹੈ ਠਾਣੇ ਚੋਂ ਨਹੀਂ ਕਿਹਾ। ਉਹ ਤਾਇਆ, ਭਾਜੀ ਹਸਪਤਾਲ ਕਿਉਂ ਰੌਲਾ ਪਾਈ ਜਾਂਦੇ ਹੋ? ਤੂੰ ਰੁਕ, ਮੈਂ ਆਉਣਾ। ਤਾਇਆ, ਤਾਇਆ, ਤਾਇਆ। ਯਾਰ ਤਾਇਆ ਤਾਂ ਲੰਘ ਗਿਆ, ਸੁਣਿਓ ਹੀ ਨਹੀਂ ਮੇਰੀ। ਅੰਦਰ ਮਿਲੋ, ਠੀਕ ਆ? ਚਲ ਕੋਈ ਨਹੀਂ। ਹਾਂਜੀ, ਕਿਵੇਂ ਹੁਣ ਤੁਸੀਂ? ਵਧੀਆ, ਰੂਟੀਨ ਚੈੱਕਅਪ ਲਈ ਆਏ ਸੀ। ਅੱਛਾ ਅੱਛਾ, ਤੁਸੀਂ ਬੈਠੋ ਉੱਤੇ। ਇਹ ਬਜ਼ੁਰਗ ਜਿਹੜੇ ਇੱਥੋਂ ਗਏ ਆ ਨਾ, ਉਹ ਸਾਡੇ ਤਾਇਆ ਤਾਈ ਜੀ ਨੇ। ਇਹਨਾਂ ਨੂੰ ਕੀ ਹੋਇਆ? ਬਿਲਕੁਲ ਠੀਕ ਨੇ, ਇੱਕ ਹੋਰ ਬੱਚਾ ਕਰਨਾ ਚਾਹੁੰਦੇ ਨੇ, ਇਸ ਲਈ ਆਏ ਸੀ। ਕੀ? ਬਹੁਤ ਕਾਬਿਲ ਡਾਕਟਰ ਨੇ, ਵੇਖਿਓ ਇਸ ਉਮਰ 'ਚ ਵੀ ਹੋ ਜਾਊਗਾ। ਵਾਹ, ਬਹੁਤ ਸੋਹਣਾ 3 BHK ਹੈ ਜੀ। ਅੱਖਾਂ ਬੰਦ ਕਰਕੇ ਲੈ ਲਓ।
ਨਹੀਂ ਭਾਈ ਸਾਨੂੰ 3 BHK ਦੀ ਨਹੀਂ ਲੋੜ 3 ਤਾਂ ਜਣੇ ਆ ਅਸੀਂ ਫਲੈਟ ਦਾ ਮਾਹੌਲ ਤਾਂ ਦੇਖੋ ਜੀ ਕਿੰਨਾ ਰੋਮਾਂਟਿਕ ਹੈ ਬੱਚੇ ਆਟੋਮੈਟਿਕਲੀ ਵੱਧ ਜਾਣੇ ਆ ਰੂਮ ਤਾਂ ਘੱਟ ਜਾਣਗੇ ਜੀ ਤੁਹਾਡੇ ਕੋਲੇ ਤੇ ਨਾਲੇ ਆ ਦੇਖੋ ਫੁੱਲ ਫਰਨਿਸ਼ਡ ਹੈ ਫਰਨੀਚਰ ਲੈਣ ਦੀ ਵੀ ਲੋੜ ਨਹੀਂ ਤੁਹਾਨੂੰ ਤੇ ਜਿਹੜਾ ਆਲਰੇਡੀ ਸਾਡੇ ਕੋਲ ਫਰਨੀਚਰ ਉਹਦਾ ਅਸੀਂ ਕੀ ਕਰਾਂਗੇ ਮੱਸਿਆ ਤੇ ਬਣ ਦਿਓ ਹਾਂਜੀ ਮੇਰਾ ਮਤਲਬ ਅਸੀਂ ਬੈਠੇ ਆ ਨਾ ਆਪ ਹੀ ਬਕਵਾ ਦਾਂਗੇ ਡੋਂਟ ਵਰੀ ਭਾਜੀ ਮੈਂ ਵਾਸ਼ਰੂਮ ਯੂਜ਼ ਕਰ ਸਕਦਾ ਚਾਰ ਵਾਸ਼ਰੂਮ ਨੇ ਥੋੜਾ ਸਾਰਾ ਜਾਇਓ ਹੈ ਜਿੱਥੇ ਮਰਜ਼ੀ ਜਾਓ ਜੀ ਆਲ ਯੂਅਰਸ ਇੱਧਰ ਜਾਇਓ ਤੁਸੀਂ ਇੱਧਰ ਜਾਇਓ ਸੁਣਿਓ ਮੈਂ ਵੀ ਜਾਣਾ ਸੀ ਐਂ ਕਰੋ ਤੁਸੀਂ ਜਾਇਓ ਫਿਰ ਮੈਂ ਜਾਣੀ ਠੀਕ ਹੈ ਉਹ ਭਾਬੀ ਜੀ ਇੰਨੇ ਵਾਸ਼ਰੂਮ ਹੈ ਤੁਸੀਂ ਉੱਧਰ ਜਾਓ ਬੱਚਾ ਮੈਨੂੰ ਫੜਾਓ ਜਾ ਕੇ ਆਓ ਜਾਓ ਓ ਜਾਓ ਪਲੀਜ਼ ਜਾ ਕੇ ਆਓ ਹਾਂਜੀ ਉਹ ਕਿਤੇ ਤੈਨੂੰ ਤਾਂ ਨਹੀਂ ਆਇਆ ਹੈ ਇੱਕ ਮਿੰਟ ਫੋਨ ਚੱਕ ਲਓ ਹਾਂ ਸੁਖੀ ਉਹ ਮੈਂ ਤੁਹਾਡੀ ਭਰਜਾਈ ਨੂੰ ਲੈ ਕੇ ਆਇਆ ਸੀ ਇੱਥੇ ਡਾਕਟਰ ਕੋਲੇ ਵਧਾਈਆਂ ਬੀਬੀ ਤੈਨੂੰ ਵਧਾਈਆਂ ਮੇਰੇ ਵੀਰੋ ਤੇ ਭੈਣੋ ਸਾਡੇ ਸੂਬੇ ਦੀ ਤਰੱਕੀ ਸਾਡੇ ਘਰ ਤੋਂ ਹੀ ਸ਼ੁਰੂ ਹੁੰਦੀ ਹੈ ਆਪਣੇ ਪਰਿਵਾਰ ਨੂੰ ਜਿੰਨਾ ਛੋਟਾ ਰੱਖਾਂਗੇ ਅਸੀਂ ਓਨੀ ਹੀ ਤਰੱਕੀ ਕਰ ਸਕਦੇ ਹਾਂ ਆਓ ਆਪਾਂ ਅੱਜ ਇੱਕ ਸਹੁੰ ਖਾਂਦੇ ਕਿ ਬੱਚੇ ਇੱਕ ਜਾਂ ਦੋ ਹੀ ਚੰਗੇ ਵਧਾਈਆਂ ਤੇਰੇ ਓਤ ਨੂੰ ਤੇਰੇ ਪੋਤ ਨੂੰ ਤੇਰੇ ਬਾਪ ਬਣਤੇ ਗੋਤ ਨੂੰ ਵਧਾਈਆਂ ਨੀ ਕੀ ਹੋ ਗਿਆ ਅਮਨ ਆ ਗਈ ਹੋ ਨਾ ਤੈਨੂੰ ਕਿਵੇਂ ਪਤਾ ਲੱਗਿਆ ਉੱਥੇ ਹਸਪਤਾਲ ਜਿਹੜਾ ਬੰਦਾ ਬੈਠਦਾ ਨਾ ਰਜਿਸਟਰ ਨਾਲ ਉਸੇ ਨੇ ਦੱਸਿਆ ਇਹਨਾਂ ਨੂੰ ਚਾਂਚਕ ਹੋ ਕੀ ਗਿਆ ਉਹ ਸੁਣਿਆ ਕਿ ਉਹ ਕੋਈ ਸ਼ਹਿਰੋਂ ਫਿਲਮ ਜੀ ਦੇਖ ਕੇ ਆਏ ਆ ਵਧਾਈ ਹੋ ਉੱਥੋਂ ਸੁਝਿਆ ਇਹਨਾਂ ਨੂੰ ਵਧਾਈ ਹੋ ਆ ਕਿਹਨੇ ਦਿਖਾਈ ਉਹਨਾਂ ਨੂੰ ਤੁਸੀਂ ਕਿਹਾ ਸੀ ਵੀਰੇ ਦਿਖਾਉਣ ਨੂੰ ਨਾ ਮੈਂ ਫਿਲਮ ਦਿਖਾਉਣ ਨੂੰ ਕਿਹਾ ਸੀ ਵੀਰੇ ਹੋਰ ਕੋਈ ਪਰਿਵਾਰਕ ਫਿਲਮ ਲੱਗੀ ਹੋਈ ਨਹੀਂ ਹੋਈ ਸੀ ਉਹ ਜੇ ਨਹੀਂ ਲੱਗੀ ਸੀ ਤੇ ਘਰੇ ਬੈਠਣ ਦੇਣਾ ਸੀ ਕੀ ਲੋੜ ਸੀ ਬਾਹਰ ਭੇਜਣ ਦੀ ਮੈਨੂੰ ਘਰ ਖਾਲੀ ਚਾਹੀਦਾ ਸੀਗਾ ਓਏ ਰੱਬਾ ਇੱਕ ਤਾਂ ਤੇਰੀ ਗਰਲਫ੍ਰੈਂਡ ਵਾਲਾ ਸਿਆਪਾ ਮੋੜਨਾ ਪੈਣਾ ਜਿਹਦੀ ਔਲਾਦ ਹੈ ਜੀ ਉਹ ਮਾਂ-ਬਾਪ ਤਾਂ ਹੈ ਜੇ ਹੋਣਗੇ ਤੂੰ ਕੁਝ ਕਰੇ ਨਾ ਕਰੇ ਮੰਮੀ ਡੈਡੀ ਨੇ ਜ਼ਰੂਰ ਕਰ ਲੈਣਾ ਉਹ ਭਰਾਵਾ ਤੇਰੀ ਗਲਤੀ ਕਰਕੇ ਜ਼ਮੀਨ ਦੇ 5 ਹਿੱਸੇ ਹੋ ਜਾਣੇ ਆ ਇਹ ਦੁਨੀਆ ਦੀ ਪਹਿਲੀ ਫਿਲਮ ਹੋਣੀ ਜਿਹਦੀ ਟਿਕਟ ਸਾਨੂੰ ਕਰੋੜ ਦੀ ਪੈ ਜਾਣੀ ਆ ਉਹ ਯਾਰ ਮੇਰਾ ਹਿੱਸਾ ਦੇ ਦਿਓ ਨਾ ਜਵਾਕ ਨੂੰ ਵੱਡਾ ਜਤਨ ਟਾਟਾ ਨਾ ਪਾਲ ਵੀ ਤੂੰ ਹੀ ਲਈ ਮੰਮੀ ਡੈਡੀ ਤੋਂ ਤਾਂ ਪੜਨਾ ਨਹੀਂ ਹੋ ਹੁਣ ਕਰਨਾ ਕੀ ਹੈ ਛੋਟੇ ਭਰਾ ਦੀ ਲੋੜੀ ਮਨਾਉਣੀ ਹੋਰ ਕੀ ਕਰਨਾ ਹੈ ਉਹ ਪਤੰਦਰੋਂ ਅਸੀਂ ਦੋਨੇ ਤਾਂ ਸ਼ਹਿਰ ਰਹਿੰਦੇ ਸੀ ਤੁਸੀਂ ਤਾਂ ਮੰਮੀ ਡੈਡੀ ਦਾ ਖਿਆਲ ਰੱਖ ਸਕਦੇ ਸੀ ਨਾ ਉਹ ਹੱਦ ਹੋ ਗਈ ਯਾਰ ਮੈਂ ਆਪਣੇ ਕੰਮ ਨਾ ਵੇਖਾਂ ਆ ਟਕ ਦਾ ਵੇਲਾ ਭੌਂਕਦਾ ਰਹਿੰਦਾ ਇਹਨੂੰ ਕਹਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੰਮੀ ਡੈਡੀ ਨੇ ਇਹਨੂੰ ਜੰਮੇ ਕਿਉਂ ਹੈ ਉਹਨਾਂ ਨੂੰ ਇਹ ਤੋਂ ਸਬਕ ਲੈਣਾ ਚਾਹੀਦਾ ਸੀ ਵੀ ਇਸ ਤੋਂ ਬਾਅਦ ਜੋ ਵੀ ਹੋਣਾ ਬਸ ਖਰਾਬ ਹੀ ਹੋਣਾ ਉਹ ਯਾਰ ਮੈਂ ਤਾਂ ਕਹਿੰਦਾ ਆਪਾਂ ਮੰਮੀ ਡੈਡੀ ਨਾਲ ਗੱਲ ਕਰਕੇ ਨਾ ਕਲੀਅਰ ਕਰ ਦੇਣਾ ਕਿ ਅਸੀਂ ਆਹ ਸਭ ਨਹੀਂ ਕਰਨ ਦੇਣਾ ਨਹੀਂ ਆ ਸਭ ਕੀ ਨਹੀਂ ਕਰਨ ਦੇਣਾ ਉਹ ਜੇ ਡੈਡੀ ਤੇਰੇ ਲੰਗੋਟ ਤੋਂ ਰਿਹਾ ਇਹਦਾ ਮਤਲਬ ਇਹ ਨਹੀਂ ਵੀ ਤੂੰ ਡੈਡੀ ਦਾ ਲੰਗੋਟੀਆ ਯਾਰ ਬਣ ਗਿਆ ਸ਼ਰਮ ਨਹੀਂ ਆਉਂਦੀ ਤੈਨੂੰ ਉਹ ਜਿਹੜੀ ਜ਼ਮੀਨ ਜਾਊਗੀ ਉਹ ਤਾਂ ਜਾਊਗੀ ਉੱਤੋਂ ਲੋਕ ਅੱਡ ਲਾਣ ਤਾਂ ਪਾਉਣਗੇ ਵੀ ਇਹਨਾਂ ਦੇ ਡੈਡੀ ਨੇ ਚੰਨ ਚਾੜਤਾ ਉਹ ਸਭ ਤੋਂ ਵੱਧ ਮਖੌਲ ਲੋਕੀ ਮੇਰਾ ਉਡਾਉਣਗੇ 4 ਦਿਨ ਪਹਿਲਾਂ ਹੀ ਐਮਐਲਏ ਸਾਹਮਣੇ ਮੈਨੂੰ ਪਰਿਵਾਰ ਭਲਾਈ ਮਹਿਕਮੇ ਦਾ ਚੇਅਰਮੈਨ ਬਣਾਇਆ ਜੱਗੀ ਆਹ ਦੂਜਾ ਮਹਿਕਮਾ ਵੀ ਤੇਰੇ ਅੰਡਰ ਆਉਂਦਾ ਦੂਜਾ ਕਿਹੜਾ ਨਸਬੰਦੀ ਵਾਲਾ ਆਹੋ ਪਰ ਕਿਉਂ ਬਸ ਫਿਰ ਆਪਾਂ ਡੈਡੀ ਦੀ ਕਰਾ ਦਿੰਨੇ ਉਹ ਯਾਰ ਪਰ ਡੈਡੀ ਦਾ ਇਸ ਉਮਰੇ ਫੇਰ ਜਵਾਕ ਜੰਮਣ ਨੂੰ ਫਿਰਦਾ ਉਹ ਕਿਉਂ ਕਰਾਊਗਾ ਇਹੀ ਤਾਂ ਜੁਗਾੜ ਲਾਉਣਾ ਜੱਗੀ ਅੱਜ ਕੱਲ ਜਿੰਨੇ ਕਰਾਉਣੀ ਆ ਆਪ ਆ ਕੇ ਇੱਥੇ ਕਰਾ ਜਾਂਦਾ ਇਹਦੇ ਲਈ ਪਿੰਡ ਕੌਣ ਜਾਂਦਾ ਉਹ ਸਨੀ ਮੇਰਾ ਟਾਰਗੇਟ ਹੈ ਮਹੀਨੇ 'ਚ ਘੱਟੋ ਘੱਟ 100 ਬੰਦਿਆਂ ਦੀ ਨਸਬੰਦੀ ਕਰਨੀ ਆ ਉਹ ਜੱਗੀ 100 ਬਹੁਤ ਹੁੰਦੇ ਆ ਵੀਰ ਬਾਲ ਨਹੀਂ ਕੱਟਨੇ ਯਾਰ ਜੇ ਐਗਜ਼ਾਮਪਲ ਆਪਾਂ ਆਪਣੇ ਘਰ ਤੋਂ ਸ਼ੁਰੂ ਕਰੀਏ ਫਿਰ ਤਾਂ ਲੋਕ ਦੇਖੋ ਦੇਖੀ ਕਰਾਉਣਗੇ ਪਹਿਲਾਂ ਤੁਸੀਂ ਕਰਾਓਗੇ ਨਹੀਂ ਡੈਡੀ ਹੈ ਆਲਰੇਡੀ ਹੈ ਉਹ ਤਾਂ ਕਿਸੇ ਹੋਰ ਕੰਮ ਲਈ ਉਹ ਰੈਡੀ ਨੇ ਕਿਹੜੇ ਕੰਮ ਲਈ ਤੁਹਾਨੂੰ ਦੱਸ ਨਹੀਂ ਸਕਦੇ ਤੁਸੀਂ ਉਹਨਾਂ ਨੂੰ ਇਸ ਕੰਮ ਲਈ ਕਨਵਿੰਸ ਕਰੋ ਯਾਰ ਉਹਨਾਂ ਨਾਲ ਗੱਲ ਕੌਣ ਕਰੂ ਇਹ ਤਾਂ ਜਵਾਨਾਂ ਦੀ ਕਰੀਦੀ ਹੈ ਇਸ ਉਮਰ ਚ ਉਹਨਾਂ ਨੇ ਕਰਨਾ ਕੀ ਹੈ ਉਹੀ ਤਾਂ ਮੈਂ ਕਹਿਣਾ ਵੀ ਜਦ ਕਰਨਾ ਹੀ ਕੱਖ ਨਹੀਂ ਕਰਕੇ ਪਾਸੇ ਮਾਰੋ ਤੁਸੀਂ ਉਹਨਾਂ ਨੂੰ ਇਹ ਸਮਝਾਓ ਵੀ ਤੁਹਾਡਾ ਬੇਟਾ ਇਸ ਮਹਿਕਮੇ ਚ ਹੈ ਉਹਦੀ ਭਲਾਈ ਦੇ ਲਈ ਸ਼ੁਰੂਆਤ ਤੋਂ ਕਰਨੀ ਹੈ ਬਸ ਹੋਰ ਕੀ ਕਰੇ ਸੋਚਣਾ ਕੀ ਹੈ ਤੁਹਾਡਾ ਤਾਂ 5 ਮਿੰਟ ਦਾ ਕੰਮ ਹੈ ਕੰਮ ਤਾਂ ਸਾਡਾ 2 ਮਿੰਟ ਦਾ ਹੈ ਠੀਕ ਹੈ ਮੈਂ ਸਮਝਾਉਣਾ ਠੀਕ ਹੈ ਕੋਟੀਆਂ ਟੱਬਲੇ ਗਵਰਨਮੈਂਟ ਤਨਖਾਹਾਂ 6 ਮਹੀਨੇ ਤੁਸੀਂ ਪੈਸੇ ਦਾ ਮੂੰਹ ਨਾ ਦੇਖੋ ਸਾਲਿਓ ਤੁਹਾਡੇ ਵੀ ਹੁਣ ਦਰਜਨ ਨਿਆਣੇ ਫੇਰ ਪਤਾ ਲੱਗੂ ਜਦੋਂ ਇੱਕ ਖੁੱਡ ਵੀ ਨਾ ਆਇਆ ਸਾਲਿਓ ਮੈਥੋਂ ਤਾਂ 3 ਮਸਾ ਸਮਝਦੇ ਸੀ ਮੈਨੂੰ ਬਰਬਾਦ ਕਰਕੇ ਰੱਖਤਾ ਕਿੱਥੇ ਆ ਤੁਹਾਡਾ ਡਾਕਟਰ ਭਾਜੀ ਸ਼ਾਂਤ ਹੋਇਆ ਕੀ ਹੈ ਉਹ ਮੈਂ ਤੁਹਾਡੇ ਮਹਿਕਮੇ ਤੋਂ ਆਪਰੇਸ਼ਨ ਕਰਾਇਆ ਸੀ ਉਹ ਤੈਨੂੰ ਰੇਡੀਓ ਨਹੀਂ ਮਿਲਿਆ ਸਾਲਾ ਰੇਡੀਓ ਤਾਂ ਮੈਂ ਰੇਡੀਓ ਤੇ ਕੀ ਕਰਨਾ ਹੈ ਮੇਰੇ ਪਹਿਲੇ ਹੀ 3 ਜਵਾਕ ਸੀ ਮੈਂ ਪਰਿਵਾਰ ਦੀ ਭਲਾਈ ਵਾਸਤੇ ਆਪਰੇਸ਼ਨ ਕਰਾਇਆ ਸੀ ਵੀ ਹੋਰ ਜਵਾਕ ਕੀ ਕਰਨਾ ਆ ਮੇਰੇ ਘਰ ਵਾਲੀ ਦਾ ਫੇਰ ਜਵਾਕ ਹੋਣ ਵਾਲਾ
ਉਹਦਾ ਲੱਗਦਾ ਮੈਂ ਤੁਹਾਡੇ ਮਹਿਕਮੇ ਤੇ ਕੇਸ ਕਰੂੰ। ਭਾਜੀ ਸਾਡੇ ਮਹਿਕਮੇ 'ਚ ਕੋਈ ਘਾਟ ਨਹੀਂ, ਆਪਰੇਸ਼ਨ ਬਿਲਕੁਲ ਸਹੀ ਹੋਇਆ ਹੈ। ਬਾਬਾ ਜੀ ਥੋੜਾ ਉਸ ਪਾਸੇ ਵੇਖਿਓ। ਤੁਸੀਂ ਮਹਿਕਮਾ ਛੱਡੋ, ਗੁਆਂਢੀਆਂ ਤੇ ਕੇਸ ਕਰੋ। ਛੱਡ ਜਾਓ ਤੇਰੀ ਇਹ ਹੈ ਇਹਨਾਂ ਦਾ ਡੈਡੀ। ਇਹਦੀ ਵੈਸੇ ਕਰਾਉਣ ਦੀ ਲੋੜ ਨਹੀਂ ਸੀ। ਸਮਝ ਨਹੀਂ ਆ ਰਹੀ ਇਹਨਾਂ ਦੀ ਕਰਾਂਗੇ ਕਿੱਥੋਂ। ਕੀ ਹੋਇਆ ਕਾਕਾ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਇਹ ਰੇਡੀਓ ਮੁਫਤ ਲਓ। ਇਹ ਕਾਹਦੇ ਵਾਸਤੇ? ਤੁਹਾਡੇ ਤੋਂ ਇੱਕ ਕੰਮ ਕਰਾਉਣਾ ਹੈ। ਕੀ ਕੰਮ ਕਰਾਉਣਾ? ਕੌਣ ਹੈ ਭਾਈ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਨਿਰੰਜਨ ਜੀ ਕੋਲ ਕੰਮ ਆਇਆ ਸੀ ਕੋਈ। ਮੈਂ ਹੀ ਹਾਂ ਨਿਰੰਜਨ ਸਿੰਘ, ਦੱਸੋ ਕੀ ਕੰਮ? ਜੀ ਮੈਂ ਸਨੀ, ਸਿਹਤ ਤੇ ਪਰਿਵਾਰ ਭਲਾਈ ਮਹਿਕਮੇ ਤੋਂ। ਅੱਛਾ, ਮੈਂ ਸਮਝਿਆ ਕਿਤੇ ਰੇਡੀਓ ਵੇਚਣ ਵਾਲੇ ਆਇਆ। ਇਹ ਵੀ ਤੁਹਾਡੇ ਵਾਸਤੇ ਹੀ ਹੈ। ਅੱਛਾ ਜੀ। ਇਹ ਲੋ ਮੁਫਤ, ਸਰਕਾਰ ਨੇ ਭੇਜਿਆ। ਪਰ ਸਰਕਾਰ ਨੇ ਤਾਂ ਮੋਬਾਈਲ ਫੋਨ ਦੇਣ ਨੂੰ ਨਹੀਂ ਕਿਹਾ ਸੀ। ਇਹ ਦੂਜੇ ਕੰਮ ਲਈ ਹੈ। ਫਿਰ ਵੋਟਾਂ ਆ ਗਈਆਂ? ਨਹੀਂ ਜੀ, ਤੁਹਾਡੇ ਤੋਂ ਇਹਦੇ ਬਦਲੇ ਉਹ ਕਰਾਉਣਾ ਹੈ। ਉਹ ਕਰਵਾਉਣਾ? ਕੀ ਕਰਵਾਉਣਾ? ਉਹ ਕੀ ਜਿਹਦੇ ਨਾਲ ਫੈਮਿਲੀ ਅੱਗੇ ਨਾ ਵਧੇ। ਅੱਛਾ, ਕੋਈ ਟੂਣਾ ਟਾਣਾ ਕਰਾਉਣਾ? ਨਹੀਂ ਅੰਕਲ। ਉਹ ਯਾਰ ਕੀ ਕੁਸਰ ਫੁਸਰ ਕਰੀ ਜਾਂਦਾ, ਉੱਚੀ ਨਹੀਂ ਬੋਲ ਸਕਦਾ? ਨਸਬੰਦੀ। ਤੇਰਾ ਦਿਮਾਗ ਖਰਾਬ ਆ। ਸਾਡੇ ਜਵਾਕਾਂ ਨੇ ਤਾਂ ਹਜੇ ਤੱਕ ਖਾਤਾ ਨਹੀਂ ਖਲਾਇਆ, ਅਸੀਂ ਕਿਵੇਂ ਕਰਾ ਸਕਦੇ ਆ? ਉਹ ਸਾਰੇ ਹੀ ਕੁਆਰੇ ਆ। ਅੱਛਾ, ਫਿਰ ਤੁਸੀਂ ਕਰਵਾ ਲਓ। ਉਹ ਯਾਰ ਬਜ਼ੁਰਗਾਂ ਨੂੰ ਇਦਾਂ ਦੀਆਂ ਆਫਰਾਂ ਦੇਣਾ ਚੰਗਾ ਲੱਗਦਾ? ਅੰਕਲ ਸਮਝੋ, ਤੁਹਾਡਾ ਮੁੰਡਾ ਇਸ ਮਹਿਕਮੇ ਦਾ ਡਿਸਟ੍ਰਿਕਟ ਚੇਅਰਮੈਨ ਬਣਿਆ। ਫਿਰ ਇਸ ਲਈ ਆਪਾਂ ਨੂੰ ਸ਼ੁਰੂਆਤ ਤੁਹਾਡੇ ਘਰ ਤੋਂ ਹੀ ਕਰਨੀ ਪੈਣੀ ਹੈ। ਯੂ ਸੀ, ਚੈਰਿਟੀ ਬਿਗਿਨਸ ਐਟ ਹੋਮ। ਇਹ ਜ਼ਰੂਰੀ ਹੈ ਜੀ। ਫਿਰ ਬਾਪੂ ਜੀ ਦੀ ਕਰ ਦੇ। ਇਹਨਾਂ ਤੋਂ ਦੇਸ਼ ਨੂੰ ਕੀ ਖਤਰਾ ਹੈ? ਯਾਰ ਮੈਂ ਹੀ ਹੱਥ 'ਚ ਪਰਮਾਣੂ ਚੱਕੀ ਫਿਰਦਾ, ਜਿਹੜਾ ਮੇਰੇ ਕੋਲੋਂ ਦੇਸ਼ ਨੂੰ ਖਤਰਾ। ਮੇਰਾ ਮਤਲਬ ਇਹਨਾਂ ਦੀ ਉਮਰ ਜ਼ਿਆਦਾ ਹੈ। ਜੇ ਅਸੀਂ ਇਹਨਾਂ ਨੂੰ ਹੱਥ ਪਾ ਲਿਆ, ਕੱਲ ਨੂੰ 4 ਬੰਦਿਆਂ ਨੂੰ ਹੱਥ ਪਾਉਣਾ ਪੈਣਾ ਹੈ। ਤੁਸੀਂ ਤਕੜੇ ਹੋ, ਤੁਸੀਂ ਕਰਵਾ ਲਓ, ਨਾਲੇ ਕਿ ਰੇਡੀਓ ਮੁਫਤ ਮਿਲੂ। ਬਸ ਫਿਰ ਤਾਂ ਅਸੀਂ ਰੇਡੀਓ ਸੁਣਨ ਜੋਗੇ ਹੀ ਰਹਿ ਗਏ। ਮੇਰਾ ਮਨ ਨਹੀਂ ਮੰਨਦਾ, ਇਹੋ ਜਿਹੇ ਕੰਮ ਜਵਾਨੀ ਵੇਲੇ ਕਰਾਉਂਦੇ ਹੁੰਦੇ ਆ। ਇਸ ਉਮਰੇ ਕਰਾ ਕੇ ਮੈਂ ਕੋਈ ਪੰਗਾ ਹੀ ਨਾ ਖੜਾ ਕਰ ਲਵਾਂ। ਕੋਈ ਪੰਗਾ ਨਹੀਂ ਪੈਂਦਾ ਅੰਕਲ। ਸਾਡੇ ਮਹਿਕਮੇ ਕੋਲ ਇੱਕ ਤੋਂ ਇੱਕ ਵਧੀਆ ਡਾਕਟਰ ਹੈ। ਅੱਜ ਤਾਂ ਕੋਈ ਬੰਦਾ ਉਹੀ ਗਲਤ ਫਹਿਮੀ 'ਚ ਗਾਣਾ ਗੁਲਾ ਜੇ ਕੱਢ ਗਿਆ। ਅੱਖੋਂ ਦੇ ਗੁਆਂਢੀ ਦੀ ਮੈਲੀ ਸੀ, ਭੰਨ ਮੇਰੀ ਗਿਆ। ਬੇਟੇ, ਇਸ ਤੋਂ ਪਹਿਲਾਂ ਤੇਰੀ ਦੂਜੀ ਅੱਖ ਵੀ ਭੰਨੀ ਜਾਵੇ। ਮੈਂ ਤੈਨੂੰ ਇੱਜ਼ਤ ਨਾਲ ਸਮਝਾ ਰਿਹਾ ਕਿ ਇਹੋ ਜਿਹੇ ਕੰਮਾਂ ਦੇ ਵਿੱਚ ਜ਼ੋਰ ਜ਼ਬਰਦਸਤੀ ਨਹੀਂ ਕਰੀਦੀ। ਸਮਝੋ ਅੰਕਲ, ਹਿੰਗ ਲੱਗੇ ਨਾ ਫਟਕਰੀ, ਰੰਗ ਚੋਖੇ ਦਾ ਚੋਖਾ। ਉਹ ਤੂੰ ਪਰਾਂ ਮਾਰ ਅੰਕਲ। ਉਹ ਤੂੰ ਜਾਣਾ ਕਿ ਮੈਂ ਕੱਢਾਂ ਤੇਰੇ ਕੋਲ ਟੁੱਟੇ? ਜਾਣਾ। ਕਾਕਾ ਮੈਨੂੰ ਦੇ ਜਾ ਰੇਡੀਓ, ਮੈਂ ਇੱਥੋਂ ਕਰਾ ਜਾ ਕਰਾਉਣਾ। ਤੁਸੀਂ ਵੈਸੇ ਰੱਖ ਲਓ, ਉਹੀ ਨਾ ਸਾਡੇ ਗੱਲ ਪੈ ਜਿਓ। ਆ ਜਾ ਜਾ ਵਗ ਜਾ। ਕੀ ਡੈਡੀ ਨੇ ਮਨਾ ਕਰਤਾ? ਹਾਂ, ਪੈ ਗਏ ਮੈਨੂੰ। ਬਾਪੂ ਨਹੀਂ ਟਲਦਾ। ਮੈਂ ਤਾਂ ਪਹਿਲਾਂ ਹੀ ਕਿਹਾ ਸੀ, ਗੱਲ ਪੱਕੀ ਹੈ। ਕਿਹੜੀ ਗੱਲ ਪੱਕੀ ਹੈ? ਸਨੀ, ਤੂੰ ਥੋੜਾ ਸਾਈਡ ਤੇ ਜਾ, ਸੀ ਕੋਈ ਗੱਲ ਕਰਨੀ ਹੈ। ਉਰੇ ਓਏ, ਤੂੰ ਭਰਾਵਾ ਸਾਈਡ ਤੇ ਜਾ, ਸੀ ਕੋਈ ਜ਼ਰੂਰੀ ਗੱਲ ਕਰਨੀ ਹੈ। ਵੱਡਾ ਸਰਜਣ। ਗੱਲ ਸੁਣੋ, ਅੱਜ ਤੋਂ ਬਾਅਦ ਘਰੇ ਆਪਾਂ ਨੇ 24 ਘੰਟੇ ਮੰਮੀ ਡੈਡੀ ਦੇ ਨਾਲ ਰਹਿਣਾ। ਉਹਨਾਂ ਨੂੰ ਇਹ ਦੱਸੇ ਬਿਨਾਂ ਵੀ ਸਾਨੂੰ ਸਾਰੀ ਗੱਲ ਦਾ ਪਤਾ ਹੈ। ਉਹਨਾਂ ਨੂੰ ਅੱਡੋ ਅੱਡ ਰੱਖਣਾ ਆਪਾਂ। 24 ਘੰਟੇ ਮਤਲਬ ਹੁਣ ਆਪਣੇ ਕੰਮ ਕਰ ਛੱਡ ਦਈਏ? ਉਹ ਛੱਡ ਦੇ ਭਰਾਵਾ ਕੰਮਕਾਰ। ਵੱਡਾ ਆਇਆ ਹੈ ਕੰਮਾਂਕਾਰਾਂ ਵਾਲਾ। ਆ ਜਿਹੜੇ ਖੁਸਰੇ ਤੇਰੇ ਐਮਐਲਏ ਬਣ ਤੇ ਨੱਚਣੇ ਸੀ ਨਾ, ਉਹ ਆਪਣੇ ਛੋਟੇ ਭੈਣ ਭਰਾ ਹੁਣ ਤੇ ਨੱਚਣਗੇ। ਹਾਂ, ਇੱਕ ਵਾਰ ਫੇਰ ਸੋਚ ਲਓ ਜੀ, ਆਪਾਂ ਠੀਕ ਕਰਨ ਜਾ ਰਹੇ ਹਾਂ। ਬਿਲਕੁਲ ਠੀਕ ਕਰ ਰਿਹਾ। ਦੁਨੀਆ ਚਾਹੇ ਇੱਧਰ ਦੀ ਉੱਧਰ ਹੋ ਜਵੇ, ਹੁਣ ਤਾਂ ਇਸ ਘਰ ਵਿੱਚ 5ਵਾਂ ਜਵਾਕ ਆ ਕੇ ਹੀ ਰਹੋ। ਠੀਕ ਹੈ, ਅਸੀਂ ਵੀ ਦੇਖਦੇ ਹਾਂ ਹੁਣ ਕਿਵੇਂ ਜੰਮਦਾ ਬਾਪੂ ਜਵਾਕ। ਉਹ ਦੇਖਣਾ ਨਹੀਂ, ਅਸੀਂ ਰੋਕਣਾ ਹੈ। ਆ ਫਿਲਮਾਂ ਦੇਖ ਕੇ ਜਵਾਕ ਵਿਗੜਦੇ ਤਾਂ ਸੁਣੇ ਸੀ, ਪਰ ਮਾਂ ਪਿਓ ਵਿਗੜਦੇ ਪਹਿਲੀ ਵਾਰੀ ਦੇਖੇ ਨੇ। ਆਓ ਆਓ ਆਓ, ਆ ਦੇਖ, ਬਿੰਦਾ ਬਿੰਦਾ ਆਇਆ ਏ। ਸਤਿ ਸ੍ਰੀ ਅਕਾਲ ਬੇਬੇ ਜੀ। ਜਿਉਂਦਾ ਰਹਿ। ਬਿੰਦਾ, ਅਮਨ, ਜਿਉਂਦਾ ਰਹਿ ਪੁੱਤ, ਜਿਉਂਦਾ। ਸਤਿ ਸ੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ ਪੁੱਤ, ਤੁਸੀਂ ਸੁੱਖ ਤਾਂ ਹੈ? ਉਹ ਬਸ ਜਿਉਂਦਾ ਰਹਿ। ਤੁਹਾਡੇ ਜਾਣ ਮਗਰੋਂ ਤੁਹਾਡੀ ਯਾਦ ਹੀ ਨਹੀਂ ਆਈ। ਰਹਿਣ ਗਿਆ ਬਸ ਨਾਲ ਹੀ ਭੱਜਿਆ। ਲੈ ਜੇ ਇਹੀ ਯਾਦ
ਸ਼ਹਿਰ ਚ ਆਈ ਹੁੰਦੀ ਆਪਾਂ 10 ਮਿੰਟ ਉੱਥੇ ਲਾ ਲੈਂਦੇ ਨਾਲੇ ਤੁਹਾਡਾ ਗੇੜਾ ਵੱਜ ਜਾਂਦਾ ਪੈਰੀ ਬੰਨੇ ਜਿਉਂਦੇ ਰਹੋ। ਚੱਲ ਚੰਗਾ ਤੁਸੀਂ ਬੈਠੋ ਮੈਂ ਚਾਹ ਧਰਦੀ ਹਾਂ। ਉਹ ਕੋਈ ਨਾ ਆਜੋ ਬੈਠੋ ਚਾਹ ਬਾਅਦ ਚ ਧਰ ਲਿਓ। ਪਰ ਧਰ ਲੈਣ ਦੇ ਚਾਹ ਇੱਥੇ ਕਿਹੜਾ ਕੋਈ ਬਹਾਦਰ ਆ ਇੱਥੇ ਤਾਂ ਇਹੀ ਬਹਾਦਰ ਆ ਘਰ ਚ। ਹੋਰ ਸੁਣਾਓ ਡੈਡੀ ਕੀ ਚੱਲਦਾ ਹੈ? ਸਾਡਾ ਤਾਂ ਵਸ ਨਹੀਂ ਚੱਲਦਾ ਭਾਈ ਹੋਰ ਕੀ ਚੱਲਣਾ ਤਾਂ ਵੀ ਸਾਹ ਚੱਲਦੇ ਆ। ਬਸ ਜੋ ਤੱਕ ਸਾਹ ਚੱਲਦੇ ਨੇ ਉਦੋਂ ਤੱਕ ਰੱਬ ਦਾ ਸ਼ੁਕਰਾਨਾ ਕਰਿਆ ਕਰੋ। ਹੋਰ ਕਿਸ ਚੀਜ਼ ਤੋਂ ਲੈਣਾ ਵੀ ਕੀ ਆਪਾਂ? ਅਸੀਂ ਤਾਂ ਹਰ ਵੇਲੇ ਉਹਦਾ ਸ਼ੁਕਰਾਨਾ ਕਰਦੇ ਆ। ਲਾਂਬਾ ਤਾਂ ਉਹਨੂੰ ਕਦੇ ਉਦੋਂ ਨਹੀਂ ਦਿੱਤਾ ਜਦੋਂ ਤੁਸੀਂ ਚਾਰੇ ਜੰਮੇ ਸੀ। ਹੁਣ ਤੇ ਕੀ ਦੇਣਾ ਹਾਂਜੀ? ਮੇਰਾ ਮਤਲਬ ਰੱਬ ਕੋਲ ਇੱਕ ਅਰਦਾਸ ਕੀਤੀ ਸੀ ਜੇ ਉਹ ਪੂਰੀ ਹੋ ਗਈ ਫਿਰ ਉਸ ਤੋਂ ਬਾਅਦ ਤਾਂ ਸ਼ੁਕਰਾਨਾ ਹੀ ਸ਼ੁਕਰਾਨਾ ਹੈ। ਸਾਨੂੰ ਵੀ ਦੱਸ ਦਿਓ ਕੀ ਮੰਗਿਆ ਰੱਬ ਤੋਂ। ਦੱਸਣਾ ਕੀ ਆ ਵੇਖ ਹੀ ਲਿਓ। ਲਓ ਜੱਗੀ ਹੁਣ ਵੀ ਆ ਵੀਰੋ ਤੁਸੀਂ ਵੀ ਜੱਗੀ ਕਿਵੇਂ ਹੈ? ਕੀ ਹਾਲ ਹੈ? ਠੀਕ ਹੈ ਤੂੰ ਸੁਣਾ ਛੋੜਿਆ ਕਿੱਦਾਂ? ਵਧੀਆ ਰੇ ਤੂੰ ਯਾਰ ਵਧੀਆ ਤੁਸੀਂ ਦੱਸੋ ਅੱਜ ਮੇਰੇ ਭਰਾ ਇੱਥੇ ਕਿਵੇਂ? ਉਹ ਬਸ ਰਾਤ ਇੱਕ ਭੈੜਾ ਸੁਪਨਾ ਆਇਆ ਦੇਖ ਲਿਆ। ਆ ਡੈਡੀ ਦੇ 6 ਵਜੇ ਸਾਤੋਂ ਰਹਿ ਨਹੀਂ ਗਿਆ ਨਾਲ ਹੀ ਭੱਜਿਆ। ਹਾਏ ਮੈਂ ਮਰ ਗਈ। ਪੁੱਤ ਕੀ ਦੇਖਿਆ ਸੁਪਨੇ ਚ ਤੂੰ? ਸੁਪਨੇ 'ਚ ਮੰਮੀ ਇਹ ਤਾਂ ਨਹੀਂ ਪਤਾ ਲੱਗਿਆ ਵੀ ਸੱਟ ਕਿਵੇਂ ਵੱਜੀ ਆ। ਐਂ ਲੱਗਦਾ ਸੀ ਜਿਵੇਂ ਕੋਈ ਭਾਰੀ ਕੰਮ ਕਰਕੇ ਹਟੇ ਹੁੰਦੇ ਨੇ ਜਿਹੜਾ ਇਹਨਾਂ ਨੂੰ ਸੁੱਤ ਨਹੀਂ ਆਇਆ ਬਸ ਨਾਲ ਹੀ ਮਜੇ ਨਾਲ ਲੱਗੇ। ਤੁਸੀਂ ਜੀ ਆਪਦਾ ਧਿਆਨ ਰੱਖਿਆ ਕਰੋ ਕੋਈ ਪੁੱਠਾ ਸਿੱਧਾ ਕੰਮ ਨਹੀਂ ਕਰਨਾ। ਬਸ ਹੁਣ ਤਾਂ ਮੰਮੀ ਨੇ ਵੀ ਕਹਤਾ ਉਹ ਬਾਬਾ ਨਹੀਂ ਚੱਕਦਾ ਮੈਂ ਕੋਈ ਭਾਰ। ਕੱਲੇ ਭਾਰ ਦੀ ਗੱਲ ਨਹੀਂ ਹੋਰ ਵੀ ਕੋਈ ਪੁੱਠਾ ਸਿੱਧਾ ਕੰਮ ਨਹੀਂ ਕਰਨਾ। ਹਾਂ ਮੈਂ ਤਾਂ ਟੈਨਸ਼ਨ ਹੋ ਗਈ। ਸਾਡਾ ਪੁੱਛੋ ਕੀ ਹਾਲ ਹੈ? ਤੂੰ ਐ ਕਰ ਭਰਾਵਾ 2 ਮਿੰਟ ਸੌਦਾ ਸੁਪਨਾ ਪੂਰਾ ਕਰਕੇ ਮੈਨੂੰ ਦੱਸ ਕਿਹੜੇ ਕੰਮ ਕਰਨ ਲੱਗੇ ਮੇਰੇ 6 ਵੱਜੀ ਸੀ। ਮੈਂ ਉਹ ਨਹੀਂ ਕਰਦਾ। ਇਹ ਕੋਈ ਵੈਬ ਸੀਰੀਜ਼ ਦਾ ਐਪੀਸੋਡ ਨਹੀਂ ਵੀ ਜਿਹੜਾ ਜਿੱਥੋਂ ਛੱਡਿਆ ਉੱਥੇ ਹੀ ਲਾ ਲਓ। ਪੁੱਠੇ ਸਿੱਧੇ ਕੰਮ ਦਾ ਮਤਲਬ ਕੋਈ ਵੀ ਪੁੱਠਾ ਸਿੱਧਾ ਕੰਮ ਨਹੀਂ ਕਰਨਾ। ਮੁੱਕ ਦੀ ਗੱਲ ਇਹ ਹੈ ਜੀ ਕਿ ਕੋਈ ਵੀ ਜਵਾਨਾਂ ਵਾਲਾ ਕੰਮ ਨਹੀਂ ਕਰਨਾ। ਹਾਂ ਇਹ ਸੁਪਨਾ ਤੁਹਾਨੂੰ ਦੋਨਾਂ ਨੂੰ ਇਕੱਠਿਆਂ ਨੂੰ ਆਇਆ ਸੀ? ਇਹਨੂੰ ਮੈਂ ਆਉਂਦੇ ਹੋਏ ਰਸਤੇ 'ਚ ਦੱਸਿਆ ਸੀਗਾ। ਚਲੋ ਮੰਮੀ ਹੁਣ ਧਰ ਲੋ ਚਾਹ। ਚੰਗਾ ਪੁੱਤ ਤੁਸੀਂ ਕਰੋ ਗੱਲਾਂ ਮੈਂ ਵੀ ਮੁਰਗੀਆਂ ਨੂੰ ਦਾਣਾ ਪਾਇਆ। ਇਹਨਾਂ ਨੂੰ ਕਿਵੇਂ ਸਮਝਾਵੇ ਕੋਈ ਵੀ ਇਹ ਉਮਰ ਇਹਨਾਂ ਦੀ ਦਾਣਾ ਪਾਉਣ ਦੀ ਨਹੀਂ ਹੈ। ਇਹਨਾਂ ਦੇ ਖਾਣੇ ਗੱਲ ਪਾਈਏ ਕਿਵੇਂ? ਕੋਈ ਗੱਲ ਨਹੀਂ ਹੁਣ ਆਪਾਂ ਇੱਥੇ ਆ ਇਹਨਾਂ ਨੂੰ ਇਹ ਗੱਲ ਤਾਂ ਸਮਝਾ ਕੇ ਜਾਵਾਂਗੇ ਵੀ ਚਾਰ ਹੀ ਕਾਫੀ ਹੋਰ ਤੋਂ ਮਾਫੀ। चिड़ी उड़ काउड काउड कड़ा खाओ ਆਲੋ ਬੇਬੇ ਜੀ ਬੜਾ ਤਾਂ ਕਮਾਲ ਵਾਲੀ ਗੱਲ ਸੀ। ਤੂੰ ਕਿਹੜਾ ਆਕਾ ਨਹੀਂ ਖੁਸ਼ੀ ਜੀ? ਪੁੱਤ ਬੜੇ ਚਿਰਾਂ ਬਾਅਦ ਰੱਬ ਨੇ ਇਸ ਘਰ ਨੂੰ ਭਾਗ ਲਾਏ ਨੇ। ਇਹਨਾਂ ਦੇ ਆਉਣ ਦੀ ਬਾਹਲੀ ਖੁਸ਼ੀ ਨਾ ਮਨਾ। ਥੋੜੇ ਕੇ ਚਿਰਾਂ ਬਾਅਦ ਤੈਨੂੰ ਵਿਹੜਾ ਖਾਲੀਏ ਮਿਲੂ। ਜੇ ਹੁਣੇ ਇਕੱਠੇ ਹੋਣਾ ਸ਼ੁਰੂ ਹੋਏ ਨੇ ਨਾ ਤਾਂ ਅਗਾਂਹ ਨੂੰ ਵੀ ਹੁੰਦੇ ਰਹਿਣਗੇ। ਤੁਸੀਂ ਮੂੰਹ ਮਿੱਠਾ ਕਰੋ। ਇੱਕ ਗੱਲ ਦੱਸ ਬੇਬੇ ਤੁਸੀਂ ਕਿੰਨੇ ਜਵਾਕ ਜੰਮੇ ਸੀ? 10। ਇੰਨੇ ਜੰਮਣ ਦੀ ਕੀ ਲੋੜ ਸੀ? 4 ਹੀ ਬਹੁਤ ਸੀ। ਤੇਰਾ ਪਿਓ 5ਵਾਂ ਹੈ। ਤਾਂ ਹੀ ਤਾਂ ਕਹਿਣਾ ਜੰਮਣ ਦੀ ਕੀ ਲੋੜ ਸੀ? ਸਤਵੰਤ ਤਾਂ ਹੀ ਤਾਂ ਜੰਮਿਆ। ਜੇ ਚੌਂਕਾ ਚੁੱਲਾ ਨਿਪਟਾ ਲਿਆ ਪੈ ਜੀਏ ਦੁੱਧ ਅੰਦਰ ਹੀ ਲੈ ਆਈ। ਹਾਂਜੀ ਤੂੰ ਇੱਥੇ ਸਾਡੇ ਕਮਰੇ 'ਚ ਕੀ ਕਰ ਰਿਹਾ? ਮੇਰੇ ਪੇਪਰ ਆ ਰਿਹਾ ਤਿਆਰੀ ਕਰ ਰਿਹਾ ਸੀ। ਪਰਚੀਆਂ ਬਣਾ ਰਿਹਾ? ਪੜ ਰਿਹਾ। ਕੋਈ ਕੰਮ? ਕੰਮ ਤੇ ਕੋਈ ਨਹੀਂ ਅਸੀਂ ਪੈਣਾ ਸੀ। ਤੇ ਫਿਰ ਪੈ ਜਾਓ ਮੈਂ ਨਹੀਂ ਡਿਸਟਰਬ ਹੁੰਦਾ। ਪਰ ਅਸੀਂ ਡਿਸਟਰਬ ਹੋਵਾਂਗੇ ਨਾ ਸਾਨੂੰ ਲਾਈਟ 'ਚ ਨੀਂਦ ਨਹੀਂ ਆਉਂਦੀ। ਇਸ 'ਚ ਮਾਈਂਡ ਕਰਨ ਵਾਲੀ ਕੋਈ ਗੱਲ ਨਹੀਂ। ਤੁਸੀਂ ਆਪਦੀ ਲਾਈਟ ਆਫ ਕਰ ਲਓ ਤੇ ਮੈਂ ਆਪਣਾ ਟੇਬਲ ਲੈਂਪ ਔਨ ਕਰ ਲੈਣਾ। ਪਰ ਅਸੀਂ ਇਦਾਂ ਵੀ ਡਿਸਟਰਬ ਹੋਵਾਂਗੇ। ਉਹ ਯਾਰ ਮੈਂ ਢੋਲ ਵਜਾ ਕੇ ਪੜਨਾ ਤੁਸੀਂ ਪੈ ਜਾਓ ਆਪਦਾ। ਓਹੋ ਪੜ ਲੈਣ ਦਿਓ ਨਿਆਣੇ ਨੂੰ ਆਪਾਂ ਦੂਜੇ ਕਮਰੇ 'ਚ ਪੈ ਜਾਂਦੇ। ਗੱਲ ਸੁਣੋ ਵੀਰੇ ਨੂੰ ਸੁਪਨਾ ਆਇਆ ਸੀ ਕਿ ਤੁਹਾਡੇ 6 ਵੱਜੀ ਆ। ਹੁਣ ਸਿੱਧਾ ਸੌਂ ਜਿਓ ਜਾ ਕੇ। ਸੌਣਾ ਹੀ ਆ ਹੋਰ ਅਸੀਂ ਚੌਂਕੀ ਨਹੀਂ ਲਾਉਣੀ। ਤੁਸੀਂ ਕਿੱਧਰ? ਪੁੱਤ ਸਾਡੇ ਕਮਰੇ 'ਚ ਅਮਨ ਪੜਦਾ ਹੈ ਅਸੀਂ ਦੂਜੇ ਕਮਰੇ 'ਚ ਸੌਣ ਚੱਲੇ ਸੀ। ਹਾਂ ਉਹਦੀ ਪੜ੍ਹਾਈ ਵੀ ਜ਼ਰੂਰੀ ਹੈ। ਤੁਸੀਂ ਐ ਕਰੋ ਆਜੋ ਬਾਹਰ ਵਿਹੜੇ 'ਚ ਪੈ ਜਾਓ। ਬੇਟੇ ਸਿਆਲ ਚੜਨ ਵਾਲਾ ਬਾਹਰ ਠੰਡ ਹੋ ਜਾਂਦੀ ਆ ਨਾਲੇ ਮੇਰੀ ਪਿੱਠ ਦੁਖਦੀ। ਉਹ ਦਾਦਾ ਦਾਦੀ ਥੋਤੋਂ ਬਜ਼ੁਰਗ ਨੇ ਉਹਨਾਂ ਦੀ ਤਾਂ ਪਿੱਠ ਦੁਖਦੀ ਨਹੀਂ। ਯਾਰ ਮੇਰਾ ਕੋਈ ਉਹਨਾਂ ਨਾਲ ਕੰਪੀਟੀਸ਼ਨ ਵੀ ਉਹਨਾਂ ਦੀ ਨਹੀਂ ਦੁਖਦੀ ਮੇਰੀ ਦੁਖਦੀ ਆ। ਫਿਰ ਆਜੋ ਬਾਹਰ ਹੀਟਰ ਲਾ ਲਾਂਗੇ। ਉਹ ਛੱਡ ਪਰ ਯਾਰ ਅਸੀਂ ਅੰਦਰ ਸੌਂ ਜਾਂਦੇ। ਇੱਕ ਮਿੰਟ ਅੰਦਰ ਜੱਗੀ ਪਿਆ ਉਹਨੇ ਨਵਾਂ ਮਹਿਕਮਾ ਫੜਿਆ ਉਹਨੂੰ ਰਾਤ ਨੂੰ ਜਾਗਣਾ ਪੈਂਦਾ। ਹੁਣ ਅਸੀਂ ਵੀ ਤਾਂ ਕਿਤੇ ਪੈਣਾ ਹੀ ਆ। ਵੈਸੇ ਹੋਰ ਕਿੰਨੇ ਕੁ ਦਿਨ ਰਹਿਣਾ ਤੁਸੀਂ ਇੱਥੇ? ਅਸੀਂ ਕਿੱਥੇ ਜਾਣਾ ਮਸਾ ਤਾਂ ਆਏ ਆ। ਖਾਸ ਦਿਨ ਰਵਾਂਗੇ। ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ।
ਠੀਕ ਆ ਫਿਰ ਤੂੰ ਗਲੀ 'ਚ ਪੈ ਜਾ, ਅਸੀਂ ਅੰਦਰ ਪੈ ਜਾਂਦੇ ਤੁਸੀਂ ਵੀ ਨਾ ਨਿਆਣੇ ਜਿੱਥੇ ਪੈਂਦੇ ਨੇ ਪੈ ਜਾਂਦੇ, ਆਪਾਂ ਸਟੋਰ 'ਚ ਪੈ ਜਾਂਦੇ ਤੁਸੀਂ ਅੱਡ ਪੈਣੇ ਕਿਉਂ ਐ? ਮਸਾ ਮਸਾ ਤਾਂ ਟੱਬਰ ਇਕੱਠਾ ਹੋਇਆ। ਆਜੋ ਸਾਰੇ ਵਿਹੜੇ 'ਚ ਪੈਨੇ ਆਓ। ਆ। ਪੁੱਤ ਜੇ ਤੇਰੇ ਡੈਡੀ ਦੀ ਪਿੱਠ ਨਾ ਦੁਖਦੀ ਹੁੰਦੀ ਤਾਂ ਅਸੀਂ ਵੀ ਪੈ ਜਾਂਦੇ ਬਾਹਰ। ਅੱਛਾ ਜੀ ਚਲੋ। ਮੰਮੀ ਕਿਹੜਾ ਕੱਟ ਹੈ? ਇਹ ਵੀ ਨਾਲ ਹੀ ਰਲੀ ਹੋਈ ਹੈ। ਉਹ ਅੰਦਰ ਕੁਝ ਪੈਣ ਨੂੰ ਹੈ ਨਹੀਂ, ਪੂੰਜੇ ਸੌਂਗੇ। ਕੋਈ ਗੱਲ ਨਹੀਂ ਬੇਟੇ, ਅਸੀਂ ਔਖੇ ਸੌਖੇ ਸਾਰ ਲਾਂਗੇ। ਚੱਲ ਸਤਵੰਤ। ਕੀ ਹੋ ਗਿਆ ਪੁੱਤ? ਐ ਕੁਝ ਹੋਣ ਦਿੰਦੇ ਆ, ਸੌਂ ਜਾਓ ਤੁਸੀਂ। ਕੁੰਡਾ ਲਾ ਲਾ। ਕਿੱਥੇ ਗਏ? ਆ ਦਬੜ ਕੇ ਕੁੰਡਾ ਲਾ ਲਿਆ। ਫਿਰ ਹੁਣ ਕੀ? ਜਵਾਕ ਦਾ ਨਾਂ ਸੋਚੋ, ਕਿਹੜੇ ਅੱਖਰ ਤੋਂ ਰੱਖਣਾ? ਉਹ ਕੀ ਕਰਨ ਲੱਗਿਆ ਵੀਰੇ? ਇਹ ਸਭ ਦੇਖਦੇ ਚੰਗੇ ਲੱਗਦੇ ਆ? ਮੈਂ ਦੇਖ ਨਹੀਂ ਰਿਹਾ, ਇਹਨਾਂ ਨੂੰ ਡਿਸਟਰਬ ਕਰਨ ਦੀ ਸਕੀਮ ਸੋਚ ਰਿਹਾ। ਵੀਰੇ ਚਿਕਲੀ ਡੈਡੀ ਚਿਕਲੀ ਤੋਂ ਡਰਦਾ ਹੈ। ਡੈਡੀ ਤੇਰਾ ਭੁਲੇਖਾ ਹੈ, ਡੈਡੀ ਕਿਸੇ ਤੋਂ ਨਹੀਂ ਡਰਦਾ। ਛਿਪਕਲੀ ਬਚਾਓ ਤੇਰੀ ਮਾਂ ਨੂੰ। ਮੈਨੂੰ ਤਾਂ ਐਂ ਫੀਲ ਹੋ ਜਾਂਦਾ ਜਿਵੇਂ ਦਿਓਰ ਨਵੇਂ ਵਿਆਹੇ ਭਰਾ ਭਰਜਾਈ ਨੂੰ ਤੰਗ ਕਰਦੇ ਹੋਣ। ਓਏ ਭਰਾਵਾ ਮੈਂ ਕੀ ਕਹਿ ਰਿਹਾ? ਸਿੱਧਾ ਗੱਲ ਹੀ ਕਰ ਲੈਨੇ ਇਹਨਾਂ ਨਾਲ। ਉਹ ਤੂੰ ਹੈਗਾ ਪੋਲਿਟਿਕਸ 'ਚ, ਤੇਰੀ ਜਾਂ ਖੁੱਲੀ ਗਈ, ਸਾਡੀ ਨਹੀਂ। ਸਾਡਾ ਧੀਆਂ ਭੈਣ ਵਾਲਾ ਕੰਮ ਹੈ, ਪ੍ਰਾਪਰਟੀ ਦਾ। ਚੇਅਰਮੈਨ ਸਾਹਿਬ, ਜੱਗੀ, ਜਿਹੜਾ ਐਮਐਲਏ ਸਾਹਿਬ ਨੇ ਤੈਨੂੰ ਪਰਿਵਾਰ ਭਲਾਈ ਮਹਿਕਮੇ ਦਾ ਚੇਅਰਮੈਨ ਲਾਇਆ, ਉਹਦੇ 'ਚ ਕੋਈ ਨਵਾਂ ਕਾਨੂੰਨ ਬਣਾ ਰਹੇ ਹੋ ਤੁਸੀਂ? ਕੀ? ਜ਼ਿਲ੍ਹੇ ਦੀ ਜਨਸੰਖਿਆ ਕੰਟਰੋਲ ਕਰਨੀ ਹੈ ਵੀਰੇ। ਲੋਕਾਂ ਨੂੰ ਸਮਝਾਉਣਾ ਹੈ ਕਿ ਵੱਧ ਜਵਾਕ ਨਹੀਂ ਕਰਨੇ। ਲੋਕ ਐ ਨਹੀਂ ਸਮਝਦੇ, ਇਹ ਤਾਂ ਛਿੱਤਰ, ਮੇਰਾ ਮਤਲਬ ਕਾਨੂੰਨ ਬਣਾਉਣੇ ਪੈਣੇ ਨਵੇਂ। ਐਮਐਲਏ ਸਾਹਿਬ ਕਹਿ ਰਹੇ ਸੀ ਆਪਾਂ ਆਪਣੇ ਜ਼ਿਲ੍ਹੇ ਦਾ ਕਾਨੂੰਨ ਪਾਸ ਕਰਾ ਲੈਣਾ ਹੈ ਕਿ ਜਿਹਦਾ ਤੀਜਾ ਜਵਾਕ ਹੋ ਗਿਆ ਉਹਨੂੰ ਸਰਕਾਰੀ ਨੌਕਰੀ ਨਹੀਂ ਦੇਣੀ। ਚੌਥਾ। ਹਾਂ ਵੀਰੇ, ਜੇ ਚੌਥਾ ਹੋ ਗਿਆ ਤੇ ਉਹਦੇ ਤੋਂ ਤਾਂ ਵੋਟ ਪਾਉਣ ਦਾ ਵੀ ਹੱਕ ਲੈ ਲੈਣਾ ਹੈ। ਅੱਛਾ, ਇਹਦਾ ਮਤਲਬ ਉਹਦਾ ਪੰਚਾਇਤੀ ਚੋਣਾਂ ਦੇ ਵਿੱਚ ਵੋਟ ਪਾਉਣ ਦਾ ਹੱਕ ਬਿਲਕੁਲ ਖਤਮ। ਹਾਂਜੀ ਵਾਹ ਕਰੀ ਜਾਂਦੇ ਤੁਸੀਂ। ਕਰੀ ਤਾਂ ਤੇਰੇ ਡੈਡੀ ਜਾਂਦੇ ਅਸਤਾ ਰੋਕਣ ਲਈ ਇਕੱਠੇ ਹੋਏ ਆ। ਅੰਦਰ ਤੇ ਪੰਜਵੇਂ ਜਵਾਕ ਲਈ ਉਹਨਾਂ ਨੇ ਕੋਈ ਕਾਨੂੰਨ ਬਣਾਇਆ? ਪਤਾ ਨਹੀਂ। ਸਮਝ ਗਈ ਹੈ ਸਰਕਾਰ। ਜਿਹਨੇ ਵੀ ਇਹ ਪੰਜਵਾਂ ਜਵਾਕ ਜੰਮ ਲਿਆ ਉਹਨੂੰ ਤਾਂ ਸਿੱਧਾ ਫਾਂਸੀ ਹੈ ਜੀ, ਫਾਂਸੀ। ਸੁਣ ਰਹੇ ਹੋ ਡੈਡੀ? ਜਿਹਨੇ ਗਲਤੀ ਨਾਲ ਜਾਂ ਜਾਣ ਬੁੱਝ ਕੇ ਪੰਜਵਾਂ ਜਵਾਕ ਜੰਮ ਲਿਆ ਉਹਨੂੰ ਫਾਂਸੀ। ਡੈਡੀ ਡੈਡੀ ਫਾਂਸੀ। ਡੈਡੀ 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 ਕੀ ਹੋਇਆ ਤੁਹਾਨੂੰ? ਆ ਦੇਖ ਲਓ, ਨਵਾਂ ਕਾਨੂੰਨ ਬਣਾਤਾ, ਪੰਜਵਾਂ ਜਵਾਕ ਜੰਮਣ ਵਾਲੇ ਨੂੰ ਫਾਂਸੀ। ਹੁਣ ਮੈਨੂੰ ਫਾਂਸੀ ਦੇਣ ਨੂੰ ਉਠਾਇਆ? ਨਹੀਂ, ਫੇਰ ਦੱਸਣ ਲਈ। ਕੀ ਦੱਸਾਂਗਾ ਮੈਨੂੰ? ਫਾਂਸੀਆਂ ਲਾਉਣੀਆਂ ਸੌਖੀਆਂ? ਜਵਾਕ ਜੰਮਣਾ ਹੀ ਆ, ਜਵਾਕ ਮਾਰਨਾ ਤਾਂ ਨਹੀਂ ਜਿਹੜਾ ਫਾਂਸੀ ਲਾ ਦੇਣਗੇ। ਨਾਲੇ ਪਿਓ ਨੂੰ ਇਸ ਵੇਲੇ ਠਾਲ ਕੇ ਇਹ ਗੱਲ ਦੱਸਣ ਦਾ ਮਤਲਬ? ਇਸ ਲਈ ਠਾਲਿਆ ਵੀ ਇਹਨੂੰ ਗਾਈਡ ਕਰੋ, ਇਹ ਕਾਨੂੰਨ ਸਹੀ ਹੈ ਕਿ ਗਲਤ ਹੈ। ਹੋਰ ਕੁਝ ਪੁੱਛਣਾ? ਨਹੀਂ। ਆਖੇ ਪੰਜਵੇਂ ਜਵਾਕ ਤੇ ਫਾਂਸੀ। ਜੇ ਸਰਕਾਰ ਨੂੰ ਇਹ ਪਤਾ ਲੱਗ ਗਿਆ ਨਾ ਇਹ ਸਾਲੇ ਚਾਰੇ ਬਾਂਦਰ ਮੂਹੇ ਮੈਂ ਜੰਮੇ ਆ, ਮੈਨੂੰ ਪਹਿਲੀ ਪੇਸ਼ੀ ਤੇ ਫਾਂਸੀ ਲਾ ਦੇਣਗੇ। ਹੁਣ ਅੱਧੀ ਰਾਤ ਨੂੰ ਕਿਉਂ ਬੋਲੀ ਜਾਂਦੇ ਹੋ? ਜਾ ਕੇ ਅੰਦਰ ਸੌਂ ਜਾਓ। ਸੌਣ ਹੀ ਤਾਂ ਦਿੰਦੇ ਨਹੀਂ। ਵੈਸੇ ਇੱਕ ਗੱਲ ਤਾਂ ਚੰਗੀ ਹੈ ਜਿਹੜਾ ਠਾ ਲਿਆ ਹੈ, ਸਮਰੇ ਪੁੰਜੇ ਨੀਂਦ ਥੋੜਾ ਆਉਂਦੀ ਹੈ। ਚੱਲ ਸਤਵੰਤ, ਆਪਾਂ ਆਪਣੇ ਕਮਰੇ 'ਚ ਚੱਲਦੇ ਆ। ਡੈਡੀ ਪਿਓ ਤੇ ਰੋ ਪਾਉਣਾ। ਗੁੱਡ ਨਾਈਟ। ਚਲੋ ਗੁੱਡ ਨਾਈਟ ਕਰੋ, ਚਲੋ। ਗੁੱਡ ਨਾਈਟ ਡੈਡੀ। ਅੱਧੀ ਰਾਤ ਨਿਕਲ ਗਈ, 7 ਕਮਰੇ ਬਦਲ ਲਏ, ਹਜੇ ਕਹਿੰਦੇ ਗੁੱਡ ਨਾਈਟ। ਹੁਣ ਇਹ ਕਿਹੜੇ ਵੇਲੇ ਆ ਕੇ ਪੈ ਗਿਆ ਇੱਥੇ? ਚਲੋ ਉੱਠ, ਚੱਲ ਆਪਣੇ ਕਮਰੇ 'ਚ। ਕਾਹਨੂੰ ਜਗਾਉਣੀ ਜੀ? ਜਵਾਕ ਦੀ ਅੱਖ ਲੱਗੀ ਹੈ, ਪਿਆ ਰਹਿਣ ਦਿਓ ਇੱਥੇ। ਉਹ ਯਾਰ ਅਸੀਂ ਧਰਮਸ਼ਾਲਾ ਜਾ ਕੇ ਸੌਣਾ। This movie downloaded from 7hit movies. ਕਦੋਂ ਕੱਟਣਗੇ ਤੇਰੇ ਲਾੜਲੇ? ਕੋਈ ਨਾ, ਥੱਕੇ ਹੋਣਗੇ। ਹਲਵਾ ਕੇ ਆਇਆ? ਬੇਬੇ ਬਾਪੂ ਕਹਿੰਦੇ ਸੀ ਅੱਧੀ ਰਾਤ ਤੱਕ ਗੱਲਾਂ ਮਾਰਦੇ ਰਹੇ ਨੇ। ਗੱਲਾਂ ਜੋਗੇ ਹੀ ਨੇ। ਮੈਂ ਕੀ ਕਹਿੰਦੀ ਸੀ ਜੀ, ਜਵਾਕ ਹੁਣ ਇਕੱਠੇ ਹੋਣ ਲੱਗ ਪਏ ਆ। ਬਿੰਦਾ ਵੀ ਕਹਿੰਦਾ ਸੀ ਹੁਣ ਇੱਥੇ ਹੀ ਆ ਆਪਾਂ, ਤੇ ਉੱਤੋਂ ਸਿਆਲ ਵੀ ਆਉਣ ਵਾਲਾ। ਫੇਰ
ਆਪਾਂ ਇੱਕ ਕਮਰਾ ਹੋਰ ਨਾ ਪਾ ਲਈਏ। ਕਮਰਾ ਹੋਰ ਪਾ ਲਈਏ। ਪਤਾ ਨਹੀਂ ਉਹਨਾਂ ਨੇ ਇੱਥੇ 2 ਦਿਨ ਰਹਿਣਾ ਕਿ ਨਹੀਂ ਰਹਿਣਾ। ਮੇਰੇ ਪੈਸੇ ਲਵਾ ਦੇਣੇ ਆ, ਬਾਅਦ ਚ ਕਮਰਾ ਦੇਖ ਦੇਖ ਕੇ ਵੱਟ ਚੜਿਆ ਕਰੂ। ਹੱਤਵਾ ਜੇ ਹੁਣ ਜਵਾਕਾਂ ਨੇ ਕਿਹਾ ਹੈ ਤਾਂ ਆਉਂਦੇ ਜਾਂਦੇ ਤਾਂ ਰਹਿਣਗੇ ਹੀ। ਚਲ ਹੋਰ ਨਾ ਸਹੀ, ਆ ਸਟੋਰ ਨੂੰ ਸੈੱਟ ਜਾ ਕਰਕੇ ਇਹਦੇ 'ਚ ਹੀ ਬੈੱਡ ਲਾ ਲੈਨੇ ਆ। ਹੋਰ ਬੈੱਡ ਹੈਗਾ? ਜਾ ਕੇ ਲੈ ਆਉਨੇ ਆ ਨਵਾਂ। ਮਸਾ ਮਸਾ ਤਾਂ ਆਪਣਾ ਪਰਿਵਾਰ ਇਕੱਠਾ ਹੋਇਆ। ਚੱਲ ਫਿਰ ਸ਼ਹਿਰ ਤੇਰਾ ਟੈਸਟ ਵੀ ਕਰਵਾਉਣੇ ਜਿਹੜਾ ਡਾਕਟਰ ਨੇ ਕਿਹਾ ਸੀ। ਵੇ ਉੱਠ ਖੜੋ ਪੁੱਤ, ਸੂਰਜ ਜਾ ਕੇ ਮੁੜਨ ਵਾਲਾ ਵੀ ਹੋ ਗਿਆ। ਪਏ ਲੰਮੀਆਂ ਤਾਣੀ ਉੱਠਿਆ ਨਹੀਂ ਜਾਂਦਾ। ਮੰਮੀ ਡੈਡੀ ਅੰਦਰ ਨੇ। ਉਹ ਤਾਂ ਦੋਵੇਂ ਸ਼ਹਿਰ ਗਏ ਆ। ਹੈ ਕੀ ਕਰਨ? ਨਵਾਂ ਬੈੱਡ ਲੈਣ। ਕਿਉਂ? ਭੈਣ ਚੌਕ ਹੁੰਦੀ ਹੋ। ਇਹ ਸੋਹਣਾ ਹੈ। ਹਾਂਜੀ। ਕਿੰਨੇ ਦਾ? ਆ 62000 ਦਾ ਜੀ। ਬੇਟੇ ਐਡੇ ਮਹਿੰਗੇ ਤੇ ਸਾਨੂੰ ਨੀਂਦ ਨਹੀਂ ਆਉਣੀ। ਅਸੀਂ ਤਾਂ ਭਾਈ ਸੌਣਾ, ਨਾਲੇ ਅਸੀਂ ਸ਼ੋਰੂਮ 'ਚ ਨਹੀਂ ਸਟੋਰ ਰੂਮ 'ਚ ਰੱਖਣਾ। ਉਸ ਹਿਸਾਬ ਨਾਲ ਕੋਈ ਸਸਤਾ ਜਿਹਾ ਦਿਖਾਓ। ਆਜੋ ਉਧਰ ਆਇਓ ਤੁਸੀਂ। ਉਹ ਵਾਲਾ ਕਿੰਨੇ ਦਾ? ਆ 25000 ਦਾ ਜੀ। ਆਵੇਂ ਦੇ ਨਾ ਕਿੱਥੇ ਹੋ ਤੁਸੀਂ? ਅਸੀਂ ਸ਼ਹਿਰ ਕੰਮ ਆਏ ਹੋਏ ਆ। ਕੀ ਕੰਮ ਆਏ ਹੋ? ਦੱਸ ਦਿਆਂਗੇ, ਸਰਪ੍ਰਾਈਜ਼ ਵੀ ਕੋਈ ਚੀਜ਼ ਹੁੰਦੀ ਆ। ਇਹਨੂੰ ਸਰਪ੍ਰਾਈਜ਼ ਨਹੀਂ ਝਟਕਾ ਕਹਿੰਦੇ ਨੇ। ਨਾ ਉਹਦੇ ਝੂਲਾ ਵੀ ਲਾਇਆ ਹੁਣ। ਤੇਰੀਆਂ ਗੱਲਾਂ ਮੇਰੇ ਉੱਤੋਂ ਦੀ ਲੰਘ ਰਹੀਆਂ ਨੇ। ਤੁਹਾਡੇ ਕੁਝ ਵੀ ਉੱਤੋਂ ਨਹੀਂ ਲੰਘਦਾ। ਤੁਸੀਂ ਜੋ ਜਿੱਥੋਂ ਫੜਨਾ ਚਾਹੁੰਦੇ ਹੋ ਫੜ ਲੈਂਦੇ ਹੋ। ਮੈਨੂੰ ਤਪਾ ਨਾ, ਮੈਂ ਕਿਤੇ ਖੜਾ ਘਰ ਆ ਕੇ ਗੱਲ ਕਰਦਾ ਮੈਂ। ਡੈਡੀ ਜੋ ਤੁਸੀਂ ਕਰ ਰਹੇ ਹੋ ਗਲਤ ਕਰ ਰਹੇ ਹੋ। ਹੈਲੋ ਹੈਲੋ ਡੈਡੀ। ਮੈਂ ਫੋਨ ਕੱਟਤਾ। ਨਾ ਤੈਨੂੰ ਕੀਤਾ। ਸ਼ੁਕਰਾਂ ਨੇ ਵਧਾਈ ਹੋ ਦਿਖਾਈ ਹੈ। ਜੇ ਕਿਤੇ ਵਿੱਕੀ ਡੋਨਰ ਦਿਖਾਈ ਹੁੰਦੀ ਡੈਡੀ ਦਾ ਪਿੰਡ ਪਿੰਡ ਚ ਜਵਾਕ ਹੋਣਾ ਸੀ। ਡੈਡੀ ਹੁਣੀ ਹੁਣ ਨਵਾਂ ਬੈੱਡ ਲੈ ਕੇ ਆ ਤਾਂ ਰਹੇ ਨੇ, ਪਰ ਲਾਉਣਗੇ ਕਿੱਥੇ? ਆ ਸਟੋਰ ਰੂਮ ਨੂੰ ਹਨੀਮੂਨ ਸਵੀਟ ਬਣਾਉਣ ਲੱਗੇ ਨੇ। ਡੈਡੀ ਅਸੀਂ ਵੀ ਤੁਹਾਡੇ ਪੁੱਤ ਨਹੀਂ। ਜੇ ਇਸ ਘਰ 'ਚ ਤੁਹਾਡਾ ਬੈੱਡ ਲੱਗਣ ਦੇ ਦੀ ਤਾਂ ਕਿੰਨੇ ਦਾ? ਵੈਸੇ 25 ਦਾ ਜੀ, ਤੁਹਾਡੇ ਵਾਸਤੇ 22 ਦਾ ਲੱਗ ਜਾਊਗਾ। ਚਲੋ ਲੋਡ ਕਰਵਾ ਦਿਓ। ਠੀਕ ਹੈ ਜੀ। ਛਿੰਦੇ ਬੇਟੇ ਕੀ ਗੱਲ ਅੰਦਰ ਸੱਪ ਸੁੱਪ ਨਿਕਲਿਆ ਹੈ ਜਿਹੜਾ ਸਾਰਾ ਸਮਾਨ ਬਾਹਰ ਕੱਢਣ ਲੱਗੇ ਆ? ਦੀਵਾਲੀ ਆਉਣ ਵਾਲੀ ਹੈ। ਅੰਦਰ ਕਲੀ ਵਾਲੇ ਲੱਗੇ ਹੋਏ ਆ। 3-4 ਦਿਨ ਕਮਰੇ ਖਾਲੀ ਰੱਖਣੇ ਪੈਣੇ ਆ। ਪਰ ਇੱਕੋ ਟਾਈਮ ਸਾਰੇ ਕਮਰਿਆਂ ਨੂੰ ਕੌਣ ਕਲੀ ਕਰਾਉਂਦਾ ਹੁੰਦਾ? ਕਲੀ ਵਾਲੇ ਮਸਾਂ ਹੱਥ ਆਇਆ। ਉਹਨਾਂ ਦਾ ਸੀਜ਼ਨ ਚੱਲਦਾ। ਸਾਰੇ ਕਮਰੇ ਇਕੱਠੇ ਕਰਾਉਣੇ ਪੈਣੇ ਆ। ਨਾ ਤੁਸੀਂ ਟੈਂਪੂ 'ਚ ਕੀ ਲੱਦੀ ਫਿਰਦੇ ਹੋ? ਉਹ ਤੇ ਬੇਟੇ ਨਵਾਂ ਬੈੱਡ ਲੈ ਕੇ ਆਏ। ਕਾਹਦੇ ਲਈ? ਸੌਣ ਲਈ। ਤੇ ਹੋਰ ਬੈੱਡ ਤੇ ਲੁੱਡੀਆਂ ਪਾਉਣੀਆਂ। ਇਹ ਤਾਂ ਰੱਬ ਹੀ ਜਾਣਦਾ। ਕੀ ਕਿਹਾ? ਨਾ ਹੁਣ ਨਹੀਂ ਤੁਹਾਡੀ ਪਿੱਠ ਦੁਖਦੀ? ਬੇਟੇ ਇਸੇ ਕਰਕੇ ਤਾਂ ਬੈੱਡ ਲੈ ਕੇ ਆਏ ਆ। ਨਾ ਤੁਸੀਂ ਸਹੁੰ ਖਾਦੀ ਹੋਈ ਆ ਵੀ ਇੰਡੀਆ ਨੂੰ ਚਾਈਨਾ ਤੋਂ ਅੱਗੇ ਲੈ ਕੇ ਜਾਣਾ। ਬੇਟੇ ਇਹਦੇ ਵਿੱਚ ਹਰਜ ਵੀ ਕੀ ਹੈ ਜੇ ਆਪਣਾ ਇੰਡੀਆ ਚੀਨ ਨਾਲੋਂ ਅੱਗੇ ਨਿਕਲਦਾ? ਸ਼ਰਮ ਦਾ ਘੱਟ ਹੈ। ਕੀ ਬਕਵਾਸ ਕਰ ਰਹੇ ਆ? ਭਈਆਂ ਸਾਹਮਣੇ ਮੇਰਾ ਜਲੂਸ ਕੱਢਣ ਲੱਗਿਆ ਹੋਇਆ। ਸਰਦਾਰ ਜੀ ਬੈਠ ਦਾ ਕੀ ਕਰਨਾ ਹੈ? ਇਹਨੂੰ ਸਾਈਡ ਤੇ ਲਾ ਦਿਓ। ਇੱਥੇ ਵਿਹੜੇ 'ਚ ਲੋਹੜੀ ਆਉਣ ਵਾਲੀ ਹੈ, ਬਾਲ ਦਾਂਗੇ। ਨਾਲ ਝੂਲਾ ਤਾਂ ਨਹੀਂ ਲੈ ਕੇ ਆਏ? ਨਹੀਂ ਜੀ। ਬੈੱਡ ਇਸ ਕਰਕੇ ਲੈ ਕੇ ਆਏ ਆ ਕਿ ਆਪਾਂ ਆਰਾਮ ਨਾਲ ਕੱਲੇ ਕੱਲੇ ਪੈ ਸਕੀਏ। ਤੁਸੀਂ ਕਿੱਥੇ ਪੈਂਦੇ ਹੋ ਕੱਲੇ ਕੱਲੇ? ਬੈੱਡ ਵਿਹੜੇ 'ਚ ਲਾ ਦਿਓ। ਜੋ ਤੱਕ ਕੱਲੀ ਚੱਲਦੀ ਹੈ ਨਾ, ਸਾਰੇ ਜਣੇ ਵਿਹੜੇ 'ਚ ਸੋਵਾਂਗੇ। ਉਹ ਦੀਵਾਲੀ ਵਾਲੇ ਦਿਨਾਂ 'ਚ ਬਾਹਰ ਕੌਣ ਸੌਂਦਾ ਹੁੰਦਾ? ਤੁਹਾਡੇ ਲਈ ਰਜਾਈਆਂ ਕਢਾਤੀਆਂ, ਉਹ ਵੀ ਸਿੰਗਲ ਸਿੰਗਲ। ਹੋਰ ਦੱਸੋ? ਕੀ ਗੱਲ, ਠੰਡ ਜ਼ਿਆਦਾ ਲੱਗਦੀ ਹੈ? ਆਹੋ। ਵੇ ਮੁੰਡਿਓ, ਆ ਤੁਹਾਡੇ ਡੈਡੀ ਤਾਂ ਕੰਬੀ ਜਾਂਦੇ ਨੇ। ਲੱਗਦਾ ਜਵਾਕ ਤਾਂ ਸੌਂ ਗਏ। ਚੱਲੀਏ ਅੰਦਰ। ਨਾ ਜੀ ਨਾ, ਬਿੰਦੇ ਨੇ ਕਿਹਾ ਸੀ ਗਲੀ ਚ ਕੀੜੇ ਮਾਰਨ ਵਾਲੀ ਦਵਾਈ ਪਾਈ ਹੋਈ ਹੈ। ਜੇ ਅੰਦਰ ਜਾ ਕੇ ਸੌਂ ਗਏ ਸਿੱਧੀ ਦਿਮਾਗ ਨੂੰ ਚੜੂ। ਐਂ ਕਰਦੀ ਆ, ਅੰਦਰੋਂ ਨਾ ਹੀਟਰ ਲਿਆ ਕੇ ਇੱਥੇ ਲਾ ਦਿੰਨੀ ਆ। ਆਜੋ। ਇਹਨਾਂ ਤਾਂ ਸਾਲਿਆਂ ਨੇ ਕਦੇ ਛੋਟੇ ਹੁੰਦਿਆਂ ਨੇ ਨਹੀਂ ਤੰਗ ਕੀਤਾ ਸੀ ਜਿੰਨਾ ਹੁਣ ਕੀਤਾ ਪਿਆ। ਚਲਿਏ ਜੀ। ਅੰਦਰੋਂ ਸ਼ਗਨ ਵਾਲਾ ਲਿਫਾਫਾ ਚੱਕ ਲਿਆ? ਹੁਣ ਮੈਂ ਭੁੱਲ ਗਈ। ਚੰਗਾ ਵੀ ਜੀ। ਚੰਗਾ ਪੁੱਤ। ਪੁੱਤ ਜੋੜੀ ਨੂੰ ਸਾਡਾ ਵੀ ਪਿਆਰ ਦੇਣਾ। ਹਾਂਜੀ ਹਾਂਜੀ। ਚੰਗਾ ਵੀ ਜੀ। ਆਨੇ ਜਿਉਂਦੀ ਰਹਿ। ਜਿਹੜੀ ਸਵੇਰੇ ਸਵੇਰੇ ਤਿਆਰ ਹੋ ਕੇ ਕਿੱਥੇ ਚੱਲੀ ਆ?
ਪੁੱਤਰੀ ਭੂਆ ਹੈ ਨਾ ਰੋਪੜ ਵਾਲੀ ਕੁਲਜੀਤ ਅੱਜ ਉਹਦੇ ਮੁੰਡੇ ਦਾ ਵਿਆਹ ਹੈ ਤੇ ਨਾਲੇ ਪਾਰਟੀ ਵੀ ਹੈ। ਮੁੜੋਏ ਕਦੋਂ? ਜੇ ਤਾਂ ਪਾਰਟੀ ਤੋਂ ਟਾਈਮ ਸਿਰ ਵਿਹਲੇ ਹੋ ਗਏ ਤਾਂ ਮੁੜੇ ਆਵਾਂਗੇ, ਨਹੀਂ ਫਿਰ ਰਾਤ ਨੂੰ ਉੱਥੇ ਹੀ ਪੈ ਜਾਾਂਗੇ। ਨਾ ਵਿਆਹ ਤੇ ਕੱਲੀ ਚੱਲੇ ਹੋ ਤੇ ਹੋਰ ਨਾਲ ਪਿੰਡ ਲੈ ਕੇ ਜਾਣਾ? ਉਹ ਭੂਆ ਗੁੱਸਾ ਨਹੀਂ ਕਰੂਗੀ ਵੀ ਆਪ ਇਕੜਮ ਚੌਧਰੀ ਬਣ ਕੇ ਆ ਗਏ? ਉਹ ਵਿਚਾਰੇ ਮਾਸੂਮ ਘਰੀ ਬੈਠੇ ਨੇ। ਲੈ ਦੱਸ ਪੁੱਤ, ਤੂੰ ਆਪ ਹੀ ਤਾਂ ਕਿਹਾ ਸੀ ਵੀ ਦੂਰ ਦੀਆਂ ਰਿਸ਼ਤੇਦਾਰੀਆਂ ਸਾਡੇ ਤੋਂ ਨਹੀਂ ਨਿਭਦੀਆਂ। ਉਹ ਮੈਂ ਗੂਗਲ ਤੇ ਸਰਚ ਮਾਰ ਲਈ, ਐਡੀ ਵੀ ਦੂਰ ਦੀ ਰਿਸ਼ਤੇਦਾਰੀ ਨਹੀਂ। ਅਸੀਂ ਸਾਰੇ ਨਾਲ ਹੀ ਚੱਲਾਂਗੇ। ਚਲੋ ਓਏ। ਉਹ ਯਾਰ ਉਹ ਕੀ ਸੋਚਣਗੇ ਵੀ ਸ਼ਗਨ 500 ਦਿੱਤਾ, ਟੱਬਰ ਨਾਲ ਸਾਰਾ ਘੜੀ ਚ ਲਿਆ। ਸ਼ਗਨ 500 ਦੀ ਜਗ੍ਹਾ ਤੇ 1100 ਪਾ ਦਾਂਗੇ, ਪਰ ਚੱਲਾਂਗੇ ਸਾਰੇ। ਕੋਈ ਮੈਂ ਕੀ ਕਹਿੰਦੀ ਸੀ ਜੀ, ਹੁਣ ਆਪਣੇ ਜਵਾਕ ਆਪਣੇ ਅੰਗ ਸੰਗ ਰਹਿਣ ਲੱਗ ਪਏ ਨੇ। ਜੋ ਤੁਸੀਂ ਸੋਚਿਆ ਨਾ, ਹੁਣ ਉਹਦੀ ਲੋੜ ਨਹੀਂ ਹੈਗੀ ਆਪਾਂ ਨੂੰ। ਹੁਣ ਤੂੰ ਪਿੱਛੇ ਨਾ ਹਟੀ, ਦੇਖੀ ਤੇਰੀ ਟੈਸਟ ਰਿਪੋਰਟ ਵੀ ਠੀਕ ਆਉਣੀ। ਇਹਨਾਂ ਨੂੰ ਅਜੇ 5-7 ਦਿਨ ਹੀ ਹੋਏ ਆ, ਦੇਖਦੇ ਆ ਹੋਰ ਕਿੰਨਾ ਕੁ ਚਿਰ ਰਹਿੰਦੇ ਆ ਨਾਲ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਭੈਣੇ। ਸੱਚੀ ਵੀਰੇ ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਸਾਰੇ ਆਏ। ਨਹੀਂ ਤਾਂ ਮੈਂ ਲਾਂਬਾ ਦੇਣਾ ਸੀ। ਹਾਂ ਉਹ ਤਾਂ ਹੀ ਤਾਂ ਆਇਆ ਕੁਲਜੀਤ। ਭਰਜਾਈ ਬੀਜੀ ਕਹਿੰਦੇ ਸੀ ਜਦੋਂ ਸਤਵੰਤ ਤੇ ਤੇਰਾ ਵੀਰਾ ਆਉ ਨਾ ਮੈਨੂੰ ਜ਼ਰੂਰ ਮਿਲਵਾਇਓ। ਉਹ ਬੀਜੀ ਹੈ ਕਿੱਥੇ? ਅੰਦਰ ਆਰਾਮ ਕਰ ਰਹੇ ਨੇ। ਤੁਸੀਂ ਮਿਲ ਲਓ ਜਾ। ਠੀਕ ਹੈ। ਮੈਂ ਵੀ ਹੁਣੇ ਆਈ। ਠੀਕ ਹੈ। ਮੈਂ ਮੁੰਡਿਓ ਤੁਸੀਂ ਵੀ ਰਿਸ਼ਤੇਦਾਰਾਂ ਨੂੰ ਮਿਲ ਲਓ। ਹੈ ਮਸਾ ਮਸਾ ਤਾਂ ਇਕੱਠੇ ਹੋਏ ਆ। ਠੀਕ ਹੈ ਭੂਆ ਜੀ, ਠੀਕ ਹੈ। ਓਏ ਗੱਲ ਸੁਣੋ, ਵਿਆਹ 'ਚ ਮਸਤ ਨਾ ਹੋ ਜਿਓ। ਮੰਮੀ ਡੈਡੀ ਤੇ ਅੱਖ ਰੱਖੋ, ਠੀਕ ਹੈ? ਪਰ ਵੀਰ ਐਡੇ ਦਿਨ ਦਿਹਾੜੇ 'ਚ ਕੀ ਹੋ ਜਾਊਗਾ? ਆ 135 ਕਰੋੜ ਦੀ ਆਬਾਦੀ ਵਿੱਚੋਂ 35-40 ਕਰੋੜ ਦੇਣ ਵਾਲੀ ਨੇ। ਨਾਲੇ ਜਿਸ ਹਿਸਾਬ ਦਾ ਆਪਣਾ ਪਰਿਵਾਰ ਹੈ, ਆਪਾਂ ਵੀ ਦੇਣ ਵਾਲੀ ਲੱਗਦੇ ਹਾਂ। ਇਸ ਟਾਈਮ ਤਾਂ ਵਿਆਹ ਤੇ ਆਏ ਵੀਰੇ। ਮੈਂ ਇੰਟਰਨੈਟ ਤੇ ਡੇਟਾ ਕੱਢਿਆ, ਜਿੰਨੇ ਵੀ ਕੁੜੀ ਮੁੰਡੇ ਦੇ ਅੱਖ ਮਟਕੇ ਹੋਏ ਆ ਨਾ, ਉਹ ਵਿਆਹ 'ਚ ਹੀ ਹੋਇਆ। ਚੇਅਰਮੈਨ ਸਾਹਿਬ ਜਾ ਕੇ ਅੱਖ ਰੱਖੋ, ਚਲੋ। ਉਹ ਤੁਸੀਂ ਇੱਥੇ ਕਿਵੇਂ? ਮੈਂ ਵਿਆਹ 'ਚ ਢੋਲ ਵੀ ਵਜਾਉਣਾ ਨਾ। ਹਾਂ ਮਜ਼ਾਕ ਕਰਦੇ ਹੋ। ਅੱਜ ਜਿਹਦਾ ਵਿਆਹ ਹੈ ਉਹ ਮੇਰੀ ਭੂਆ ਦਾ ਮੁੰਡਾ ਹੈ। ਉਹ ਅੱਛਾ। ਕੱਢ 100 ਰੁਪਏ ਤੇਰੇ ਘਰ ਨਿਆਣਾ ਹੋ। ਇੱਕ ਮਿੰਟ, ਆ 500 ਚੱਕ, ਪਰ ਇਹ ਜੀ ਗੱਲ ਮੂੰਹੋਂ ਨਾ ਕੱਢ। ਰਾਜੀ ਰਹਿ। ਤੇ ਤੁਸੀਂ ਇੱਥੇ ਕਿਵੇਂ? ਡੈਡੀ ਦੀ ਜਾਣ ਪਛਾਣ ਦੇ ਨੇ, ਉਹ ਤਾਂ ਆ ਨਹੀਂ ਸਕੇ ਤੇ ਮੈਨੂੰ ਭੇਜਤਾ। ਅੱਛਾ ਅੱਛਾ। ਸ਼ਗਨ ਕਿਹਨੂੰ ਪਾਉਣਾ? ਤੁਸੀਂ ਆ ਗਏ, ਸ਼ਗਨ ਹੀ ਹੈ। ਤੁਸੀਂ ਮੈਨੂੰ ਇਹ ਦੱਸੋ ਵੀ ਕੀ ਲਓਗੇ ਤੁਸੀਂ? ਅੱਛਾ ਤੁਸੀਂ ਖਿਲਾ ਦਿਓ। ਉਹ ਛੋਟੂ, ਹਾਂ 2 ਕੱਪ ਚਾਹ ਲੈ ਕੇ ਆਈ। ਮਹਿਮਾਨ ਆ ਮੈਂ। ਉਹ ਸੌਰੀ ਵੀਰੇ, ਸੌਰੀ, ਤੁਸੀਂ ਲੱਗ ਨਹੀਂ ਰਹੇ ਸੀ ਨਾ। ਤੁਸੀਂ ਤਾਂ ਮੋਹਾਲੀ ਨਹੀਂ ਰਹਿੰਦੇ ਸੀ? ਘਰ ਤਾਂ ਮਹਾਲੀ ਹੋਈ ਹੈ, ਇੱਥੇ ਬਜ਼ੁਰਗ ਮਾਂ-ਬਾਪ ਰਹਿੰਦੇ ਨੇ। ਫਿਰ ਮੈਂ ਸੋਚਿਆ ਜੇ ਹੁਣ ਵੀ ਉਹਨਾਂ ਨੂੰ ਟਾਈਮ ਨਾ ਦੇ ਹੋਇਆ, ਫਿਰ ਲਾਣ ਤਾਂ ਹੀ ਕਮਾਈਆਂ ਦੇ। ਤੁਸੀਂ ਨਾ ਜਮਾ ਹੀ ਮੇਰੇ ਵਾਲੀ ਸੋਚ ਰੱਖਦੇ ਹੋ। ਅੱਛਾ ਜੀ। ਹਾਂਜੀ, ਪਰ ਅੱਜ ਕੱਲ ਦੀ ਔਲਾਦ ਤਾਂ ਜੀ ਪੁੱਛੋ ਹੀ ਨਾ। ਕੁਝ ਦਿਨ ਪਹਿਲਾਂ ਹੀ ਮੈਨੂੰ ਇੱਕ ਬਜ਼ੁਰਗ ਅੰਕਲ ਆਂਟੀ ਮਿਲੇ ਸੀ, ਵਿਚਾਰੇ ਬਹੁਤ ਦੁਖੀ ਸੀ। ਉਹਨਾਂ ਦੀ ਔਲਾਦ ਉਹਨਾਂ ਨੂੰ ਪੁੱਛਦੀ ਹੀ ਨਹੀਂ ਸੀ। ਵੈਰੀ ਸੈਡ। ਸੱਚੀ ਬਹੁਤ ਦੁਖੀ ਸੀ ਵਿਚਾਰੇ। ਉਹ ਬਿੰਦੇ ਤੂੰ ਇੱਥੇ ਖੜਾ, ਥੱਲੇ ਤੈਨੂੰ ਬੀਜੀ ਸੱਦੀ ਜਾਂਦੇ। ਉਹ ਬੇਟਾ ਤੁਸੀਂ ਕਿਵੇਂ ਇੱਥੇ? ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੁਸੀਂ ਇੱਕ ਦੂਜੇ ਨੂੰ ਜਾਣਦੇ? ਓ ਹਾਂਜੀ, ਮੈਂ ਤੁਹਾਨੂੰ ਦੱਸਿਆ ਸੀ ਨਾ ਕੁਝ ਦਿਨ ਪਹਿਲਾਂ ਹੀ ਮੈਨੂੰ ਇੱਕ ਬਜ਼ੁਰਗ ਅੰਕਲ ਆਂਟੀ ਮਿਲੇ ਸੀ, ਉਹੀ ਤਾਂ ਨੇ। ਪਰ ਤੁਸੀਂ ਕਿਵੇਂ ਇੱਕ ਦੂਜੇ ਨੂੰ ਜਾਣਦੇ ਹੋ? ਇਹ ਮੇਰਾ ਵੱਡਾ ਬੇਟਾ ਜੀ, ਦੱਸਿਆ ਸੀ ਨਾ ਉਸ ਦਿਨ। ਡੈਡੀ ਤੁਸੀਂ ਚਾਹ ਪੀਓਗੇ? ਨਾ ਬੇਟਾ, ਚਾਹ ਮੈਂ ਥੱਲੇ ਪੀ ਆਇਆ। ਮੈਂ ਫਿਰ ਤੁਹਾਨੂੰ ਹੋਰ ਲਿਆ ਕੇ ਦੇਣਾ ਚਾਹ? ਨਹੀਂ ਜੀ, ਤੁਸੀਂ ਪਹਿਲਾਂ ਹੀ ਬਹੁਤ ਪਿਲਾਤੀ। ਬਿੰਦੇ ਬੀਜੀ ਤੁਹਾਨੂੰ ਯਾਦ ਕਰ ਰਹੇ ਨੇ, ਤੁਸੀਂ ਆਪਣੀ ਗੱਲ ਖਤਮ ਕਰਕੇ ਆ ਜਾਓ, ਮੈਂ ਚੱਲਦਾ। ਤੁਸੀਂ ਆ ਕੇ ਖਤਮ ਕਰਾ ਹੀ ਦਿੱਤੀ। ਮੈਂ ਵੀ ਚਲਦੀ ਆ। ਇੱਕ ਮਿੰਟ, ਕਿੱਥੇ ਚਲੇ? ਹਜੇ ਤਾਂ ਰਿਸੈਪਸ਼ਨ ਬਾਕੀ ਹੈ। ਪਹਿਲਾਂ ਤਾਂ ਰੁਕ ਵੀ ਜਾਂਦੀ, ਪਰ ਹੁਣ ਮਨ ਨਹੀਂ ਹੈਗਾ। ਉਹ ਅੱਛਾ, ਉਹ ਡੈਡੀ ਵਾਲੀ ਗੱਲ ਕਰਕੇ। ਮੇਰੇ ਤੋਂ ਬਿਨਾਂ 3 ਹੋਰ ਛੋਟੇ ਭਰਾ ਵੀ ਆ ਮੇਰੇ, ਜਿਨ੍ਹਾਂ ਨੂੰ ਜੰਮ ਕੇ ਖੁੱਲੇ ਛੱਡੇ ਹੋਏ ਉਹਨਾਂ ਨੇ। ਉਹਨਾਂ ਤੋਂ ਦੁਖੀ ਹੈ ਡੈਡੀ ਹੁਣੀ। ਮੇਰੇ ਤੋਂ ਤਾਂ ਬਹੁਤ ਖੁਸ਼ ਹੈ, ਜਿਵੇਂ ਸਰਬਣ ਤੋਂ ਉਹਦੇ ਮਾਪਿਓ। ਐਕਚੁਅਲੀ
ਮੈਨੂੰ ਵੀ ਤੁਹਾਨੂੰ ਮਿਲ ਕੇ ਲੱਗਿਆ ਨਹੀਂ ਸੀ ਕਿ ਤੁਸੀਂ ਉਹ ਜਿਹੇ ਹੋ। ਅੱਛਾ ਜੀ, ਕਿਹੋ ਜਿਹਾ ਲੱਗਿਆ ਸੀ ਫਿਰ ਮੈਂ? ਐਡਾ ਵੀ ਨਹੀਂ ਸੋਚਿਆ ਹਲੇ। ਸੋਚੋ ਫਿਰ, ਹੋਰ ਕਦੋਂ ਸੋਚੋਗੇ? ਤੁਹਾਡਾ ਕੀ ਹੈ, ਸਾਡੀ ਤਾਂ ਲੰਘਦੀ ਹੀ ਜਾਂਦੀ ਹੈ। मैं डोर तेरी सोहणे पतंग बन जा, वीणी वे मैं बन जा तू वंग बन जा। मैं डोर तेरी सोहणे पतंग बन जा, वीणी वे मैं बन जा तू वंग बन जा। वीणी वे मैं बन जा तू वंग बन जा। हो जेड़ा उतरे ना ऐसा कोई रंग बन जा, उतरे ना ऐसा कोई रंग बन जा। शर्त टप्पणी पऊ हो जट्टी हीरिया दे हार वर्गी वे जट्टा पाम साम रखनी पऊ। सिपाही बन जा, जे कोई अख पर तके मैं तबाही बन जा। देवा खड़े पैर शांग जट्टीए, तेनू कोहे नूर हीरे वांगरा पुत जट दा रखूगा सांभ सांभ जट्टीए। कोहे नूर हीरे वांगरा पुत जट दा रखूगा सांभ सांभ जट्टीए। नखरा भी पारिया, नखरा भी पारिया। नी तू परख के देख पक्की जट दी भी यारिया, जट दी भी यारी। हाँ कुड़ियां च सब तो सुनखी जट्टी तुप जाई, जट्टी तुप जाई। हो गब्बरू दी एरिया च बोल सरदारिया, बोल सरदारिया। लाओ नजर बुरी वे जे कोई जान तेरे नो मिट्टी पैर दी भी चकनी पऊ। हो जट्टी हीरिया दे शराब दा नशा वे शराब दा। जट परियां दे वांगू रखू मख मली से जाते, रखू मख मली से जाते। मूलिया जट्टी नू लगे मेरे बेहिसाब दा, जट्टी नू लगे मेरे बेहिसाब। लाहू नजर तेरी ने सिरों मार मार के, नजर तेरी ने सिरों मार मार के। दारू मिर्चां दे वांग जट्टीए, ओ तेनू कोहे नूर हीरे वांगरा पुत जट दा रखूगा सांभ सांभ जट्टीए। इधर देख, तेरा निरंजन आया। हाय जुत्ती लै दूंगा कसूरी नाले, शीशा वाला लहंगा इस दुनिया च कुछ नहीं हो। तेरे नालों महंगा मैनू बांह फड़ गिद्दे विच नच लैण देनी याद करके जवानी पूरा जच लैण देनी जेड़े मचदे ने देख देख। मच लैण देनी तेरा हथ फड़ गिद्दे विच नच लैण दे। तेनू कोहे नूर हीरे वांगरा पुत जट दा रखूगा सांभ सांभ जट्टीए। कोहे नूर हीरे वांगरा पुत जट दा रखूगा सांभ सांभ जट्टीए। ਕਿਵੇਂ ਡੱਕੇ ਫਿਰਦੇ ਆ? ਇਸ ਲਈ ਗਏ ਸੀ ਵਿਆਹ ਤੇ? ਹਾਂ। ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ? ਇਹ ਗੱਲ ਹੀ ਸ਼ਰਮ ਯਾਰ ਹੋ ਸਕਦਾ ਹੋਰ ਕੀ ਪਕੌੜੇ ਖਾ ਕੇ ਮੁੜੇ ਨਾ ਉੱਥੋਂ ਹੋਰ ਕੀ ਓਏ ਤੂੰ ਕਿਹੜੇ ਵੇਲੇ ਚੱਲ ਲਿਆ ਇੱਕ ਮਾਰਾ ਤੇਰੇ ਆ ਤੇਰੀ ਉਮਰ ਹੈ ਪੀਣ ਦੀ ਆ ਮੰਮੀ ਤੂੰ ਅੰਡਰੇਜ ਰੋਣੀ ਆ ਉਹ ਦੇਖ ਅੰਦਰ ਅੱਜ ਤਾਂ ਓਵਰੇਜ ਵੀ ਓਵਰ ਹੋਏ ਫਿਰਦੇ ਨੇ ਆ ਕੇ ਮੈਨੂੰ ਬੜਾ ਪੈੜ ਗਿੱਧੇ ਵਿੱਚ ਨੱਚ ਲੈਣ ਦੇ ਕਿਵੇਂ ਪਹਿਲਾਂ ਪਾਉਂਦੇ ਫਿਰਦੇ ਸੀ
क्यों डैडी गड्डी उन मंजे को ले गए थे उतरोगे ਹੁਣ ਉਤਰੀ ਤੇ ਹੀ ਉਤਰਾਂਗੇ चलो चलो ਉਹ ਤਾਂ ਜਵਾਕ ਨੇ ਤੁਹਾਨੂੰ ਕੀ ਜਵਾਨੀ ਚੜੀ ਸੀ क्यों मानती है ना मम्मी भी डैडी ने जवानी चढ़ी है ਉਹ ਤੂੰ ਪੈ ਜਾ ਚੁੱਪ ਕਰਕੇ ਉਹ ਤਾਂ ਨਿਆਣ ਮੱਤ ਹੈ ਨਾ ਤੁਸੀਂ ਕਿਉਂ ਮਗਰ ਲੱਗ ਗਏ ਸ਼ਾਬਾਸ਼ ਜੀ ਜਵਾਕ ਵੀ ਜਾਣ ਵੇ ਉਹ ਖੜਾ ਝਾਕੀ ਜਾਵੇ ਪੈ ਜਾ ਹੁਣ ਚੁੱਪ ਕਰਕੇ ਸਤਵੰਤ ਮੈਂ ਤਾਂ ਪੈ ਜਾਣਾ ਤੂੰ ਵੀ ਨਾਲ ਪੈ ਜਾ ਸਤਵੰਤ ਮੈਂ ਤਾਂ ਅੱਡੀ ਪਾਉਂ ਕਿ ਮੈਂ ਹਵਾੜ ਮਾਰਦੀ ਆ ਸਾਰੇ ਟੱਬਰ ਨੇ ਦੁਖੀ ਕਰ ਰੱਖਿਆ चंद्र पर सोना नहीं जैरी ने इन्नी पीती नहीं जिन्नी वो एक्टिंग कर रहे हैं अपने सौन सार उन्हें उठ जाना आपा पहरा देना है ठीक है समझे ना ठीक है वीरे This movie downloaded from 7hit movies. ये सारे जूते पहने जवान कुड़ियां नूं पानी मारते ने भी मेरे मुंडे किसी काम में नहीं है ऐसा दिमाग को नहीं पहुंचना चाहिए सतवंत मैनू पेशाब आया बाथरूम तक ले जाएगी है सतवंत किथे गई जुत्ती किथे वाहिगुरु सच्चा बादशाह बोल चुक माफ करे जिंदा मैनू कौन जिंदा ला गया ਇਹ ਤਾਂ ਨਹੀਂ ਲਾ ਸਕਦੀ ਓ ਬਿੰਦੇ ਓ ਜਗੀ ਅਮਨ ਜਿੰਦਾ ਕਿਹਨੇ ਲਾਇਆ ਐ ਸਤਵੰਤ ਉੱਠ ਕੀ ਹੋ ਗਿਆ ਮੈਨੂੰ ਕੋਈ ਮੱਝ ਨਾਲ ਬੰਨ ਗਿਆ ਮੈਨੂੰ ਤਾਂ ਇਹਨਾਂ ਤੇ ਸ਼ੱਕ ਆ ਇਧਰ ਮੈਨੂੰ ਪਿਸ਼ਾਬ ਦਾ ਜ਼ੋਰ ਪਿਆ ਹਾਏ ਮੈਂ ਮਰ ਜਾ ਪੁੱਛ ਇਹਨਾਂ ਨੂੰ ਚਾਬੀ ਕਿੱਥੇ ਵੇ ਸੁੰਡੀ ਅਮਨ ਉਹ ਛੇਤੀ ਕਰ ਓਏ ਵੇ ਜੱਗੀ ਉੱਠ ਉਹ ਜਲਦੀ ਕਰ ਵੇ ਆਪਣੇ ਡੈਡੀ ਨੂੰ ਤੂੰ ਮੱਝ ਨਾਲ ਤਾਂ ਨਹੀਂ ਬੰਨਿਆ ਤੇਰੇ ਡੈਡੀ ਨੂੰ ਮੱਝ ਨਾਲ ਕਿਹਨੇ ਬੰਨਿਆ ਦੱਸੋ ਕਿੱਥੇ ਚਾਬੀ ਓਏ ਇਹਨਾਂ ਨੇ ਆਏ ਨਹੀਂ ਉੱਠਣਾ ਇਹਨਾਂ ਦੇ ਸਿਰ ਤੇ ਪਾਣੀ ਦਾ ਜੱਗ ਪਾ ਓਏ ਉੱਠ ਖੜੋ ਕਿ ਉਦੋਂ ਉੱਠੋਗੇ ਜਦੋਂ ਮੈਂ ਇੱਥੇ ਛੱਪੜ ਲਾਤਾ ਉਹ ਜਵਾਕ ਨਸ਼ੇ 'ਚ ਨੇ ਇਹਨਾਂ ਨੇ ਨਹੀਂ ਉੱਠਣਾ ਮੈਂ ਕਰਦੀ ਆ ਕੁਛ ਓਏ ਜੋ ਵੀ ਕਰਨਾ ਜਲਦੀ ਕਰ ਖੜ ਜਾ ਓਏ ਕਿਤੇ ਨਿਕਲ ਤਾਂ ਨਹੀਂ ਗਿਆ ਹੜ ਉਹ ਚੱਲ ਸਤਵੰਤ ਹੁਣ ਹੱਕ ਵੀ ਲੈ ਇਹਨੂੰ ਯਾਰ ਓਏ ਨਹੀਂ ਹਿਲਦੀ ਹਾਏ ਕਰੋ ਤੁਸੀਂ ਇੱਥੇ ਬਹਿ ਕੇ ਕਰ ਲਓ ਮੈਂ ਦੂਜੇ ਪਾਸੇ ਮੂੰਹ ਕਰ ਲੈਣੀ ਓਏ ਤੂੰ ਤਾਂ ਮੂੰਹ ਦੂਜੇ ਪਾਸੇ ਕਰ ਲੇਂਗੀ ਪਰ ਇਹ ਤਾਂ ਦੇਖਦੀ ਆ ਚੱਲ काली कदर वाला पाया ਤੂੰ
ਤੁਸੀਂ ਅੰਦਰ ਬੈਠੋ, ਮੈਂ ਦੂਜੀ ਚਾਬੀ ਦੇਖਦੀ ਹਾਂ। ਆ ਫੜੋ। ਓਏ ਪੱਟ ਲਾ ਪੈਰ। ਇਹ ਇੱਥੇ ਕੀ ਕਰਦੀ ਹੈ? ਹਟ ਪਿੱਛੇ ਮੰਦਰ ਜਾਣਾ ਤੈਨੂੰ ਸਮਝ ਨਹੀਂ ਆਉਂਦੀ? ਮੈਂ ਕਾਲਾ ਪਿਆ, ਹਟ। ਇੱਥੋਂ ਹੱਡੀ ਟੁੱਟੀ ਲੱਗਦੀ ਹੈ। ਹਾਂ ਫਿਰ ਹੁਣ ਆਰਾਮ ਹੀ ਕਰਨਾ ਪੈਣਾ ਹੈ। ਇੱਥੇ ਤਾਂ ਪਲਸਤਰ ਵੀ ਨਹੀਂ ਚੜ ਸਕਦਾ। ਪਾਸਾ ਦੇ। ਜਿੰਨਾ ਮਾੜਾ ਐਕਸੀਡੈਂਟ ਸੀ ਨਾ, ਉਸ ਨਾਲ ਤਾਂ ਇੱਕ ਵੀ ਹੱਡੀ ਨਹੀਂ ਬਚਣੀ ਸੀ। ਡਾਕਟਰ ਸਾਹਿਬ ਹੁਣ ਕਿੰਨੇ ਦਿਨ ਰੈਸਟ ਕਰਨੀ ਪੈਣੀ ਹੈ ਜੀ? 2 ਹਫ਼ਤੇ ਤਾਂ ਰੈਸਟ ਕਰੋ। ਤੇ ਕੀ ਨਹੀਂ ਕਰਨਾ ਉਹ ਵੀ ਲਿਖ ਕੇ ਦੇ ਦੋ। ਕੁਝ ਵੀ ਨਹੀਂ ਕਰਨਾ। ਸੁਣ ਲੈ ਡੈਡੀ, ਕੁਝ ਵੀ ਨਹੀਂ ਕਰਨਾ, ਸਿਰਫ ਬੈੱਡ ਰੈਸਟ ਕਰਨੀ ਹੈ। ਆ ਦਵਾਈਆਂ ਹੈ ਜੀ, ਇਹਨਾਂ ਨੂੰ ਮੰਗਵਾ ਦਿਓ। ਤੇ ਆ ਬੈਲਟ ਹੈ, ਆ ਕਮਰ ਤੇ ਲਾ ਦਿਓ। ਚੱਲਦਾ ਜੀ। ਸੱਚ ਕਾ ਹੁਣ ਦੱਸੋ ਤੁਹਾਡੇ ਚ ਮੈਨੂੰ ਸੰਗਲ ਨਾਲ ਕਿਹਨੇ ਬੰਨਿਆ ਸੀ? ਸਾਨੂੰ ਕੀ ਪਤਾ? ਤੇ ਮੱਝ ਆਪਣੇ ਆਪ ਆ ਕੇ ਤਾਂ ਬੰਨਣੋਂ ਰਹੀ। ਦਾਰੂ ਪੀਤੀ ਚ ਕੌਣ ਕੀ ਕਰ ਗਿਆ ਪਤਾ ਥੋੜੀ ਲੱਗਦਾ। ਨਾਲੇ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਵੀ ਤੁਹਾਡੇ ਸੱਟ ਲੱਗਣੀ ਹੈ। ਦੇਖਿਆ ਲੱਗੀ ਨਾ। ਨਾਲੇ ਸ਼ੁਕਰ ਕਰੋ ਸੰਗਲ ਮੱਝ ਦਾ ਸੀ। ਇਹੀ ਜੇ ਕਿਤੇ ਘੋੜਾ ਹੁੰਦਾ ਨਾ ਹੁਣ ਨੂੰ ਥਿਉਣਾ ਨਹੀਂ ਸੀ ਤੁਸੀਂ। ਸ਼ਰਮ ਕਰੋ, ਤੁਹਾਡਾ ਪਿਓ ਆ ਮੈਂ, ਕੋਈ ਹਿੰਦੀ ਫਿਲਮਾਂ ਦਾ ਵਿਲਨ ਨਹੀਂ ਜਿਹਨੂੰ ਘੋੜੇ ਪਿੱਛੇ ਬੰਨ ਕੇ ਘੜੀਸਾਂ ਨੂੰ ਫਿਰਦੇ। ਮਾਫ ਕਰਨਾ, ਪਤਾ ਨਹੀਂ ਸਾਨੂੰ ਕਿਉਂ ਵਿਲਨ ਨਹੀਂ ਲੱਗਦੇ। ਕੀ ਕਿਹਾ? ਮੈਂ ਪਹਿਲਾਂ ਹੀ ਕਿਹਾ ਮਾਫ ਕਰਨਾ। ਓਹੋ ਤੁਸੀਂ ਜੀ ਬਹੁਤਾ ਨਾ ਬੋਲੋ। ਜੇ ਆਰਾਮ ਨਹੀਂ ਕਰੋਗੇ ਤਾਂ ਹੱਡੀ ਕਿਵੇਂ ਜੁੜੂਗੀ? ਪੁੱਤ ਆ ਦਵਾਈਆਂ ਮੰਗਾਓ ਇਹਨਾਂ ਦੀਆਂ। ਆ ਫੜੋ, ਆ ਫੜੋ। ਵੀਰੇ ਦੁਕਾਨ ਵਾਲਾ ਕਹਿੰਦਾ ਸੀ ਵੀ ਆਹ ਦਵਾਈ ਖਾਣ ਨਾਲ ਹੱਡੀ ਛੇਤੀ ਜੁੜੂ ਤੇ ਇਹਦੇ ਨਾਲ ਹੌਲੀ ਹੌਲੀ। ਆ ਹੌਲੀ ਹੌਲੀ ਦੇ ਦੇ। ਠੀਕ ਹੈ ਵੀਰੇ। ਦੇਖ ਜਗੀ, 2-3 ਹਫ਼ਤੇ ਲਈ ਡੈਡੀ ਕਿਸੇ ਕੰਮ ਦਾ ਨਹੀਂ ਰਿਹਾ। ਉਦੋਂ ਬਾਅਦ ਦੇਖ ਲਾਂ ਕੀ ਕਰਨਾ। ਮੈਨੂੰ ਇੱਕ ਵਾਰੀ ਸ਼ਹਿਰ ਜਾ ਕੇ ਆਉਣਾ ਪੈਣਾ। ਉਹ ਆਹੋ ਯਾਰ, ਮੈਨੂੰ ਵੀ ਐਮਐਲਏ ਸਾਹਿਬ ਦੇ ਫੋਨ ਆ ਰਹੇ ਨੇ। ਇੱਕ ਤਾਂ ਕਿਸੇ ਨੂੰ ਦੱਸਣ ਜੋਗੇ ਵੀ ਨਹੀਂ ਕਿ ਫਸੇ ਕਿੱਥੇ ਆ। ਉਹ ਤੂੰ ਤਾਂ ਭਰਾਵਾ ਕਹਿ ਸਕਦਾ ਵੀ ਜਨਸੰਖਿਆ ਰੋਕਣ ਵਾਲੇ ਕੰਮ 'ਚ ਲੱਗੇ ਹੋਏ ਆ। ਪੰਗਾ ਸਾਡਾ, ਅਸੀਂ ਤਾਂ ਕੁਝ ਕਹਿ ਵੀ ਨਹੀਂ ਸਕਦੇ। ਬਸ ਠੀਕ ਆ ਵੀਰੇ, ਉੱਠੋ ਫਿਰ ਆਪਾਂ ਤਾਂ ਪੈਕਿੰਗ ਵੀ ਕਰਨੀ ਹੈ। ਨਾਲੇ ਮੈਨੂੰ ਤਾਂ ਕਲਾਸ ਨੂੰ ਮਿਲੇ ਨੂੰ ਵੀ, ਮੇਰਾ ਮਤਲਬ ਕਲਾਸ ਲੈਣ ਨੂੰ ਵੀ ਬੜਾ ਟਾਈਮ ਹੋ ਗਿਆ। ਪੁੱਤ ਤੇਰੇ ਡੈਡੀ ਢਿੱਲੇ ਸੀ, ਸਗੋਂ ਦੇ ਹੁਣ ਰੁਕ ਜਾਂਦੇ। ਉਹ ਮੰਮੀ ਸ਼ਹਿਰ ਇੱਕ ਜ਼ਰੂਰੀ ਕੰਮ ਪੈ ਗਿਆ ਤਾਂ ਜਾਣਾ ਪੈ ਰਿਹਾ, ਨਹੀਂ ਤਾਂ ਕਿਹਦਾ ਜੀ ਕਰਦਾ ਸੀ ਜਾਣ ਨੂੰ। ਤੁਸੀਂ ਡੈਡੀ ਫਿਕਰ ਨਾ ਕਰੋ, ਤੁਹਾਡੀ ਹੱਡੀ ਜੁੜਨ ਤੋਂ ਪਹਿਲਾਂ ਵਾਪਸ ਮੁੜ ਆਵਾਂਗੇ। ਕੋਈ ਨਾ ਭਾਈ, ਤੁਸੀਂ ਜਾਇਓ। ਅਮਨ ਜਾਂ ਅੰਦਰੋਂ ਮੇਰਾ ਲੈਪਟਾਪ ਚੱਕ ਕੇ ਲੈ ਗਿਆ, ਮੈਂ ਇਹਨੇ ਗੱਡੀ ਕੱਢ ਦਾਂ। ਠੀਕ ਆ ਮੰਮੀ? ਦੇਖ ਲਿਆ, ਤੂੰ ਤਾਂ ਕਹਿੰਦੀ ਸੀ ਆਪਣੇ ਅੰਗ ਸੰਗ ਹੋਇਆ ਕਰਨਗੇ। ਇਹ ਤਾਂ ਲੋੜ ਪੈਣ ਤੇ ਨਹੀਂ ਨਾਲ ਖੜੇ, ਅੱਗੋਂ ਪਿੱਛੋਂ ਤਾਂ ਇਹਨਾਂ ਨੇ ਕੀ ਖੜਨਾ। ਆਪਾਂ ਜੋ ਸੋਚਿਆ ਨਾ, ਹੁਣ ਉਹ ਤੋਂ ਪਿੱਛੇ ਨਹੀਂ ਹਟਣਾ। ਪਹਿਲਾਂ ਤੁਹਾਡੀਆਂ ਹੱਡੀਆਂ ਜੁੜ ਜਾਣ ਜੀ, ਬਾਕੀ ਦੀਆਂ ਗੱਲਾਂ ਬਾਅਦ ਸੋਚਿਓ। ਹਾਏ ਰੱਬਾ, ਭਰਜਾਈ ਕੀ ਹੋ ਗਿਆ ਵੀਰ ਜੀ ਨੂੰ? ਕੀ ਹੋ ਗਿਆ ਤਾਏ ਨੂੰ? ਪੁੱਤ ਤੇਰੇ ਤਾਏ ਦੀ ਹੱਡੀ ਟੁੱਟ ਗਈ। ਉਹ ਕੁਛ ਨਹੀਂ, ਬੇੜੇ 'ਚ ਡਿੱਗ ਪਏ ਸੀਗੇ, ਬਹੁਤ ਬੁਰੀ ਤਰ੍ਹਾਂ ਹੱਡੀ ਟੁੱਟ ਗਈ। ਪਰ ਪੁੱਤ ਪਤਾ ਕਿਵੇਂ ਲੱਗਿਆ ਕਿ ਹੱਡੀ ਹੀ ਟੁੱਟੀ ਹੈ? ਘਰੇ ਸ਼ਾਮਾ ਪਹਿਲਵਾਨ ਚੈੱਕ ਕਰਨ ਆਇਆ ਸੀਗਾ। ਓਹੋ ਯਾਰ, ਕਿੱਥੇ ਫਸ ਗਏ ਤੁਸੀਂ ਸ਼ਾਮੀ ਕੋਲ? ਉਹ ਤਾਂ ਉਹੀ ਲੋਕਾਂ ਨੂੰ ਲੁੱਟਦਾ ਰਹਿੰਦਾ। ਤੁਸੀਂ ਨਾ ਸ਼ਹਿਰ ਜਾ ਕੇ ਕਿਸੇ ਚੰਗੇ ਡਾਕਟਰ ਨੂੰ ਦਿਖਾਓ ਤਾਏ ਨੂੰ। ਕੁਛ ਨਹੀਂ ਹੋਇਆ ਜੀ, ਥੋੜਾ ਜਿਹਾ ਮਾਸ ਫਟਿਆ। ਸ਼ੁਕਰ ਹੈ ਤਾਤਿਆ। ਡਾਕਟਰ ਸਾਹਿਬ ਮੈਂ ਚੱਲ ਫਿਰ ਤਾਂ ਸਕਦਾ ਨਾ? ਤੁਸੀਂ ਜੋ ਮਰਜ਼ੀ ਕਰੋ, ਛਾਲਾ ਮਾਰੋ ਭਾਵੇਂ। ਮੈਂ ਨਾ ਦਵਾਈ ਲਿਖ ਕੇ ਦੇ ਰਿਹਾ 1 ਹਫ਼ਤੇ ਦੀ, ਦਿਨ 'ਚ 3 ਵਾਰੀ ਦਿਆ ਕਰਨੀ ਇਹਨਾਂ ਨੂੰ। ਤੇ ਤੁਸੀਂ ਇਹਨਾਂ ਨੂੰ ਦਿਨ 'ਚ 2 ਵਾਰੀ ਦੁੱਧ 'ਚ ਹਲਦੀ ਪਾ ਕੇ ਪਿਲਾਉਣੀ ਆ। ਡਾਕਟਰ ਸਾਹਿਬ 2 ਵਾਰੀ ਕੀ ਲੋੜ ਹੈ? ਇੱਕੋ ਵਾਰੀ ਬਹੁਤ ਹੈ। ਹਲਦੀ ਬਹੁਤ ਗਰਮ ਹੁੰਦੀ ਹੈ ਜੀ। ਡਾਕਟਰ ਸਾਹਿਬ ਜੇ ਮਾਸ ਫਟਿਆ ਫਿਰ ਮੈਂ ਬਾਹਰ ਤਾਂ ਨਾ ਪਾਵਾਂ? ਬਿਹਤਰ ਹੈ ਤੁਸੀਂ ਇਹਨਾਂ ਨੂੰ ਅੰਦਰ ਹੀ ਪਾਓ, ਗਰਮੈਸ਼ ਨਾਲ ਨਾ ਆਰਾਮ ਛੇਤੀ ਮਿਲਦਾ। ਠੀਕ। ਬੇਟੇ ਤੁਸੀਂ ਕਹਿੰਦੇ ਸੀ ਅਸੀਂ ਸ਼ਹਿਰ ਜਾਣਾ, ਫਿਰ ਜਾਓ, ਹਨੇਰਾ ਕਿਉਂ ਕਰਦੇ ਹੋ? ਨਹੀਂ, ਉਹ ਕੰਮ ਟਲ ਗਿਆ ਮੇਰਾ, ਹੁਣ ਮੈਂ ਇੱਥੇ ਆ। ਦੇਖਦੇ ਕੀ ਹੋ? ਡੈਡੀ ਨੂੰ ਹੱਥ ਪਾਓ। ਓਏ ਹੌਲੀ। ਉਹ ਯਾਰ ਮੇਰਾ ਵੱਡਾ ਆਪਰੇਸ਼ਨ ਹੋਇਆ ਜਿਹੜਾ ਮੈਨੂੰ ਏਦਾਂ ਫੜਿਆ। ਓ ਯਾਰ 1 ਮਿੰਟ। ਕੀ ਹੋਇਆ? ਬਾਂਹ ਬਾਹਰ ਕੱਢ, ਬਾਂਹ ਬਾਹਰ ਕੱਢ। ਨਾ ਤੁਸੀਂ ਡਾਕਟਰ ਤੋਂ ਜ਼ਿਆਦਾ ਸਿਆਣੇ ਹੋ?
जब डॉक्टर ने कहता मैं ठीक है मतलब ठीक है, मैं आपे चलूंगा और रहने दे, मैं आपे चलूंगा। ओ डैडी ठीक है यार। डैडी ओ डैडी ओ डैडी साडी गल तां सुनो। डैडी देख के चलना सी ना। ओ वीरे आ छेती आया डॉक्टर नु मिल के। अरे बरिंदर तुसी बड़ी ਇੱਥੇ ਕਿਵੇਂ? ਉਹ ਜਿਹੜੇ ਡਾਕਟਰ ਨੇ ਡੈਡੀ ਨੂੰ ਮੋਹਾਲੀ ਰეკਮੈਂਡ ਕੀਤਾ ਸੀ ਉਹ ਐਸੇ ਹਸਪੀਟਲ ਦੇ ਨੇ। ਉਹਨਾਂ ਨੂੰ ਰਿਪੋਰਟਸ ਦਿਖਾਉਣ ਆਈ ਸੀ। ਪਰ ਤੁਸੀਂ ਕਿਵੇਂ ਇੱਥੇ? ਉਹ ਡੈਡੀ ਨੂੰ ਦਿਖਾਉਣ ਆਇਆ ਸੀ ਇੱਥੇ। ਸਭ ਠੀਕ ਤਾਂ ਹੈ? ਹਾਂ ਸਭ ਠੀਕ ਹੈ। ਵੈਸੇ ਰੂਟੀਨ ਚੈੱਕਅਪ ਸੀਗਾ ਇੱਥੇ, ਉਹ ਤਾਂ ਕਿ ਅੱਗੇ ਨੂੰ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਦਿਖਾਉਣਾ ਪੈਂਦਾ। ਬੇਟਾ ਹੋਏ ਤਾਂ ਤੁਹਾਡੇ ਵਰਗਾ। ਤੁਸੀਂ ਕਿੰਨਾ ਧਿਆਨ ਰੱਖਦੇ ਹੋ ਆਪਦੇ ਪੈਰੈਂਟਸ ਦਾ। ਪੁੱਛੋ ਨਾ ਜੀ, ਅੱਜ ਕੱਲ ਤਾਂ ਸਾਰਾ ਟਾਈਮ ਇਹਨਾਂ ਦਾ ਧਿਆਨ ਰੱਖਣ 'ਚ ਹੀ ਲੰਘ ਜਾਂਦਾ। ਸੋ ਨਾਈਸ। ਚਲਦੀ ਆ, ਟੇਕ ਕੇਅਰ। ਲਵਾ ਲਈ ਨਾ ਸੱਟ? ਧਿਆਨ चल जा पुत, तुसी भी जाके सौ जाओ। ਵੀਰੇ ਨੇ ਕਿਹਾ ਸੀ ਬੂਹਾ ਖੋਲ ਕੇ ਪੈਣਾ, ਐਵੇਂ ਰਾਤ ਨੂੰ 100 ਤਕਲੀਫ ਹੋ ਜਾਏ, ਸਾਨੂੰ ਘੱਟੋ ਘੱਟ ਪਤਾ ਤਾਂ ਲੱਗ ਜੂ। ਨਾ ਜੇ ਬੂਹਾ ਖੁੱਲਾ ਰੱਖਾਂਗੇ ਬਾਹਰੋਂ ਠੰਡ ਨਹੀਂ ਆਊ। ਠੰਡ ਨੂੰ ਕੱਕਰ ਪੈਂਦਾ, ਤੁਸੀਂ ਪੈ ਜਾਓ ਆਪਦਾ। देख लिया न्याणी किड्डी फिकर करदे आ थोड़ी। ਵੱਧ ਤੋਂ ਵੱਧ ਪਰਦਾ ਲਾ ਲਿਓ, ਬੂਹਾ ਨਹੀਂ ਲੱਗਣਾ ਚਾਹੀਦਾ। ਦੇਖ ਲਿਆ। ਆਪਾਂ ਤਾਂ ਯਾਰ ਇੰਨਾ ਫਿਕਰਾਂ 'ਚ ਮਰੀ ਜਾਂਦੇ ਆ ਵੀ ਇਹ ਦੋਏ ਕੁਝ ਕਰਨਾ ਲੈਣ। ਉਹ ਵੀਰੇ ਕਦੋਂ ਤੱਕ ਆਪਣੇ ਕੰਮ ਛੱਡ ਕੇ ਇਹਨਾਂ ਨੂੰ ਅੱਡ ਰੱਖਣ ਚ ਲੱਗੇ ਰਹਾਂਗੇ? ਕੋਈ ਪੱਕਾ ਇਲਾਜ ਨਹੀਂ ਹੈਗਾ ਇਹਦਾ? ਡੈਡੀ ਦੇ ਲੋਹੇ ਦਾ ਕੱਚਾ ਪਵਾ ਕੇ ਉੱਤੇ ਜਿੰਦਾ ਲਾ ਦਿੰਦੇ ਆ। ਡੈਡੀ ਨੇ 2 ਮਿੰਟ ਲਾਣੇ ਆ ਦੂਈ ਚਾਬੀ ਬਣਵਾਉਣ ਨੂੰ। ਬੋਲਣ ਤੋਂ ਪਹਿਲਾਂ ਸੋਚਿਆ ਤਾਂ ਕਰੋ, ਡੈਡੀ ਹੈ ਆਪਣਾ। ਕੁਝ ਇਹੋ ਜਿਹਾ ਸੋਚੋ ਕਿ ਸੱਪ ਵੀ ਮਰ ਜੇ ਤੇ ਸੋਟੀ ਵੀ ਨਾ ਟੁੱਟੇ। ਮੰਮੀ ਡੈਡੀ ਨੇ ਇਹ ਬੱਚਾ ਪਲਾਨ ਕਰਨ ਵੇਲੇ ਕੁਛ ਤਾਂ ਸੋਚਿਆ ਹੋ, ਜਿਵੇਂ ਉਹਦਾ ਭਵਿੱਖ ਕੀ ਹੋਊਗਾ, ਉਹਦੇ ਹਿੱਸੇ ਕੀ ਆਊਗਾ। ਜਿਵੇਂ ਆਪਾਂ ਸੋਚਿਆ ਸੀ ਬੱਚੇ ਦੇ ਨਾਂ ਤੇ ਉਹਦਾ 5ਵਾਂ ਹਿੱਸਾ। ਮੈਂ ਸਮਝਿਆ ਨਹੀਂ। ਸਵੇਰੇ ਡੈਡੀ ਨੂੰ ਕਹਾਂਗੇ ਵੀ ਸਾਰੀ ਜ਼ਮੀਨ ਦੇ 4 ਬਰਾਬਰ ਦੇ ਹਿੱਸੇ ਕਰਕੇ ਸਾਡੇ ਨਾਂ ਤੇ ਵਸੀਅਤ ਕਰ ਦੇ। ਜੇ ਤਾਂ ਡੈਡੀ ਮੰਨ ਗਿਆ ਫਿਰ ਤਾਂ ਕੋਈ ਰੌਲਾ ਹੀ ਨਹੀਂ, ਪਰ ਜੇ ਕਿਤੇ ਢਿੱਲ ਮੱਠ ਜੀ ਕੀਤੀ ਫਿਰ ਜਵਾਬ ਤਾਂ ਡੈਡੀ ਨੂੰ ਦੇਣਾ ਹੀ ਪੈਣਾ ਹੈ। ਜ਼ਮੀਨ ਵੰਡਣੀ ਹੈ? ਹਾਂ ਕੱਲ ਨੂੰ ਵੀ ਤਾਂ ਵੰਡਣੀ ਵੀ ਹੈ। ਇਹ ਕੰਮ ਆਪਣੇ ਹੱਥੀ ਕਰ ਜੋ ਤਾਂ ਜ਼ਿਆਦਾ ਵਧੀਆ। ਮੇਰਾ ਮਾਸ ਫਟਿਆ, ਕੋਈ ਦਿਮਾਗ ਦੀ ਨਸ ਨਹੀਂ ਫਟੀ ਕਿਹੜਾ ਮੈਂ ਮਰ ਜਾਊਂਗਾ। ਉਹ ਡੈਡੀ ਤੁਸੀਂ 200 ਸਾਲ ਜਿਉਵੋ, ਆਖਰੇ ਜ਼ਮੀਨ ਸਾਨੂੰ ਚਾਰਾਂ ਨੂੰ ਹੀ ਦੇਣੀ ਹੈ ਨਾ, ਕਿ ਨਹੀਂ ਦੇਣੀ? ਦੇਣੀ ਹੈ। ਬਸ ਫਿਰ ਇਹੀ ਤਾਂ ਮੈਂ ਕਹਿੰਦਾ ਵੀ ਹਿੱਸਿਆਂ ਪਿੱਛੇ ਐਵੇਂ ਚਾਰੇ ਭਰਾ ਲੜਦੇ ਫਿਰਾਂਗੇ। ਇਹ ਸ਼ੁਭ ਕੰਮ ਆਪਣੇ ਹੱਥੀ ਕਰ ਜੋ ਤਾਂ ਜ਼ਿਆਦਾ ਵਧੀਆ, ਨਾਲੇ ਭਰਾਵਾਂ 'ਚ ਪਿਆਰ ਬਣਿਆ ਰਹੂ। पर पुत तुसी लड़ोगे क्यों? सुख ना रब थोड़ा प्यार बना के रखे। ਉਹ ਮੰਮੀ ਹੁਣ ਦਾ ਤੇ ਵਿਆਹ ਦੇ ਬਾਅਦ ਦਾ ਮਾਹੌਲ ਅੱਡ ਹੁੰਦਾ। ਕੱਲ ਨੂੰ ਚਾਰਾਂ ਚੋਂ ਤੁਹਾਡੀ ਇੱਕ ਵੀ ਨੂੰ ਪੁੱਠੀ ਸਿੱਧੀ ਆ ਗਈ ਨਾ ਮੰਮੀ, ਇਹੀ ਭਰਾ ਦੁਸ਼ਮਣ ਬਣਦੇ ਦੇਰ ਨਹੀਂ ਲਾਉਂਦੇ। ਚਲਿਏ ਕਚਹਿਰੀ ਆ ਜਾਓ। ਜਾਂ ਮਨ 'ਚ ਕੋਈ ਹੋਰ ਗੱਲ ਹੈ ਦੱਸੋ। ਕੋਈ ਗੱਲ ਨਹੀਂ। ਜੇ ਕੋਈ ਗੱਲ ਨਹੀਂ ਚਲੋ ਫਿਰ ਆਓ ਚੱਲੀਏ। ਚਲੋ ਠੀਕ ਹੈ। ਜ਼ਮੀਨ ਦੇ 4 ਨਹੀਂ 5 ਹਿੱਸੇ ਹੋਣਗੇ। 5ਵਾਂ ਕਿਦਾ? ਸਾਡਾ। ਕੱਲ ਨੂੰ ਤੁਸੀਂ ਵਿਆਹ ਤੋਂ ਬਾਅਦ ਸਾਨੂੰ ਨਾ ਰੱਖਿਆ ਅਸੀਂ ਕਿੱਥੇ ਜਾਵਾਂਗੇ? ਕਿਉਂ? ਅਸੀਂ ਕਿਉਂ ਨਹੀਂ ਰੱਖਾਂਗੇ? ਉਹ ਤੁਸੀਂ ਸਾਨੂੰ ਹੁਣ ਨਹੀਂ ਪੁੱਛਦੇ, ਬਾਅਦ 'ਚ ਕੀ ਪੁੱਛਣਾ? ਹੁਣ ਤਾਂ ਕਾਨੂੰਨ ਵੀ ਤੁਹਾਡੇ ਹੱਕ 'ਚ ਬਣ ਗਿਆ ਭਾਈ ਸਾਹਿਬ। ਜੇ ਬੱਚੇ ਮਾਂ-ਬਾਪ ਨੂੰ ਨਾ ਪੁੱਛਣ ਤਾਂ ਮਾਂ-ਬਾਪ ਉਹਨਾਂ ਤੋਂ ਜ਼ਮੀਨ ਵਾਪਸ ਲੈ ਸਕਦੇ ਨੇ। ਜੇ ਅਸੀਂ ਤੁਹਾਨੂੰ ਤੰਗ ਕੀਤਾ ਉਦੋਂ ਖੋਲੇ, ਪਰ ਹੁਣ ਤਾਂ ਦਿਓ। ਨਾਲੇ ਜ਼ਮੀਨ ਦੇ 5 ਹਿੱਸੇ ਕਰਦੇ ਚੰਗੇ ਲੱਗਦੇ ਹੋ ਤੁਸੀਂ। ਹਿੱਸੇ ਤਾਂ ਹੁਣ 5 ਹੀ ਹੋਣਗੇ। ਸਾਹਿਬ ਜੀ ਅੰਦਰ ਕਲੀ ਹੋ ਗਈ, ਬਾਹਰ ਦੀ ਕਲੀ ਮੁੱਕ ਗਈ, ਉਹ ਮੰਗਾ ਦਿਓ। ਉਹ ਸਾਡਾ ਘਰ ਉੱਜੜ ਤੇ ਆਇਆ ਪਿਆ, ਤੂੰ ਸਜਾਉਣ ਨੂੰ ਫਿਰਦਾ ਜਾਂ ਬਾਜਾ ਤੋਂ? ਠੀਕ ਹੈ ਜੀ। ਸਹੀ ਦੱਸੋ 5ਵਾਂ ਹਿੱਸਾ ਕਿਉਂ ਚਾਹੀਦਾ? ਕੋਈ ਬਾਹਰ ਵੀ ਜਵਾਕ ਜੰਮੀ ਬੈਠੇ ਹੋ ਤੁਸੀਂ। ਕੀ ਬਕਵਾਸ ਕਰ ਰਹੇ ਹੋ? ਗੱਲ ਤਾਂ ਕੋਈ ਹੈ ਜਿਹੜੀ ਲੁਕੋ ਰਹੇ ਹੋ। ਸਾਡੀ ਦੂਜੀ ਮੰਮੀ ਦਾ ਨਾਂ ਦੱਸੋ ਕੀ ਹੈ? ਸਤਵੰਤ ਤੂੰ ਇਹਨੂੰ ਰੋਕਦੇ ਕਿਉਂ ਨਹੀਂ? ਸਤਵੰਤ ਤੁਹਾਨੂੰ ਨਹੀਂ ਰੋਕ ਸਕੀ ਪੁੱਠੇ ਕੰਮਾਂ ਤੋਂ, ਸਾਨੂੰ ਕੀ ਰੋਕਣਾ? ਅਸੀਂ ਗੱਲ ਦੀ ਪੂਰੀ ਤਹਿ ਤੱਕ ਜਾਵਾਂਗੇ। ਸੱਚ ਦੱਸ ਦੋ ਜਾਂ ਫਿਰ ਪੂਰੇ ਪਿੰਡ ਦੇ ਜਵਾਕਾਂ ਦਾ DNA ਕਰਾਈਏ। ਮਰ ਜਪਕਾਈ। ਉਹ ਪੁੱਤ ਤੁਸੀਂ ਕੀ ਆਵਾ ਤਾਵਾ ਬੋਲੀ ਜਾਂਦੇ ਹੋ? ਤੁਹਾਡੇ ਡੈਡੀ ਤੁਹਾਨੂੰ ਇਹੋ ਜਿਹੇ ਲੱਗਦੇ ਆ? ਸੱਚ ਦੱਸ ਮੰਮੀ, ਡੈਡੀ ਨਹੀਂ ਹੈਗਾ ਇਹ? ਨਹੀਂ। ਫਿਰ 5ਵਾਂ ਜਵਾਕ ਤੂੰ ਸੋਚਿਆ?
ਕਿਹੜਾ ਪੰਜਵਾਂ ਜਵਾਕ? ਜਿਹੜਾ ਤੁਸੀਂ ਸੋਚੀ ਬੈਠੇ ਹੋ। ਪੰਜਵਾਂ ਜਵਾਕ ਮੈਂ ਸੋਚਿਆ ਪੁੱਤ। ਅੱਜ ਦੇ ਵੇਲੇ 'ਚ 4-4 ਜਵਾਕਾਂ ਦੇ ਹੁੰਦਿਆਂ ਹੋਇਆਂ ਵੀ ਜੇ ਮਾਂ-ਬਾਪ ਨੂੰ ਪੰਜਵੇਂ ਬਾਰੇ ਸੋਚਣਾ ਪਵੇ ਤਾਂ ਇਸ ਤੋਂ ਵੱਡੀ ਰੱਬ ਦੀ ਕੋਈ ਹੋਰ ਮਾਰ ਹੋ ਨਹੀਂ ਸਕਦੀ। ਮੈਂ ਇਹ ਜਿਹਾ ਸੀ ਕੀ ਕਰਤਾ? ਦੁੱਖ ਤੇ ਇਸੇ ਗੱਲ ਦਾ ਕਿ ਇਹ ਜਿਹਾ ਤੁਸੀਂ ਕੁਝ ਵੀ ਨਹੀਂ ਕੀਤਾ ਜਿਹਨੂੰ ਸੋਚ ਕੇ ਅਸੀਂ ਫਖਰ ਨਾਲ ਕਹਿ ਸਕੀਏ ਵੀ ਸਾਡੇ ਵੀ 4-4 ਪੁੱਤ ਨੇ। ਤੁਹਾਡੇ 'ਚੋਂ ਹੈ ਕੋਈ ਜਿਹਨੇ ਪਿਛਲੇ 10 ਸਾਲਾਂ 'ਚ 10 ਮਿੰਟ ਵੀ ਸਾਡੇ ਕੋਲ ਬਹਿ ਕੇ ਦੁੱਖ ਸੁੱਖ ਫਰੋਲਿਆ ਹੋਵੇ? ਤਰਸ ਚਾਹੀਦਾ ਤੁਹਾਡੇ ਨਾਲ ਗੱਲ ਕਰਨ। ਜਦੋਂ ਕਦੇ ਸਾਡਾ ਜਨਮ ਦਿਨ ਹੁੰਦਾ ਸਾਰਾ ਦਿਨ ਤੁਹਾਡੇ ਫੋਨ ਦਾ ਇੰਤਜ਼ਾਰ ਕਰਦੇ ਰਹੀਦਾ। ਆਥਣ ਨੂੰ ਥੱਕ ਹਾਰ ਕੇ ਆਪ ਹੀ ਫੋਨ ਕਰ ਲਈਦਾ ਕਿ ਯਾਦ ਕਰਾ ਕੇ ਬੱਚਿਆਂ ਦਾ ਪਿਆਰ ਲੈ ਲਈ। ਇੰਨੇ ਇਕੱਲੇ ਤਾਂ ਯਾਰਾ ਬੇਲਦ ਮਾਪੇ ਨਹੀਂ ਹੁੰਦੇ ਜਿੰਨਾ ਤੁਸੀਂ ਸਾਨੂੰ ਕਰਕੇ ਰੱਖਤਾ। ਸਾਨੂੰ ਵੀ ਕੋਈ ਜੀਣ ਦਾ ਸਹਾਰਾ ਚਾਹੀਦਾ। ਆਪਣੀ ਉਮਰ ਵੱਲ ਦੇਖੋ। ਜੇ ਕੱਲ ਨੂੰ ਤੁਹਾਨੂੰ ਕੁਝ ਹੋ ਗਿਆ ਤੁਹਾਡੇ ਸਹਾਰੇ ਨੂੰ ਸਹਾਰਾ ਕੌਣ ਦੇਊ? ਜੇ ਨਵੇਂ ਬੱਚੇ ਦੇ ਆਉਣ ਨਾਲ ਅਸੀਂ ਖੁਸ਼ ਰਹਿਣ ਲੱਗ ਪਏ ਨਾ ਤਾਂ ਐਡੀ ਛੇਤੀ ਜਾਣ ਵਾਲੇ ਨਹੀਂ। ਅਸੀਂ ਉਹਦੇ ਲਈ ਇੰਨਾ ਕੁਝ ਛੱਡ ਕੇ ਜਾਵਾਂਗੇ ਕਿ ਉਹ ਆਪਣੀ ਜ਼ਿੰਦਗੀ ਬੜੇ ਮਜ਼ੇ ਨਾਲ ਜੀ ਸਕੇਗਾ। ਸੋ ਜ਼ਮੀਨ ਦਾ 5ਵਾਂ ਹਿੱਸਾ ਸਾਨੂੰ ਉਹਦੇ ਲਈ ਚਾਹੀਦਾ। ਡੈਡੀ ਅਸੀਂ ਮੰਨਦੇ ਹਾਂ ਵੀ ਅਸੀਂ ਗਲਤ ਹਾਂ। ਅਸੀਂ ਸਾਰੇ ਜਾਣੇ ਵਾਅਦਾ ਕਰਦੇ ਹਾਂ ਅੱਜ ਤੋਂ ਬਾਅਦ ਬਾਰੀ-ਬਾਰੀ ਆ ਕੇ ਤੁਹਾਡਾ ਖਿਆਲ ਰੱਖਾਂਗੇ, ਭਾਵੇਂ ਉਹਦੇ ਲਈ ਸਾਨੂੰ ਆਪਣਾ ਕੰਮ ਹੀ ਕਿਉਂ ਨਾ ਛੱਡਣਾ ਪਵੇ। ਪਰ ਪਲੀਜ਼ ਡੈਡੀ ਕੋਈ ਇਹੋ ਜਿਹਾ ਕੰਮ ਨਾ ਕਰਿਓ ਜਿਹਦੇ ਨਾਲ ਦੁਨੀਆ ਆਪਣਾ ਮਜ਼ਾਕ ਉਡਾਵੇ। ਅੱਜ ਤਾਂ ਦੁਨੀਆਦਾਰੀ ਦੇ ਡਰ ਤੋਂ ਵਾਅਦਾ ਕਰ ਰਹੇ ਹੋ, ਕੱਲ ਨੂੰ ਮੱਲੋ ਮੱਲੀ ਤੁਸੀਂ ਫੇਰ ਕੰਮਾਂ ਕਾਰਾਂ 'ਚ ਬਿਜ਼ੀ ਹੋ ਜਾਣਾ, ਮਾਪੇ ਫੇਰ ਇਕੱਲੇ। ਅਸੀਂ ਇਹ ਨਹੀਂ ਕਹਿ ਰਹੇ ਕਿ ਕੰਮ ਕਰ ਨਾ ਕਰੋ, ਕਰੋ, ਪਰ ਯਾਰ ਮਾਂ-ਬਾਪ ਲਈ ਥੋੜਾ ਜਿਹਾ ਸਮਾਂ ਤਾਂ ਕੱਢੋ। ਸ਼ਾਇਦ ਅੱਜ ਦਾ ਜ਼ਮਾਨਾ ਹੀ ਇਹੀ ਹੈ ਕਿ ਬੱਚਿਆਂ ਨੂੰ ਸੈੱਟ ਹੋਣ ਲਈ ਮਾਂ-ਬਾਪ ਭੁੱਲਣੇ ਹੀ ਪੈਂਦੇ ਨੇ। ਤੁਸੀਂ ਕਰੋ ਆਪਣੇ ਕੰਮ ਪਰ ਸਾਨੂੰ ਨਾ ਰੋਕੋ। ਅੱਜ ਤਾਂ ਅਸੀਂ ਦੋਵੇਂ ਜਿਉਂਦੇ ਆ, ਕੱਲ ਨੂੰ ਸਾਡੇ ਚੋਂ ਇੱਕ ਨਾ ਰਿਹਾ ਅਸੀਂ ਤਾਂ ਯਾਰ ਬੱਚਾ ਵੀ ਨਹੀਂ ਕਰ ਸਕਦੇ। ਤੇ ਡੈਡੀ ਸਾਡੀ ਇੱਜ਼ਤ ਦਾ ਕੀ? ਇਹੀ ਘਾਟ ਆ ਤੁਹਾਡੇ 'ਚ ਕਿ ਤੁਸੀਂ ਕਦੇ ਆਪਣੇ ਤੋਂ ਉੱਪਰ ਸੋਚ ਹੀ ਨਹੀਂ ਸਕਦੇ। ਸਾਡੀ ਤਾਂ ਦਾਤੇ ਮੂਹਰੇ ਇਹੀ ਅਰਦਾਸ ਹੈ ਕਿ ਪੁੱਤਾਂ ਦਾ ਸੁੱਖ ਤਾਂ ਅਸੀਂ ਬਹੁਤ ਵੇਖ ਲਿਆ, ਐਤਕੀ ਸਾਨੂੰ ਇੱਕ ਧੀ ਦੀ ਦਾਤ ਬਖਸ਼ੀ। ਧੀਆਂ ਭਾਵੇਂ ਪੇਕੇ ਰਹਿਣ ਭਾਵੇਂ ਸਹੁਰੇ, ਜਦ ਤੱਕ ਉਹਨਾਂ ਦੇ ਸਾਹ ਚੱਲਦੇ ਨੇ ਉਹ ਮਾਪਿਆਂ ਦੇ ਇੱਕ ਇੱਕ ਸਾਹ ਦੀ ਫਿਕਰ ਕਰਦੀਆਂ ਨੇ। ਡੈਡੀ ਅਸੀਂ ਵੀ ਤੁਹਾਡੇ ਕੱਲੇ-ਕੱਲੇ ਸਾਹ ਦਾ ਫਿਕਰ ਕਰਾਂਗੇ। ਮੰਮੀ ਜੇ ਤੁਸੀਂ ਸਾਨੂੰ ਥੋੜਾ ਜਿਹਾ ਪਿਆਰ ਕਰਦੇ ਹੋ ਨਾ ਤਾਂ ਪਲੀਜ਼ ਤੁਸੀਂ ਡੈਡੀ ਦਾ ਸਾਥ ਨਹੀਂ ਦੇਵੋਗੇ। ਨਾ ਪੁੱਤ, ਜਿਹਦੇ ਨਾਲ ਗੁਰੂ ਮਹਾਰਾਜ ਦੇ ਸਾਹਮਣੇ ਲਾਵਾਂ ਲਈਆਂ ਜੇ ਉਹਦੇ ਨਾ ਹੋਏ ਤਾਂ ਫਿਰ ਕਿਸੇ ਦੀ ਨਹੀਂ ਹੋ ਸਕਦੀ। ਤੁਸੀਂ ਸਾਰੇ ਆ ਗਏ ਨਾ? ਹੁਣ ਘਰੇ ਨਾਕਾ ਲਾ ਕੇ ਵੀ ਕੀ ਕਰਨਾ ਸੀ? ਸਾਰੀ ਗੱਲ ਤਾਂ ਘਰੇ ਖੁੱਲ ਗਈ। ਹੁਣ ਤਾਂ ਜਿਵੇਂ ਆ ਪਾਣੀ ਦੇ ਬਹਾਅ ਨੂੰ ਨਹੀਂ ਨਾ ਰੋਕਿਆ ਜਾ ਸਕਦਾ, ਮੰਮੀ ਡੈਡੀ ਦਾ ਰੁਕਣਾ ਵੀ ਔਖਾ ਹੀ ਆ। ਪਿੰਡ 'ਚ ਬਦਨਾਮੀ ਬਹੁਤ ਹੋਣੀ ਆ। ਨਾ ਸ਼ਹਿਰ 'ਚ ਕਿਹੜਾ ਸਾਡੇ ਹਾਰ ਪਾ ਦੇਣੇ ਸੀ। ਡੈਡੀ ਨੇ ਲਾਹ ਪਾਈ ਇੰਨੀ ਕੀਤੀ ਹੈ, ਉਹਨਾਂ ਨੂੰ ਰੋਕਣ ਦਾ ਕੋਈ ਤਰੀਕਾ ਵੀ ਨਹੀਂ ਮਿਲ ਰਿਹਾ। ਵੀਰੇ ਇੱਕ ਗੱਲ ਕਹਾਂ, ਸਾਰੇ ਪਿੰਡ 'ਚ ਜਾ ਕੇ ਰੌਲਾ ਪਾ ਦੋ ਵੀ ਸਾਨੂੰ ਕਿਸੇ ਪੰਡਤ ਨੇ ਕਿਹਾ ਵੀ ਜੇ ਇਹਨਾਂ ਦੇ ਘਰ ਪੰਜਵਾਂ ਜਵਾਕ ਹੋ ਗਿਆ ਤਾਂ ਉਹ ਦੇਸ਼ ਦਾ ਨਾਮ ਰੌਸ਼ਨ ਕਰੂਗਾ। ਕੱਲ ਨੂੰ ਲੋਕ ਲਾਂਤਾ ਪਾਉਣ ਦੀ ਥਾਂ ਦਰਸ਼ਨ ਕਰਨ ਆਉਣਗੇ। ਲਾਉਣ ਤਾਂ ਤੇਰੇ ਜੰਮਣ ਤੇ ਵੀ ਬਣਦੀਆਂ ਸੀ, ਲੋਕ ਪਾਉਣ ਪਤਾ ਨਹੀਂ ਕਿਉਂ ਨਹੀਂ ਆਏ। ਹੁਣ ਤਾਂ ਬਸ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਜਿਹੜਾ ਮੰਮੀ ਦਾ ਡਾਕਟਰ ਹੈ ਉਹੀ ਜਵਾਬ ਦੇ ਦੇ। ਰਿਪੋਰਟਸ ਥੋੜੀਆਂ ਬਿਲਕੁਲ ਠੀਕ ਨੇ ਆਂਟੀ ਜੀ। ਸ਼ੁਕਰ ਹੈ ਰੱਬ ਦਾ। ਪਰ ਅੰਕਲ ਫਿਜ਼ੀਕਲ ਰਿਪੋਰਟਸ ਥੋੜੀਆਂ ਵੀਕ ਨੇ। ਹੈ ਜੀ। ਬੱਚਾ ਪੈਦਾ ਕਰ ਸਕਦੇ ਹੋ ਪਰ ਕਨਸੀਵ ਕਰਨ ਤੋਂ ਪਹਿਲਾਂ ਤੁਹਾਨੂੰ ਸਰੀਰਕ ਤੌਰ ਤੇ ਮਜ਼ਬੂਤ ਹੋਣਾ ਪੈਣਾ। ਉਹਦੇ ਵਾਸਤੇ ਕੀ ਕਰਨਾ ਹੋਊਗਾ ਜੀ? ਮੈਂ ਦੱਸਦੀ ਹਾਂ। ਬੇਬੇ ਬਾਪੂ ਸਾਰਿਆਂ ਦੇ ਹੁਣ ਹੋ ਗਏ ਮੌਮ ਡੈਡ, ਮੌੜ ਜ਼ਮਾਨੇ ਦੇ ਬੱਚਿਆਂ ਫੇਰ ਨਿਕਲਦੇ ਲੱਗਦੇ ਮੈਡ। ਬੇਬੇ ਬਾਪੂ ਸਾਰਿਆਂ ਦੇ ਹੁਣ ਹੋ ਗਏ ਮੌਮ ਡੈਡ, ਮੌੜ ਜ਼ਮਾਨੇ ਦੇ ਬੱਚਿਆਂ ਨੂੰ ਮਾਪੇ ਲੱਗਦੇ ਮੈਡ। ਕੀ
ਸਮਝਾਈਏ ਗੱਲ ਕਿਸੇ ਨੂੰ ਗੱਲ ਸਮਝ ਨਹੀਂ ਆਉਂਦੀ ਨਿਊ ਜਨਰੇਸ਼ਨ ਅੱਖਾਂ ਦੇ ਵਿੱਚ ਰੱਜ ਕੇ ਕੱਟਾ ਪਾਉਂਦੀ ਅੱਜ ਕੋਈ ਵੀ ਗੱਲ ਨਾ ਮੰਨੇ ਅੱਜ ਕੋਈ ਵੀ ਗੱਲ ਨਾ ਮੰਨੇ ਜਿੰਨੇ ਜੰਮੇ ਸਾਰੇ ਨੇ ਕੰਮੇ ਜੀ ਕਰਦਾ ਕੁੱਤਾ ਪਾ ਪਾ ਕੇ ਲੰਮੇ ਜਿੰਨੇ ਜੰਮੇ ਸਾਰੇ ਨੇ ਕੰਮੇ ਜੀ ਕਰਦਾ ਕੁੱਤਾ ਪਾ ਪਾ ਕੇ ਲੰਮੇ ਆ ਦੇਖੋ ਮੁਰਗੀਆਂ ਨੂੰ ਦਾਣਾ ਪੈ ਰਿਹਾ ਤਾਂ ਕਿ ਉਹ ਤਕੜੀ ਹੋ ਕੇ ਹੋਰ ਚੂਚੇ ਪੈਦਾ ਕਰ ਸਕਣ ਸਾਲਾ ਹੋਇਆ ਚੂਚਿਆਂ ਦਾ ਜੋ ਅੱਜ ਦੇ ਬੱਚੇ ਪਿਛਲੀ ਉਮਰੇ ਬਣਨ ਸਹਾਰੇ ਮਾਂ-ਬਾਪ ਨੂੰ ਅੱਖਾਂ ਕੱਢਦੇ ਨੇ ਅੱਖਾਂ ਦੇ ਤਾਰੇ ਨੇਚਰ ਕਰੇ ਰਿਪੀਟ ਕਹਾਣੀ ਸਭ ਨੂੰ ਮਿਲਦਾ ਮੌਕਾ ਬਾਪੂ ਕਹਿਣਾ ਸੌਖਾ ਓਏ ਬਾਬੂ ਗਵਾਉਣਾ ਔਖਾ ਜੋ ਜੋ ਬੀਜੇਗਾ ਓਏ ਤੈਨੂੰ ਉਹੀ ਵੱਢਣਾ ਪੈਣਾ ਪੁੱਤ ਜਦੋਂ ਤੂੰ ਪਿਓ ਬਣ ਗਿਆ ਤੂੰ ਵੀ ਇਹੋ ਕਹਿਣਾ ਮੈਂ ਕਿਉਂ ਏਦਾਂ ਦੇ ਜੰਮੇ ਮੈਂ ਕਿਉਂ ਏਦਾਂ ਦੇ ਜੰਮੇ ਕੁੜੀ ਤਾਂ ਸੋਹਣੀ ਆ ਆਪਣੇ ਪਿੱਤੇ ਲੈ ਕਿਵੇਂ ਦੀ ਰੋ आंटी जी गला नहीं करनी है चुप करके अपनी योगा करो ਜਿੰਨੇ ਜੰਮੇ ਸਾਰੇ ਨੇ ਕੰਮੇ ਜੀ ਕਰਦਾ ਕੁੱਤਾ ਪਾ ਪਾ ਕੇ ਲੰਮੇ ਜਿੰਨੇ ਜੰਮੇ ਸਾਰੇ ਨੇ ਕੰਮੇ ਜੀ ਕਰਦਾ ਕੁੱਤਾ ਪਾ ਪਾ ਕੇ ਲੰਮੇ ਰੱਬਾ ਸਾਡੀ ਤੇਰੇ ਅੱਗੇ ਇਹੋ ਹੈ ਅਰਜ਼ੋਈ ਧੀ ਪੁੱਤ ਨਾ ਮਾੜਾ ਨਿਕਲੇ ਕਦੇ ਕਿਸੇ ਦਾ ਕੋਈ ਪੇਰੈਂਟਸ ਅੱਗੇ ਕਦੇ ਨਾ ਕੋਈ ਬੱਚਾ ਬੋਲੇ ਲਾਊਡ ਆਪਣੇ ਆਪਣੇ ਬੱਚਿਆਂ ਉੱਤੇ ਸਭ ਨੂੰ ਹੋਵੇ ਪ੍ਰਾਊਡ ਬੱਚਿਆਂ ਕਾਰਨ ਨੀਵੇਂ ਅੱਖਾਂ ਕਰਕੇ ਤੁਰਨ ਨਾ ਮਾਪੇ ਸਭ ਦੇ ਨਿਆਣੇ ਹੋਣ ਸਿਆਣੇ ਕਦੇ ਕੋਈ ਨਾ ਆਖੇ ਮੈਂ ਕਿਉਂ ਏਦਾਂ ਦੇ ਜੰਮੇ ਮੈਂ ਕਿਉਂ ਏਦਾਂ ਦੇ ਜੰਮੇ ਜਿੰਨੇ ਜੰਮੇ ਸਾਰੇ ਨੇ ਕੰਮੇ ਜੀ ਕਰਦਾ ਕੁੱਤਾ ਪਾ ਪਾ ਕੇ ਲੰਮੇ ਜਿੰਨੇ ਜੰਮੇ ਸਾਰੇ ਨੇ ਕੰਮੇ ਜੀ ਕਰਦਾ ਕੁੱਤਾ ਪਾ ਪਾ ਕੇ ਲੰਮੇ ਸੁਖੀ ਪੁੱਤ ਹਾਂ ਬੇਬੇ ਆ ਤੇਰੇ ਤਾਈ ਦੇ ਕੀ ਹੋ ਰਿਹਾ मैं क्या जी सुनते हो ਆ ਦੇਖੋ ਕਿਵੇਂ ਲੱਗੇ ਨੇ ਦੋਨੋਂ ਇਹ ਜੰਮਣਗੇ ਇੱਕ ਨਵਾਂ ਮਿਲਖਾ ਸਿੰਘ ਆ ਚਾਹ ਪੱਤੀ ਦਾ ਪੈਕੇਟ ਵੀ ਦੇ ਦੋ ਨਾ ਇੱਕ ਡਾਇਪਰ ਦਾ ਪੈਕੇਟ ਵੀ ਲੈ ਜਿਓ ਅੱਗੇ ਕੰਮ ਆਉਣਗੇ ਸੁੰਡੀ ਸਮਾਨ ਚੱਕ ਠੀਕ ਹੈ ਜੀ ਹਾਂਜੀ ਉਹ ਸਭ ਮੈਂ ਸੰਭਾਲ ਲੂੰਗਾ ਤੁਸੀਂ ਫਿਕਰ ਨਾ ਕਰੋ ਤੁਸੀਂ ਐ ਕਰੋ ਤੁਸੀਂ ਜਾ ਕੇ ਫਲੈਟ ਦੇਖ ਲਓ ਹਾਂਜੀ ਹਾਂਜੀ ਉਹ ਮੈਂ ਪਿੰਡ ਥੋੜੇ ਕੰਮਾਂ ਚ ਉਲਝਿਆ ਹੋਇਆ ਸੀਗਾ ਉਹ ਐਕਚੁਅਲੀ ਛੋਟੇ ਭਰਾ ਦੇ ਨਿਆਣਾ ਹੋਣ ਵਾਲੇ ਜੀ ਹੈ ਛੋਟੇ ਭਰਾ ਦੇ ਕਿਉਂ ਸਿੱਧਾ ਕਹਿ ਵੀ ਤੇਰੇ ਪਿਓ ਦੇ ਨਿਆਣਾ ਹੋਣ ਵਾਲਾ ਓਏ ਤੈਨੂੰ ਮੈਂ ਖਰਚਾ ਸੀ ਕਰੀ ਤੇਰੀ ਜਵਾਕ ਜੰਮਾ ਮੈਂ ਬੇਬੇ ਤੈਨੂੰ ਸਾਰੀ ਗੱਲ ਦਾ ਪਤਾ ਹੈ ਮੰਮੀ ਡੈਡੀ ਜੋ ਕਰ ਰਹੇ ਨੇ ਸਾਡੀ ਤਾਂ ਸਾਰੇ ਪਾਸੇ ਤੂੰ ਕਰਾ ਰੱਖੀ ਹੈ ਵੇਖ ਬੇਬੇ ਜੋ ਸਾਡੇ ਤੇ ਬੀਤ ਰਹੀ ਹੈ ਨਾ ਜਦੋਂ ਮੰਮੀ ਡੈਡੀ ਤੇ ਬੀਤੂ ਤਾਂ ਪਤਾ ਲੱਗੂ ਦੱਸ ਫਿਰ ਬੇਬੇ ਜੰਮ ਲੇਗੀ ਨਾ ਉਹ ਪਹਿਲਾਂ 10ਵੀਂ ਤਾਂ ਮੈਂ ਹੀ ਜੰਮੇ ਆ ਉਹ ਕਿਹੜਾ ਸਟੇਸ਼ਨ ਤੋਂ ਚੱਕ ਕੇ ਲਿਆਂਦੇ ਆ ਮੈਂ ਤਾਂ ਭਾਈ ਤਿਆਰ ਐ ਆਦੇ ਬਾਪੂ ਨੂੰ ਪੁੱਛੋ ਪੁੱਤ ਇਹ ਤਾਂ ਬਹੁਤ ਵੱਡਾ ਕੰਮ ਹੈ ਉਹ ਤੇਰੇ ਲਈ ਛੋਟਾ ਹੀ ਹੈ ਬਾਪੂ ਪਹਿਲਾਂ ਵੀ ਤਾਂ 10 ਜੰਮੇ ਨੇ ਉਹ ਵੇਲੇ ਲੰਘੇ ਪੁੱਤ ਹੁਣ ਤਾਂ ਗੱਲਾਂ ਹੀ ਰਹਿ ਗਈਆਂ ਮੈਂ ਤਾਂ ਛੋਟੇ ਛੋਟੇ ਕੰਮਾਂ ਲਈ ਤੁਹਾਨੂੰ ਆਵਾਜ਼ਾਂ ਮਾਰਦਾ ਰਹਿਣਾ ਇਹ ਵੱਡਾ ਕੰਮ ਇੱਥੋਂ ਕਿੱਥੋਂ ਹੁਣ ਉਹ ਫਿਰ ਦੱਸ ਬਾਪੂ ਮੰਮੀ ਡੈਡੀ ਨੂੰ ਕਿਵੇਂ ਰੋਕਾਂਗੇ ਉਹ ਤੁਸੀਂ ਝੂਠ ਮੂਠੀ ਬੋਲ ਦੋ ਅਸੀਂ ਜਵਾਕ ਕਰਨ ਲੱਗੇ ਅਸੀਂ ਤਾਂ ਸੱਚੇ ਵੀ ਕਰ ਲਾਂਗੇ ਤਾਂ ਵੀ ਕਿਸੇ ਨੇ ਮੰਨਣਾ ਨਹੀਂ ਹੈ ਕੋਈ ਨਾ ਤੁਹਾਡਾ ਡੈਡੀ ਕਰੀ ਜਾਵੇ ਜੋ ਵੀ ਕਰਦਾ ਤੁਹਾਡੀ ਮਾਂ ਨੂੰ ਰੋਕ ਲੈਣੇ ਆ ਬਿਸ਼ਨ ਖੁਰੇ ਕਰ ਫਿਰ ਆਪਣੀ ਨੂੰਹ ਨਾਲ ਗੱਲ ਕਿਵੇਂ ਸੇਵੀਆਂ ਵੱਟੀ ਜਾਨੀ ਐ ਵੱਟ ਲਿਆ ਬੇਬੇ ਬਸ ਥੋੜੀਆਂ ਜਿਹਾ ਰਹਿ ਗਿਆ ਹੁਣ ਤਾਂ ਕੱਲਿਓ ਲੱਗੀ ਪਈ ਐ ਹੋਰ ਵੱਟ ਲਿਆ ਦੇਖ ਓਏ ਗੱਲ ਸੁਣ ਸਤਵੰਤ ਹਾਂ ਬੇਬੇ ਤੁਸੀਂ ਦੋਹੇ ਜੋ ਕਰਨ ਲੱਗੇ ਹੋ ਉਹਦੇ ਕਰਕੇ ਜਵਾਕ ਬਾਲੇ ਉਖੜੇ ਪਏ ਆ ਪਰ ਬੇਬੇ ਪਰ ਤੂੰ ਫਿਕਰ ਨਾ ਕਰ ਜੋ ਸੋਚਿਆ ਕਰਕੇ ਰਹੀਂ ਤੂੰ ਤਾਂ ਹਾਲੇ 4 ਹੀ ਜੰਮੇ ਆ ਮੈਨੂੰ ਵੇਖ
10 ਅਸੀਂ ਤਾਂ ਭਾਈ ਪਹਿਲਾਂ 10-10 12-12 ਜਵਾਕ ਜੰਮਦੀ ਸੀ ਤਾਂ ਕਿ ਉਹਨਾਂ ਵਿੱਚੋਂ 2-4 ਤਾਂ ਕੰਮ ਦੇ ਨਿਕਲਣ ਤੇ ਅੱਜ ਕੱਲ ਦੇ ਜੰਮਦੀਆਂ ਹੀ 1-2 ਐ ਉਹ ਵੀ ਕੰਮ ਦੇ ਨਹੀਂ ਨਿਕਲਦੇ ਤਾਂ ਹੀ ਤੈਨੂੰ ਕਹਿਣੀ ਐ ਵੀ ਤੂੰ ਕਰ ਇਹਨਾਂ ਜਵਾਕਾਂ ਨੂੰ ਵੀ ਅਕਲ ਆਵੇ ਭੋਰਾ ਆਪਦੇ ਆਪ ਨੂੰ ਜਵਾਕ ਘੱਟ ਤੇ ਪਿਓ ਵੱਧ ਸਮਝਦੇ ਆ ਹੁਣ ਸੁਣੋ ਮੌਸਮ ਦਾ ਹਾਲ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਦਾ ਮੌਸਮ ਬਹੁਤ ਹੀ ਖਰਾਬ ਹੋਣ ਵਾਲਾ ਹੈ ਕਿਤੇ ਕਿਤੇ ਭਾਰੀ ਗੜੇ ਪੈਣ ਦੀ ਵੀ ਸੰਭਾਵਨਾ ਹੈ ਜੋ ਫਸਲਾਂ ਵਾਸਤੇ ਠੀਕ ਹੈ ਇਸ ਦਿਨ ਵਾਲੀ ਅੱਜ ਦੇ ਸਮਾਚਾਰ ਸਮਾਪਤ ਹੁੰਦੇ ਨਿਰੰਜਨਾ ਵਧਾਈਆਂ ਤੈਨੂੰ ਮਠਿਆਈ ਲਿਆ ਕਦੋਂ ਆਈ ਉਲਟੀ ਅੱਜ ਸਵੇਰੇ ਦੱਸਦੇ ਐ ਕਿ ਜਵਾਕ ਪੁੱਛਦੇ ਨਹੀਂ ਸੀ ਮਾਪਿਓ ਨੂੰ ਤਾਂ ਹੀ ਕੀਤਾ ਨਰਿੰਜਨ ਨੇ ਇਹ ਕੰਮ ਪੁੱਛਦੇ ਤਾਂ ਸਾਡੇ ਵਾਲੇ ਵੀ ਨਹੀਂ ਯਾਰ ਅੱਛਾ ਪਰ ਐਮਐਲਏ ਸਾਹਿਬ ਇਹ ਗੱਲ ਫੈਲੀ ਕਿਵੇਂ ਹੈਲੋ ਜੀ ਦੇਖ ਜੱਗੀ ਪਰਿਵਾਰ ਭਲਾਈ ਮਹਿਕਮਾ ਤੇਰੇ ਕੋਲ ਹੈ ਇਸ ਲਈ ਇਹ ਕੰਮ ਆਪੋਜੀਸ਼ਨ ਨੇ ਕੀਤਾ ਹੈ ਅੱਛਾ ਜੀ ਇਹ 'ਚ ਵੀ ਪੋਲਿਟਿਕਸ ਹੁਣ ਕਰਨਾ ਕੀ ਹੈ ਜੀ ਤੂੰ ਟਰੱਕ ਯੂਨੀਅਨ ਸਾਂਭ ਇਹ ਮਹਿਕਮਾ ਕਿਸੇ ਹੋਰ ਨੂੰ ਦੇ ਦਿੰਨੇ ਆ ਐ ਨਾ ਕਰੋ ਜੀ ਮਸਾ ਤਾਂ ਐਡਾ ਵੱਡਾ ਅਹੁਦਾ ਮਿਲਿਆ ਓਏ ਦੇਖ ਜੱਗੀ ਲੋਕਾਂ ਨੇ ਸਾਡਾ ਮਜ਼ਾਕ ਉਡਾਉਣਾ ਕਿ ਜਿਹੜੇ ਲੋਕਾਂ ਨੂੰ ਜਨਸੰਖਿਆ ਰੋਕਣ ਵਾਸਤੇ ਕਹਿੰਦੇ ਨੇ ਉਹ ਆਪ ਤਾਂ ਰੁਕਦੇ ਨਹੀਂ ਇੱਕ ਹੱਲ ਹੋ ਸਕਦਾ ਇਹਦਾ ਦੇਖੋ ਤੁਸੀਂ ਸਾਰੇ ਪਿੰਡ ਦੇ ਮੋਹਤਬਰ ਬੰਦੇ ਬੈਠੇ ਹੋ ਅੱਖ ਦੀ ਸ਼ਰਮ ਨਾਲ ਡੈਡੀ ਨੂੰ ਘੇਰ ਸਕਦੇ ਹੋ ਵੀਰਾ ਠੀਕ ਕਹਿ ਰਿਹਾ ਐਮਐਲਏ ਸਾਹਿਬ ਤੁਹਾਡੇ ਡੈਡੀ ਹੈ ਚੰਗਾ ਜਿਹਾ ਨਹੀਂ ਲੱਗਦਾ 4 ਬੰਦਿਆਂ ਤੋਂ ਆਪਣੇ ਪਿਓ ਨੂੰ ਸ਼ਰਮਿੰਦਾ ਕਰਾਉਣਾ ਸਾਨੂੰ ਵੀ ਚੰਗਾ ਨਹੀਂ ਲੱਗ ਰਿਹਾ ਪਰ ਹੁਣ ਕੋਈ ਰਾਹ ਵੀ ਤਾਂ ਨਹੀਂ ਬਚਿਆ ਬੱਚਿਆਂ ਤੋਂ ਜੋ ਵੀ ਗਲਤੀਆਂ ਹੋਈਆਂ ਨੇ ਉਹਦੇ ਲਈ ਇਹ ਬਹੁਤ ਸ਼ਰਮਿੰਦਾ ਨੇ ਤੇ ਮੈਂ ਵੀ ਇਹਨਾਂ ਵੱਲੋਂ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਮੰਗਦਾ ਮੇਰੀ ਬਸ ਇੰਨੀ ਕੁ ਬੇਨਤੀ ਕਬੂਲ ਕਰਿਓ ਇਹ ਬੱਚਾ ਨਾ ਕਰਿਓ ਨਾਲੇ ਨਰਿੰਜਨ ਸਿਆ ਜਿਹੜੀ ਗੱਲ ਨਾਲ ਬੱਚਿਆਂ ਦਾ ਨੁਕਸਾਨ ਹੁੰਦਾ ਹੋਵੇ ਆਪਾਂ ਕਰਨੀ ਕਿਉਂ ਇਹਨਾਂ ਤੋਂ ਉੱਪਰ ਤਾਂ ਆਪਾਂ ਨੂੰ ਕੁਝ ਵੀ ਨਹੀਂਗਾ ਜਨਸੰਖਿਆ ਤਾਂ ਪਹਿਲਾਂ ਹੀ ਇਸ ਮੁਲਕ ਦਾ ਬੜਾ ਵੱਡਾ ਮੁੱਦਾ ਹੈ ਤੇ ਆਪਾਂ ਇਸ ਨੂੰ ਹੋਰ ਕਿਉਂ ਉਭਾਰਨਾ ਜੇ ਮੇਰੇ ਕੋਲੋਂ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਛੋਟਾ ਭਰਾ ਸਮਝ ਕੇ ਮਾਫ ਕਰ ਦੇਣਾ ਚਲੋ This movie downloaded from 7hit movies. ਜਦੋਂ ਦੀ ਵਿਆਹੀ ਆਈ ਆ ਤੁਹਾਡੀ ਅੱਖ 'ਚ ਦੂਜੀ ਵਾਰ ਹੰਝੂ ਵੇਖੇ ਇੱਕ ਜਵਾਕ ਜੰਮਿਆ ਦੀ ਖੁਸ਼ੀ 'ਚ ਤੇ ਦੂਜਾ ਅੱਜ ਸਾਰੇ ਪਿੰਡ ਮੁਰੇ ਅੱਜ ਮੈਨੂੰ ਸ਼ਰਮਿੰਦਾ ਕਰਕੇ ਰੱਖਤਾ ਨਿਆਣੇ ਸਮਝ ਕੇ ਮਾਫ ਕਰ ਦੋ ਜੀ ਜਾਂ ਤਾਂ ਬੱਚਿਆਂ ਨੂੰ ਹੀ ਸਾਨੂੰ ਕੱਲਿਆ ਕਰਤਾ ਸੀ ਤੇ ਜਾਂ ਹੁਣ ਪੂਰਾ ਘੇਰਾ ਪਾ ਕੇ ਬਹਿ ਗਏ ਕੋਈ ਆਪਣੇ ਘਰ ਵਿੱਚ ਵੀ ਰਾਜਨੀਤੀ ਖੇਡਦਾ ਹੁੰਦਾ ਸਮਝ ਨਹੀਂ ਆਉਂਦੀ ਕੀ ਕਰੀਏ ਤੁਸੀਂ ਆਪਣੇ ਦਿਮਾਗ ਤੇ ਬੋਝ ਨਾ ਪਾਓ ਜੀ ਜੇ ਕੋਈ ਹੁਣ ਨੇਕੀ ਹੋ ਗਈ ਤਾਂ ਮੈਂ ਕਿੱਥੇ ਜਾਊਂ ਤੁਸੀਂ कहने होने हो ना कि लोगों बारे नहीं सोचनी ते हुण आप ही सोचन लग पे आप ही करांगे
जो आपा सोचे। डरदी नहीं कहंदी ओ सोचा विच रहंदी बस डरदी नहीं कहंदी इंज ही लंघ जावे ना किते जिन्नी कू रहंदी इंज ही लंघ जावे ना किते जिन्नी कू रहंदी अरदास करे रहे टिमटमाउंदा तारा ओदी अख दा ਬੱਚਿਆਂ ਦਾ ਕੱਟ ਜਾਂਦਾ ਮੋਹ ਮਾਵਾਂ ਦਾ ਨਹੀਂ ਕੱਟਦਾ ਮੋਹ ਮਾਵਾਂ ਦਾ ਨਹੀਂ ਕੱਟਦਾ ਮੋਹ ਮਾਵਾਂ ਦਾ ਨਹੀਂ ਕੱਟਦਾ ਉਸ ਫਲੈਟ ਦਾ ਛੋਟਾ ਜਿਹਾ ਚੈੱਕ ਲੋਨ ਪਾਸ ਹੁੰਦੇ ਹੀ ਪੂਰੀ ਪੇਮੈਂਟ ਕਰ ਦਾਂਗੀ। ਕੀ ਗੱਲ ਤੁਸੀਂ ਸੈਡ ਕਿਉਂ ਹੋ? कुछ नहीं। जग्गी चल आजा। एक पल अखों ओले होण ते मामा कै कुरलाउण वालिओ नींद आ जांदी ऐ कि नहीं पुत गोद मेरी विच सौण वालिओ गोद मेरी विच सौण वालिओ रज रज लाड लड़ायो वे इक मां दे ढिडों जायो वे मखणा दे नाल पालिओ वे तुसी दुधां नाल नवायो वे झूठे दिंदा मोढियां ते लाणेदार सी नहीं थकदा बच्चियां दा कट जांदा मोह मावां दा नहीं घटदा हाँ बच्चियां दा कट जांदा मोह मावां दा नहीं घटदा। एक गल कहां परिंदर, मैं जो भी कर रही हूं सिर्फ अपने पेरेंट्स लिए कर रही हूं क्योंकि वो जो भी करते हैं आप ते बच्चे लिए करते हैं। जे उन्हां दी दुनिया सिर्फ उन्हां दे बच्चे हो सकते हैं ते बच्चियां दी दुनिया उन्हां दे पेरेंट्स क्यों नहीं हो सकते ते बच्चियां दी दुनिया उन्हां दे पेरेंट्स क्यों नहीं हो सकते। परिंदर तुहाडे पेरेंट्स नूं तुहाडी बहुत लोड़ है। बिंदे दे जम्मन ते जेड़ा पहला कुर्ता पाया सी यही है ना? हाँ बेबे आपां नवे न्याणे दी भी यही पावांगे चंगा हुंदा है। जदों मैनू बिंदे दी याद आउंदी हुंदी सी ना मैं इनू कढ के हिक नाल ला लैंदी हुंदी सी। एवें नहीं रोईदा, सच्चे पातशाह वाहिगुरू जो भी करूगा सब भली करूगा। चुप हो जा। मम्मी आ सब की है? अच्छा छोटे हुंदे आ ना तैनू इन्ना भांडियां च खवांदी हुंदी सी, बाकी तो सारे वड्डे हो गए सी। असी सोचदे सी ना तू कदे वड्डा ही ना होवे ताकि हमेशा साडे कोल रवे।
मम्मी नो आलो बेबे सतवंत की हो गया? माँ मेरी माँ माता मैथों बद जान दी की पाउंदा मैनू की नहीं पाउंदा मेरे ख्यालां विच डुब्बी दा मैनू ही कोई ख्याल नहीं आउंदा मैनू ही कोई ख्याल नहीं आउंदा ओहदे लई तां बच्चा हियां मत दा थोड़ा कच्चा हियां हर झूठ नू मन लैंदी ऐ हले भी ओ ना सच्चा हियां साडे बुण के कोटियां पाउण वाली दा पाला नी लथदा बच्चियां दा कट जांदा मावां दा नी कटदा बच्चियां दा कट जांदा मावां दा नी कटदा मेरी माँ दा नी कटदा सत श्री अकाल एमएलए साहब। सत श्री अकाल भाई, आ जाओ बैठो बैठो। किवें सदया सी? ਤੁਹਾਡਾ ਡੈਡੀ ਫਿਰ ਮੰਨਿਆ ਨਹੀਂ ਕਿ ਉਹ ਕੱਢਣ ਲਈ ਉਂਗਲੀ ਟੇਢੀ ਕਰਨੀ ਓ ਪੈਣੀ ਹੈ। ਮਤਲਬ ਅੱਖ ਦੀ ਸ਼ਰਮ ਹੈ ਨਹੀਂ ਤੁਹਾਡੇ ਡੈਡੀ ਨੂੰ, ਇਸ ਲਈ ਬੱਚਾ ਹਟਾਉਣ ਲਈ ਧੱਕਾ ਹੀ ਕਰਨਾ ਪੈਣਾ ਹੈ। ਬੱਚਾ ਤਾਂ ਹੁਣ ਇਸ ਦੁਨੀਆ ਚ ਆ ਕੇ ਰਹੂਗਾ ਐਮਐਲਏ ਸਾਹਿਬ। ਐਮਐਲਏ ਸਾਹਿਬ ਨੇ ਜੱਗੀ ਤੋਂ ਮਹਿਕਮਾ ਖੋਹ ਲੈਣਾ। ਕੋਈ ਨਾ ਸਰਪੰਚ ਸਾਹਿਬ, ਮਹਿਕਮੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਮਾਪਿਓ ਬਾਰ-ਬਾਰ ਥੋੜੀ ਨਾ ਮਿਲਨੇ ਨੇ। ਅੱਜ ਤੱਕ ਉਹਨਾਂ ਦੀ ਖੁਸ਼ੀ ਲਈ ਕੁਝ ਨਹੀਂ ਕੀਤਾ, ਹੁਣ ਉਹੀ ਕਰਾਂਗੇ ਜਿਹਦੇ ਚ ਉਹਨਾਂ ਨੂੰ ਖੁਸ਼ੀ ਮਿਲੇ। ਸ਼ਰਮ ਆਉਣੀ ਚਾਹੀਦੀ ਤੈਨੂੰ, ਜਿਸ ਮਹਿਕਮੇ ਨੇ ਤੈਨੂੰ ਇੰਨੀ ਇੱਜ਼ਤ ਦਿੱਤੀ ਉਸ ਦੇ ਖਿਲਾਫ ਗੱਲ ਕਰ ਰਿਹਾ ਤੂੰ। 135 ਕਰੋੜ ਦੀ ਜਨਸੰਖਿਆ ਵਾਲੇ ਮੁਲਕ 'ਚ ਇੱਕ ਪੜ੍ਹਿਆ ਲਿਖਿਆ ਬੰਦਾ ਇਹ ਜੀ ਭੈੜੀ ਗੱਲ ਕਰਦਾ ਚੰਗਾ ਨਹੀਂ ਲੱਗਦਾ। ਸਰਪੰਚ ਸਾਹਿਬ, ਛੋਟਾ ਪਰਿਵਾਰ ਸੁਖੀ ਪਰਿਵਾਰ ਦੇ ਨਾਲ ਮੈਂ ਵੀ ਉਨੀ ਸਹਿਮਤੀ ਰੱਖਦਾ ਜਿੰਨੀ ਇਸ ਦੇਸ਼ ਦੇ ਹਰ ਜ਼ਿੰਮੇਦਾਰ ਨਾਗਰਿਕ ਨੂੰ ਰੱਖਣੀ ਚਾਹੀਦੀ ਹੈ। ਪਰ ਸਾਡੇ ਬੇਬੇ ਬਾਪੂ, ਉਹਨਾਂ ਦਾ ਤਾਂ ਹਲੇ ਛੋਟਾ ਪਰਿਵਾਰ ਸ਼ੁਰੂ ਹੀ ਨਹੀਂ ਹੋਇਆ। ਸਾਡੇ ਵਰਗੀ ਔਲਾਦ ਹੁੰਦਿਆਂ ਹੋਇਆਂ ਵੀ ਉਹ ਇਕੱਲੇ ਸੀ। ਚੱਲਦੇ ਹਾਂ। ਸਤਿ ਸ਼੍ਰੀ ਅਕਾਲ। ਮੰਮੀ ਇਧਰ ਆਓ, ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਡੈਡੀ ਤੁਸੀਂ ਵੀ। ਬੈਠੋ। ਆਜੋ ਬੈਠੋ। ਬੈਠੋ ਡੈਡੀ। ਡੈਡੀ ਅਸੀਂ ਤੁਹਾਡੇ ਕਸੂਰਵਾਰ ਹਾਂ। ਤੁਸੀਂ ਜੋ ਵੀ ਕੀਤਾ ਨਾ, ਸਾਨੂੰ ਉਹਤੇ ਪੂਰਾ ਵੀ ਸ਼ਰਮਿੰਦਗੀ ਨਹੀਂ। ਸਗੋਂ ਦੀ ਸ਼ਰਮਿੰਦਗੀ ਇਸ ਗੱਲ ਦੀ ਹੈ ਜੋ ਅਸੀਂ ਤੁਹਾਡੇ ਨਾਲ ਕਰਦੇ ਹਾਂ।
ਸਾਨੂੰ ਪਲੀਜ਼ ਮਾਫ ਕਰ ਦਿਓ। ਚਲੋ ਮੰਮੀ ਆਜੋ ਹਸਪੀਟਲ ਤੁਹਾਡਾ ਚੈੱਕਅਪ ਕਰਾ ਕੇ ਲੈ ਕੇ ਆਈਏ। ਕਾਹਦਾ ਚੈੱਕਅਪ? ਬੱਚੇ ਦਾ। ਤੁਸੀਂ ਇਹਦਾ ਰਹਿਣ ਦਿਓ, ਮੇਰਾ ਮਾਸ ਫਟਿਆ ਸੀ, ਉਹ ਅਜੇ ਤੱਕ ਠੀਕ ਨਹੀਂ ਹੋਇਆ। ਜੇ ਚੈੱਕਅਪ ਕਰਾਉਣਾ ਤਾਂ ਮੇਰਾ ਕਰਵਾ ਦਿਓ। ਡੈਡੀ ਤੁਹਾਡਾ ਵੀ ਕਰਾ ਦਾਂਗੇ ਬਾਅਦ ਚ। ਮੰਮੀ ਦਾ ਚੈੱਕਅਪ ਬਹੁਤ ਜ਼ਰੂਰੀ ਹੈ। ਚਲੋ ਮੈਂ ਉੱਠੋ, ਆਜੋ ਚੈੱਕਅਪ ਕਰਾ ਕੇ ਲੈ ਕੇ ਆਈਏ। ਕੋਈ ਲੋੜ ਨਹੀਂ ਚੈੱਕਅਪ ਦੀ, ਤੁਹਾਡੇ 4 ਵੇਲੇ ਕਿਹੜਾ ਕੋਈ ਚੈੱਕਅਪ ਕਰਵਾਇਆ ਸੀ? ਤਾਂ ਹੀ ਤਾਂ ਅਸੀਂ ਇਹੋ ਜਿਹੇ ਹਾਂ, ਪਰ ਹੁਣ ਜਵਾਕ ਸਹੀ ਜੰਮਣਾ। ਮੰਮੀ ਅੱਜ ਤੋਂ ਬਾਅਦ ਤੁਹਾਡੀ ਕੱਲੀ ਕੱਲੀ ਚੀਜ਼ ਦੀ ਜ਼ਿੰਮੇਵਾਰੀ ਸਾਡੀ ਹੈ। ਤੁਸੀਂ ਬਸ ਬਹਿ ਕੇ ਆਰਾਮ ਕਰਨਾ ਹੈ। ਮੰਮੀ ਤੁਹਾਨੂੰ ਕਦੇ ਵੀ ਨਹੀਂ ਛੱਡ ਕੇ ਜਾਵਾਂਗੇ ਅਸੀਂ। ਨਹੀਂ ਰੋ ਨਾ ਮੰਮੀ। ਚਿਰਾਂ ਬਾਅਦ ਆਪਦੇ ਜਵਾਕਾਂ ਦੀ ਅੱਖਾਂ 'ਚ ਮੋਹ ਵੇਖਿਆ, ਰੋਣਾ ਤਾਂ ਆਉਣਾ ਹੀ ਸੀ ਅਗਲੀ ਨੂੰ। ਬੇਟੇ ਅਸੀਂ ਤੁਹਾਡਾ ਦਿਲ ਨਹੀਂ ਦੁਖਾਉਣਾ ਚਾਹੁੰਦੇ ਸੀ, ਜੋ ਵੀ ਹੋਇਆ ਉਹਦੇ ਲਈ ਅਸੀਂ ਮਾਫੀ ਮੰਗਦੇ। ਡੈਡੀ ਤੁਸੀਂ ਕਿਉਂ ਮਾਫੀ ਮੰਗਦੇ ਹੋ? ਤੁਸੀਂ ਜਦ ਕੁਝ ਗਲਤੀ ਨਹੀਂ ਕੀਤਾ। ਗਲਤ ਤਾਂ ਛੱਡ, ਅਸੀਂ ਤੇ ਕੁਝ ਸਹੀ ਵੀ ਨਹੀਂ ਕੀਤਾ। ਨਹੀਂ ਡੈਡੀ, ਤੁਸੀਂ ਜੋ ਵੀ ਕੀਤਾ ਸਹੀ ਕੀਤਾ। 5ਵਾਂ ਜਵਾਕ ਆਉਣਾ ਹੀ ਚਾਹੀਦਾ। 5ਵਾਂ ਜਵਾਕ ਕਿੱਥੋਂ ਆਉਣਾ ਸੀ? ਤੁਸੀਂ ਠੀਕਰੀ ਪੈਰਾਂ ਤਾਂ ਲਾਈ ਬੈਠੇ ਸੀ। ਫਿਰ ਉਲਟੀਆਂ? ਉਹ ਤਾਂ ਤੁਹਾਨੂੰ ਸਿੱਧਿਆਂ ਕਰਨ ਲਈ ਸੀ। ਹਾਂ ਪੁੱਤ, ਉਹ ਤਾਂ ਸਭ ਝੂਠ ਸੀ। ਤਾਂ ਹੀ ਤੈਨੂੰ ਕਹਿਨੀ ਹੈ ਵੀ ਤੂੰ ਕਰ। ਇਹਨਾਂ ਜਵਾਕਾਂ ਨੂੰ ਵੀ ਅਕਲ ਆਵੇ ਭੋਰਾ। ਆਪਦੇ ਆਪ ਨੂੰ ਜਵਾਕ ਘੱਟ ਤੇ ਪਿਓ ਵੱਧ ਸਮਝਦੇ ਆ। ਨਹੀਂ ਬੇਬੇ, ਅਸੀਂ ਸੋਚਿਆ ਤਾਂ ਇਹੀ ਸੀ, ਪਰ ਆਪਦੀ ਖੁਸ਼ੀ ਤੋਂ ਵੱਧ ਕੇ ਆਪਣੇ ਜਵਾਕਾਂ ਦੀ ਖੁਸ਼ੀ ਵੇਖਣੀ ਹੁੰਦੀ ਹੈ। ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਜਿਹਦੇ ਕਰਕੇ ਸਾਡੇ ਜਵਾਕਾਂ ਨੂੰ ਭੁਗਤਣਾ ਪਵੇ। ਪਰ ਇਹ ਜੇ ਵਿਗੜੇ ਜਵਾਕਾਂ ਦੀ ਅਕਲ ਵੀ ਤਾਂ ਟਿਕਾਣੇ ਲਿਆਉਣੀ ਹੈ। ਫਿਰ ਐਂ ਕਰ, ਇਹ ਜੋ ਸੋਚੀ ਬੈਠੇ ਆ ਇਹਨਾਂ ਨੂੰ ਸੋਚੀ ਰੱਖਣ ਦੇ। ਤੂੰ ਤਾਂ ਬਸ ਇਹੀ ਕਹਿ ਵੀ ਮੈਂ ਤਾਂ ਜਵਾਕ ਕਰਨਾ ਹੀ ਕਰਨਾ। ਸਾਡੀ ਖੁਸ਼ੀ ਤਾਂ ਸਾਡੇ ਬੱਚਿਆਂ 'ਚ ਹੀ ਆ। ਉਹਨਾਂ ਨੂੰ ਨਮੋਸ਼ੀ ਦਵਾ ਕੇ ਕੁਝ ਖੱਟਿਆ ਤੇ ਕੀ ਖੱਟਿਆ। ਅਸੀਂ ਤੁਹਾਨੂੰ ਆਪਣਾ ਫੈਸਲਾ ਤਾਂ ਸੁਣਾ ਬੈਠੇ ਸੀ, ਪਰ ਕੱਲਿਆਂ 'ਚ ਬਹੁਤ ਰੋਏ। ਫਿਰ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਤਾਂ ਆਪਣੀ ਖੁਸ਼ੀ ਭਾਲਦੇ। ਬੱਚੇ ਤਾਂ ਅੱਜ ਕੱਲ ਸਾਰਿਆਂ ਦੇ ਇਹੋ ਜਿਹੇ ਹੁੰਦੇ ਆ, ਪਰ ਉਹਨਾਂ ਦੇ ਮਾਪੇ ਕੋਈ ਹੋਰ ਜਵਾਕ ਤਾਂ ਨਹੀਂ ਜੰਮਦੇ। ਫਿਰ ਅਸੀਂ ਇਹ ਜਿਹਾ ਕਦਮ ਕਿਉਂ ਚੁੱਕੀਏ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਸ਼ਰਮਿੰਦਗੀ ਹੋਵੇ। ਫਿਰ ਅਸੀਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਸਾਨੂੰ ਕੋਈ ਹੋਰ ਬੱਚਾ ਨਹੀਂ ਚਾਹੀਦਾ, ਸਾਡੇ ਜੰਮੇ ਜਮਾਏ ਬੱਚਿਆਂ ਨੂੰ ਹੀ ਸਮਤ ਬਖਸ਼ੋ। ਤੇ ਦੇਖੋ ਅੱਜ ਪਾਪਾ ਜੀ ਨੇ ਸਾਡੀ ਅਰਦਾਸ ਸੁਣ ਲਈ। ਆ ਲਓ ਮੰਮੀ, ਤੁਹਾਡੇ ਲਈ ਫਰੈਸ਼ ਜੂਸ ਕੱਢਿਆ। ਹੁਣ ਤੇਰੀ ਮੰਮੀ ਨੂੰ ਜੂਸ ਦੀ ਲੋੜ ਨਹੀਂ, ਪਰ ਜਵਾਕ ਨੂੰ ਤਾਂ ਲੋੜ ਹੈ। ਕੋਈ ਜਵਾਕ ਨਹੀਂ ਹੈ। ਹੈਂ? ਕਿੱਥੇ ਗਿਆ? ਉਹ ਤਾਂ ਵਿਚਰ ਗਿਆ, ਕਹਿੰਦਾ ਮੈਂ ਨਹੀਂ ਆਉਣਾ ਇਹ ਜਿਹੇ ਨਿਕੰਮਿਆਂ ਦੇ ਘਰੇ। ਕੌਣ ਕਹਿੰਦਾ ਮੇਰੇ ਪੁੱਤ ਨਿਕੰਮੇ ਐ? ਸਵੇਰ ਦਾ ਭੁੱਲਿਆ ਜੇ ਆਥਰ ਨੂੰ ਘਰ ਮੁੜੇ ਆਵੇ ਨਾ, ਠਾਹ ਨੂੰ ਭੁੱਲਿਆ ਨਹੀਂ ਕਹਿੰਦੇ। ਉਹਨਾਂ ਨੂੰ ਵਿਗੜੇ ਕਹਿੰਦੇ ਆ, ਪਰ ਹੁਣ ਤੁਸੀਂ ਸੁਧਰ ਗਏ। ਡੈਡੀ ਅਸੀਂ ਤੁਹਾਡੇ ਨਾਲ ਵਾਅਦਾ